सड़दे धुप्पे बोट जां सिर ते छां नहीं रहिंदी, दुनिया सुन्नी हो जावे जद मां नहीं रहिंदी है। ਬੀਬੀ ਮਖਸੂਸਪੁਰੀ ਸ਼ੁਰੂ ਤੋਂ ਹੀ ਚੰਨ ਤੇ ਹੀ ਰਿਹਾ, ਐਨ ਟੌਪ ਤੇ ਹੀ ਰਿਹਾ ਕਿ ਸੰਘਰਸ਼ ਕਰਨਾ ਪਿਆ? ਗੁਰੂ ਜੀ ਪਾਤਰ ਸਾਹਿਬ ਦਾ ਸ਼ੇਰ ਹੈ, ਲੋਰੀਆਂ ਫਿਰ ਘੋੜੀਆਂ ਫਿਰ ਸੋਹਲੇ, ਲੋਕ ਤੋਂ ਪਰਲੋਕ ਤਾਈਂ ਗੀਤਾਂ ਦਾ ਪੁੱਲ। ਕੀ ਬਾਤ। ਮਨ ਚ ਹੁੰਦਾ ਵੀ ਯਾਰ ਇਹ ਕਿੱਦਾਂ ਲਿਖਦੇ ਹੋਣਗੇ ਲੋਕੀ। ਸਰ ਨਾਨਕ ਸਿੰਘ, ਜਸਵੰਤ ਸਿੰਘ ਕੰਵਲ, ਗੁਰਦਿਆਲ ਸਿੰਘ ਜੀ ਠੁੱਕ ਜਾ ਵੱਜਣਾ ਨਾ ਗੱਲ ਜਿਹੜਾ ਹਨਾ, ਮਤਲਬ ਸੋਲਿਡ ਪਾਉਣਾ ਨਹੀਂ ਆਪਾਂ ਉਹ, ਪਰ ਉਹ ਤੁਹਾਡਾ ਆਬਜ਼ਰਵੇਸ਼ਨ ਹੀ ਹੈ ਮੇਰੇ ਸਾਹਮਣੇ। ਜਦੋਂ ਕੋਈ ਥਾਟ ਆ ਜਾਂਦਾ ਨਾ, ਉਹ ਵੀ ਤਾਂ ਕੀੜਾ ਨਾ ਅੰਦਰ ਕੁਰਬਲ ਕਰਦਾ। ਯੈਸ ਸਰ, ਉਹ ਤਾਂ ਬਹੁਤ ਤੰਗ ਕਰਦਾ ਜੀ। ਉਹ ਨਾ ਸੌਣ ਦਿੰਦਾ ਨਾ ਖਾਣ ਦਿੰਦਾ। ਉਹ ਕਹਿੰਦੇ ਭਾਜੀ ਇਮਾਨਦਾਰੀ ਨੂੰ ਮੈਂ ਕਹਿੰਦਾ ਤੁਸੀਂ ਅੱਜ ਤੱਕ ਜੋ ਲਿਖਿਆ ਸਾਰਾ ਇੱਕ ਪਾਸੇ ਰੱਖ ਦਿਓ, ਇਹ ਗਾਣਾ ਇੱਕ ਪਾਸੇ ਰੱਖ ਦਿਓ, ਇਹ ਬਰਾਬਰ ਹੈ। ਭਾਰਤ ਵਰਸ਼ ਦੀ ਕਿਸਮਤ ਦੇ ਕੀ ਕਹਿਣੇ, ਜਦੋਂ ਕਦੇ ਲੁਟੇਰਾ ਹੁਕਮਰਾਨ ਬਣਿਆ, ਸਦੀਆਂ ਤੀਕ ਗੁਲਾਮੀ ਦੇ ਰਹੇ ਸੰਗਲ, ਇਹਨੂੰ ਲੁੱਟਣ ਦਾ ਇੱਥੇ ਹੀ ਸਾਮਾਨ ਬਣਿਆ। ਦੇਬੀ ਬਹੁਤ ਅਮੀਰ ਘਰ ਚ ਜੰਮਿਆ ਮੁੰਡਾ ਸੀ? ਨਹੀਂ ਜੀ, ਬਿਲਕੁਲ ਮੱਧ ਵਰਗੀ ਕਿਸਾਨ। ਕਦੇ ਪੱਠੇ ਪਾਏ? ਬੜੇ ਕੰਮ ਕੋਈ ਗਣਾ ਲਓ ਜੀ। ਅੱਛਾ, ਹਲ ਵੀ ਪਾਇਆ, ਅੱਛਾ, ਸੁਆਗਾ ਵੀ ਦਿੱਤਾ, ਜਿਹੜਾ ਬਲਦਾਨ ਹੁੰਦਾ ਸੀਗਾ, ਬਲਦਾਂ ਵਾਲਾ। ਹਾਂ, ਪਿੰਡ ਮਖਸੂਸਪੁਰ ਆਪਣੇ ਖੇਤ। ਕੀ ਬਾਤ ਹੈ। ਕਦੀ ਹੱਥ ਤੇ ਦਾਤੀ ਲੱਗੀ? ਬੜੀ ਵਾਰ ਬਣ ਕੇ ਮੂੰਹ ਚ ਪਾ ਲੇ, ਉਹਨਾਂ ਨੇ ਕਿਹੜਾ। ਦੇਖੋ ਸਰ, ਮੇਰੇ ਤਾਂ ਦੋ ਚੀਜ਼ਾਂ, ਮੈਚ ਦੇਖਣ ਜਾਣ ਵੀ ਕੁੱਟ ਖਾਦੀ ਕਰ, ਇੱਕ ਸਰ ਖਾੜੇ ਦੇਖਣ ਕਲਾਕਾਰ, ਉਹ ਤਾਂ ਕਹਿੰਦੇ ਗਾਉਣ ਵਾਲੇ ਦੇਖਣ ਜਾਣਾ, ਡੂੜ ਜੋੜੀ ਉਹ ਜਾਣਾ ਹੀ ਜਾਣਾ। ਸਕੂਲੇ ਵੀ ਕੁੱਟ ਖਾਣੀ, ਘਰ ਵੀ ਖਾਣੀ, ਉਹ ਪਰਵਾਹ ਨਹੀਂ। ਉਹ ਤਾਂ ਮਜ਼ਾ ਹੀ ਉਹਦਾ ਹੋਰ ਸੀਗਾ। ਬਹੁਤ ਪੁਰਾਣਾ ਹੋਵੇ ਉਹਦਾ ਨਾਂ ਨਾਲ ਜੋੜ ਦਿੰਦੇ ਆ। ਜੇ ਕਹਣ ਲੱਗਿਆ ਇਹ ਕਿੱਡਾ ਮਾਨਕ ਬਣਿਆ ਆਪਣੇ ਉਦੋਂ ਦਾ ਆਹ ਬੜਾ ਤਰੀਕਿਆਂ ਵਾਲਾ ਗਾਣੇ। ਮੈਂ ਕਿਹਾ ਭਾਜੀ ਤਾਂ ਪਾ ਕੇ ਤਾਂ ਆਪਣੇ ਸਪੀਕਰ ਨਾਲ ਗਾਣਾ ਵੱਜਦਾ ਹਨਾ, ਲੈ ਕਹਿੰਦਾ ਆਹ ਕੂਰ ਹੋਈ ਪਈ ਆ ਸਾਰੇ ਇਲਾਕੇ ਚ। ਬਾਬੂ ਸਿੰਘ ਮਾਨ ਨੂੰ ਕਿਤਾਬ ਸੀ ਇੱਕ ਬਿਰਹੂ ਦੇ ਬੂਟੇ, ਮੈਨੂੰ ਯਾਰ 3 ਰੁਪਏ 75 ਪੈਸੇ ਦੀ ਖਰੀਦੀ ਸੀ ਕੋਟ ਦੇ ਅੱਡੇ ਤੋਂ। ਉਹ ਤੁਰਦਾ ਆਉਂਦਾ, ਮੈਂ ਪੜਦਾ ਹੀ ਆ ਗਿਆ ਸੀ ਘਰ ਨੂੰ। ਪਰ ਮੈਂ ਉਹਦਾ ਦੇਖਿਆ ਕਈ ਨਵੇਂ ਮੁੰਡੇ ਜੀ, ਉਹਨਾਂ ਚ ਕੌਨਫੀਡੈਂਸ ਬਹੁਤ ਆ ਜੀ। ਮੈਂ ਇਹ ਗੱਲ ਦੇਖੀ ਹੈ, ਜੋ ਸ਼ਾਇਦ ਮੈਂ ਜਦੋਂ ਸ਼ੁਰੂ ਕੀਤਾ ਮੇਰੇ ਚ ਉਹਨਾਂ ਨਹੀਂ ਸੀਗਾ। ਤੁਸੀਂ ਉਦਾਂ ਦੀ ਗੱਲ ਕਰਦੇ ਆ, ਉਹਨੂੰ ਵਿਊ ਨਹੀਂ ਮਿਲਦੇ, ਸੁਣਦਾ ਨਹੀਂ ਕੋਈ, ਉਹਨੂੰ ਲੋਕੀ ਉਹਨਾਂ ਸੁਣਦੇ ਨਹੀਂ। ਔਰ ਕਿਤੇ ਨਾ ਕਿਤੇ ਸਰ ਮੈਨੂੰ ਲੱਗਦਾ ਗੱਲ ਹੈਗੀ ਆ 100% ਹੈਗੀ ਆ। ਪਾਰਟੀਸ਼ਨ ਗਾਣਾ ਕੀਤਾ ਹਨਾ, ਉਹਦੇ ਜੇ ਵਿਊਜ਼ ਦੇਖਦੇ ਆ ਦੂਜੇ ਗੀਤਾਂ ਦੇ ਮੁਕਾਬਲੇ ਘੱਟ ਸੀਗਾ। ਇਹ ਹੋ ਨਹੀਂ ਸਕਦਾ ਆਪਾਂ ਕਦੇ 84 ਭੁੱਲ ਜਾਈਏ, ਉਹਦੇ ਬਿਲਕੁਲ ਘੱਟ ਹੈ। ਬਿਲਕੁਲ ਘੱਟ। ਮੈਨੂੰ ਇਹ ਲੱਗਦਾ ਕਿ ਸੋਸ਼ਲ ਮੀਡੀਆ ਨੇ ਖੁਦ ਸਾਨੂੰ ਹੱਕਣਾ ਸ਼ੁਰੂ ਕਰਤਾ, ਪੱਤਰਕਾਰਾਂ ਨੂੰ ਵੀ, ਕਲਾਕਾਰਾਂ ਨੂੰ ਵੀ। ਸਤਿ ਸ਼੍ਰੀ ਅਕਾਲ ਜੀ, ਮੈਂ ਪਰਮਜੀਤ ਸਿੰਘ ਬਾਠ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਵੈਸੇ ਤਾਂ ਸਾਡਾ ਰੋਜ਼ ਵਾਹ ਜਿਹੜਾ ਉਹ ਲੀਡਰਾਂ ਨਾਲ ਪੈਂਦਾ ਹੈ, ਚਾਹੇ ਦੂਰ ਬੈਠਿਆ ਨਾ ਚਾਹੇ ਨੇੜੇ ਬੈਠਿਆ ਨਾ, ਪਰ ਅੱਜ ਗੱਲ ਕਲਾਕਾਰਾਂ ਨਾਲ ਕਰਨੀ ਹੈ। ਵੈਸੇ ਲੀਡਰ ਵੀ ਸਾਡੇ ਕਲਾਕਾਰ ਹੀ ਨੇ, ਉਹ ਵੱਖਰੀ ਤਰ੍ਹਾਂ ਦੇ ਕਲਾਕਾਰ ਨੇ, ਪਰ ਜਿਹੜੇ ਅਸਲੀ ਕਲਾਕਾਰ ਹੈ ਉਹਨਾਂ ਦੇ ਅੰਗ ਸੰਗ ਵਿਚਰਨ ਦਾ ਮੌਕਾ ਜਿਹੜਾ ਉਹ ਬਹੁਤ ਘੱਟ ਮਿਲਿਆ। ਪਰ ਅੱਜ ਇੱਕ ਐਸੇ ਸ਼ਖਸ ਦੇ ਨਾਲ ਆਪਾਂ ਗੱਲਬਾਤ ਕਰਨੀ ਹੈ, ਜਿਸ ਸ਼ਖਸ ਦੀ ਉਮੀਦਾਂ ਦੇ ਚਿਰਾਗ ਜਿਹੜੇ ਆ ਉਹ ਮੇਰੇ ਘਰ ਦੀ ਆਪਦੀ ਅਲਮਾਰੀ 'ਚ ਪਏ ਆ, ਤੇ ਉਹ ਕਿੰਨੀ ਦੇਰ ਮੈਂ ਜਗਦੇ ਰੱਖਦਾ ਇਹ ਤਾਂ ਮੇਰੇ 'ਤੇ ਨਿਰਭਰ ਕਰਦਾ, ਕਿਉਂਕਿ ਸ਼ਬਦ ਦੇ ਨਾਲ ਜੁੜੇ ਰਹਿਣਾ ਬਹੁਤ ਜ਼ਰੂਰੀ ਹੈ। ਦੇਬੀ ਮਖਸੂਸਪੁਰੀ ਹੋਰੀ ਹਾਜ਼ਰ ਨੇ, ਪਰ ਮੈਂ ਇਹ ਗੱਲ ਬਿਲਕੁਲ ਕਲੀਅਰ ਕਰਦਾ ਕਿ ਦੋ ਬੰਦੇ ਸਮਾਜ ਦੇ ਉੱਤੇ ਸਭ ਤੋਂ ਵੱਧ ਪ੍ਰਭਾਵ ਪਾਉਂਦੇ, ਇੱਕ ਲੀਡਰ ਤੇ ਦੂਸਰੇ ਕਲਾਕਾਰ। ਕਿਉਂਕਿ ਅਸੀਂ ਲੀਡਰਾਂ ਨੂੰ ਵੀ ਕਾਪੀ ਕਰਦੇ ਹਾਂ ਤੇ ਕਲਾਕਾਰਾਂ ਨੂੰ ਤਾਂ ਕਾਪੀ ਕਰਨਾ ਹੀ ਹੁੰਦਾ। ਸਮਾਜ ਦੇ ਉੱਤੇ ਬਹੁਤ ਵੱਡਾ ਪ੍ਰਭਾਵ ਪਾਉਂਦੇ ਤੇ ਇਹ ਆਪਣੀਆਂ ਜ਼ਿੰਮੇਵਾਰੀਆਂ ਨਾ ਨਿਭਾਉਣ ਥੋੜਾ ਜਿਹਾ ਔਖਾ ਹੋ ਜਾਂਦਾ। ਅੱਜ ਹਲਕੀਆਂ ਫੁਲਕੀਆਂ ਦੀਆਂ ਗੱਲਾਂ ਕਰਦੇ ਹਾਂ, ਕੁਝ ਮੇਰੇ ਆਪਣੇ ਸਵਾਲ ਨੇ, ਕੁਝ ਤੁਹਾਡੇ ਹੋਣਗੇ, ਤੇ ਦੇਬੀ ਭਾ ਦਾ ਸਵਾਗਤ ਕਰਦੇ ਹਾਂ। ਸਵਾਗਤ ਹੈ ਜੀ ਪ੍ਰਾਈਮ ਏਸ਼ੀਆ ਤੇ। ਬਟ ਸਾਹਿਬ ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰਾ ਪਿਆਰ ਸਤਿਕਾਰ ਭਰਿਆ ਸਤਿ ਸ਼੍ਰੀ ਅਕਾਲ। ਬਹੁਤ ਸਾਰੇ ਯਾਦਾਂ। ਦੇਬੀ ਭਾਜੀ ਗੱਲ ਇੱਦਾਂ ਕਿ ਉਮਰ 'ਚ ਤਾਂ ਬਹੁਤਾ ਫਰਕ ਨਹੀਂ ਹੋਣਾ ਆਪਣਾ, ਪਰ ਮੈਂ ਛੋਟਾ ਹੁੰਦਾ ਸੁਣਦਾ ਤੁਹਾਨੂੰ ਤੇ ਕਿਉਂਕਿ ਹਰ ਇੱਕ ਬੰਦਾ, ਚਾਹੇ ਉਹ ਪੱਤਰਕਾਰ ਹੈ ਚਾਹੇ ਉਹ ਲੀਡਰ ਆ, ਕਿਉਂਕਿ ਕਲਾ ਤੋਂ ਉਹ ਕਦੇ ਵੀ ਦੂਰ ਨਹੀਂ ਹੁੰਦਾ। ਜੀ ਭਾਜੀ ਬਿਲਕੁਲ, ਕਲਾ ਜ਼ਿੰਦਗੀ ਦਾ ਹਿੱਸਾ ਹੀ ਆ ਜੀ। ਜ਼ਿੰਦਗੀ ਨੂੰ ਕਲਾ ਤੋਂ ਪਾਸੇ ਨਹੀਂ ਕਰ ਸਕਦੇ, ਕਲਾ ਨੂੰ ਤੋਂ ਜ਼ਿੰਦਗੀ ਨੂੰ ਕੱਢ ਨਹੀਂ ਸਕਦੇ ਹਨ। ਅੱਜ 4 ਚੀਜ਼ਾਂ ਤੁਹਾਡੇ ਤੋਂ ਅਸੀਂ ਕਲੀਅਰ ਕਰਨੀਆਂ ਜੀ। ਜੀ, ਇੱਕ ਤੁਹਾਡੇ ਅਗਲੇ ਪ੍ਰੋਗਰਾਮ ਕਿਹੜੇ ਆ ਜੀ, ਇੱਕ ਪਿਛਲੇ ਸਮੇਂ ਦੇ ਵਿੱਚ ਕੀ ਗਾਇਆ ਤੇ ਕੀ ਲਿਖਿਆ ਜੀ ਭਾਜੀ, ਤੇ ਸਭ ਤੋਂ ਵੱਡੀ ਗੱਲ ਜਿਹੜੀ ਮੇਰੇ ਆਪਣੇ ਮਨ ਦੀ ਹੈ ਜੀ ਭਾਜੀ, ਜਦੋਂ ਕੋਈ ਬੰਦਾ ਵੱਡਾ ਬਣ ਜਾਂਦਾ ਨਾ, ਵੱਡਾ ਆਗੂ, ਵੱਡਾ ਕਲਾਕਾਰ, ਤਾਂ ਜਿਹੜੇ 99.9% ਸਮਾਜ ਦੇ ਲੋਕ ਹੁੰਦੇ ਆ ਜਿਹੜੇ ਖੁਦ ਵੱਡਾ ਹੋਣਾ ਚਾਹੁੰਦੇ ਆ ਜੀ ਜੀ, ਉਹਨਾਂ ਨੂੰ ਐਂ ਲੱਗਦਾ ਹੁੰਦਾ ਕਿ ਇਹ ਵੱਡੇ ਹੀ ਨੇ ਸ਼ੁਰੂ ਤੋਂ ਜੀ ਜੀ ਜੀ, ਪਰ ਹਰ ਬੰਦਾ ਕਿਤੇ ਨਾ ਕਿਤੇ ਛੋਟੇ ਤੋਂ ਵੱਡਾ ਹੋਇਆ ਹੁੰਦਾ ਜੀ ਭਾਜੀ। ਤੇ ਜੇ ਅਸੀਂ ਆਪਣਾ ਸਫ਼ਰ ਬਹੁਤ ਚੰਗੇ ਤਰੀਕੇ ਲੋਕਾਂ ਨੂੰ ਦੱਸ ਸਕੀਏ ਤਾਂ ਸ਼ਾਇਦ ਬਹੁਤ ਸਾਰੇ ਜਿਹੜੇ ਇਸ ਵੇਲੇ ਸੰਘਰਸ਼ ਕਰ ਰਹੇ ਨੇ ਜੀ ਭਾਜੀ, ਚਾਹੇ ਉਹ ਨੌਕਰੀ ਲੈਣ ਦੇ ਲਈ, ਚਾਹੇ ਉਹ ਕਲਾਕਾਰ ਬਣਨ ਦੇ ਲਈ, ਚਾਹੇ ਪੱਤਰਕਾਰ ਬਣਨ ਲਈ, ਤਾਂ ਸ਼ਾਇਦ ਉਹਨਾਂ ਨੂੰ ਸੇਧ ਮਿਲ ਜੂ। ਕਿਉਂਕਿ ਆਮ ਤੌਰ ਤੇ ਖੜੋਤ ਜਿਹੜੀ ਹੈ ਨਾ ਬੰਦੇ ਨੂੰ ਨਿਰਾਸ਼ ਕਰ ਦਿੰਦੀ ਹੈ ਜੀ ਜੀ। ਮੈਂ ਗੱਲ ਉੱਥੋਂ ਹੀ ਸ਼ੁਰੂ ਕਰਨੀ ਹੈ ਜੀ। ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਦੇਬੀ ਮਖਸੂਸਪੁਰੀ ਉਹ ਸ਼ਾਇਰ ਹੈ, ਉਹ ਕਲਾਕਾਰ ਹੈ, ਉਹ ਕਲਮਕਾਰ ਹੈ ਜਿਹੜਾ ਲੋਕਾਂ ਨੂੰ, ਆਪਣੇ ਪਾਠਕਾਂ ਨੂੰ, ਆਪਣੇ ਸਰੋਤਿਆਂ ਨੂੰ ਇਹ ਕਹਿੰਦਾ ਕਿ ਭਾਈ ਮੇਰੇ ਸ਼ੇਰਾਂ ਨੂੰ ਤੂੰ ਚਿੱਠੀ ਵਾਂਗ ਖਤ ਵਾਂਗ ਪੜ੍ਹੀ ਜੀ ਜੀ ਜੀ। ਤੇ ਉਹ ਬਾਰ-ਬਾਰ
ਇਹ ਵੀ ਨਹੀਂ ਕਹਿੰਦਾ ਕਿ ਭਾਈ ਮੈਂ ਸਰਬਗੁਣ ਸੰਪੰਨ ਆ, ਉਹ ਇਹ ਕਹਿੰਦਾ ਕਿ ਕੋਈ ਕਮੀ ਮੇਰੇ 'ਚ ਹੋਊਗੀ ਨਾ, ਜੀ ਜੀ, ਕਿ ਜੇ ਕੋਈ ਗੱਲ ਹੋਏਗੀ। ਤੁਸੀਂ ਥੋੜਾ ਵੱਖਰੇ ਤਰ੍ਹਾਂ ਦੇ ਹੋ, ਮੈਨੂੰ ਇਹ ਜ਼ਰੂਰ ਦੱਸਿਓ ਕਿ ਦੇਬੀ ਮਖਸੂਸਪੁਰੀ ਸ਼ੁਰੂ ਤੋਂ ਹੀ ਚੰਨ ਤੇ ਹੀ ਰਿਹਾ, ਐਨ ਟੌਪ ਤੇ ਹੀ ਰਿਹਾ, ਕਿ ਸੰਘਰਸ਼ ਕਰਨਾ ਪਿਆ? ਵੀਰ ਜੀ, ਮੈਂ ਬਾਠ ਸਾਹਿਬ ਇੱਕ ਅਕਸਰ ਮੁਲਾਕਾਤਾਂ ਜ਼ਿਕਰ ਕਰਦੇ ਹਾਂ ਕਿ ਸ਼ੁਰੂਆਤ ਮੇਰੀ ਮਤਲਬ ਲਿਖਣ ਤੋਂ ਹੋਈ, ਗੀਤਕਾਰੀ ਤੋਂ ਹੋਈ। ਤਾਂ ਉਸ ਤੋਂ ਪਹਿਲਾਂ ਵੀ ਜੇ ਮੈਂ ਹਮੇਸ਼ਾ ਮੈਂ ਦੋ ਪਹਿਲੂ ਮੈਂ ਜ਼ਿੰਦਗੀ ਦੇ ਜ਼ਿਕਰ ਕਰਦਾ ਹਾਂ ਕਿ ਜਦੋਂ ਸੁਰਤ ਸੰਭਾਲੀ ਸੀ ਪਹਿਲਾਂ, ਤੇ ਫੁੱਟਬਾਲ ਦਾ ਬਹੁਤ ਕਰੇਜ਼ ਸੀ, ਸੌਕਰ ਦਾ। ਸਾਡਾ ਏਰੀਆ ਮਾਲਪੁਰ ਦਾ ਬਹੁਤ ਵੱਡੇ ਸਟਾਰ, ਏਸ਼ੀਆ ਲੈਵਲ ਸਟਾਰ ਸਾਡੇ ਪਿੰਡਾਂ ਚੋਂ ਪਲੇਅਰ ਉੱਠੇ ਸੀਗੇ। ਉਦੋਂ ਕਿਤੇ ਨਾ ਕਿਤੇ ਹੁੰਦਾ ਸੀ ਯਾਰ ਅਸੀਂ ਇਹਨਾਂ ਵਰਗਾ ਫੁੱਟਬਾਲ ਖੇਡਣਾ ਕਿਤੇ, ਹੈ ਨਾ। ਕਾਲਜ ਯੂਨੀਵਰਸਿਟੀ ਲੈਵਲ ਤੱਕ ਫੁੱਟਬਾਲ ਖੇਡੇ ਹਨ। ਤੇ ਉਦੋਂ ਸਿਰਫ ਇਹ ਹੁੰਦਾ ਸੀ ਕਿਤਾਬਾਂ ਪੜ੍ਹਨ ਦਾ ਸ਼ੌਕ ਸੀ, ਤੇ ਗਾਣੇ ਦਾ ਮਿਊਜ਼ਿਕ ਆਪਣੇ ਖੂਨ 'ਚ ਵਸਿਆ ਪੰਜਾਬੀਆਂ ਦੇ, ਹੈ ਨਾ। ਗੁਰਜੀ ਪਾਤਰ ਸਾਹਿਬ ਦਾ ਸ਼ੇਰ ਹੈ, ਲੋਰੀਆਂ ਫਿਰ ਘੋੜੀਆਂ ਫਿਰ ਸੋਹਲੇ, ਲੋਕ ਤੋਂ ਪਰਲੋਕ ਤਾਈਂ ਗੀਤਾਂ ਦਾ ਪੁਲ, ਹੈ ਨਾ। ਕੀ ਬਾਤ। ਅਸੀਂ ਪੰਜਾਬੀ ਗੀਤਾਂ ਜਨਮਦੇ ਹਾਂ, ਗੀਤਾਂ ਦੇ ਪ੍ਰਵਾਨ ਚੜ੍ਹਦੇ ਹਾਂ, ਗੀਤਾਂ 'ਚ ਦੁਨੀਆ 'ਚੋਂ ਚਲੇ ਜਾਂਦੇ ਹਨ, ਚਲੇ ਜਾਂਦੇ। ਸੋ ਉਹ ਬਸ ਉਹ ਨਾਲ ਦੀ ਨਾਲ ਜਦੋਂ ਇੱਕ ਟਰੈਕ ਖਤਮ ਹੋਇਆ ਜਾਂ ਸਪੋਰਟਸ ਛੱਡਤੀ, ਪੜ੍ਹਨਾ ਛੱਡਤਾ, ਤੇ ਵਿੱਚ ਦੀ ਉਦੋਂ ਮਤਲਬ ਗਾਣਿਆਂ ਦਾ ਲਿਖਣਾ ਸ਼ੁਰੂ ਹੋ ਗਿਆ ਸੀ। ਪਹਿਲਾ ਗਾਣਾ ਵੀ ਲਿਖਿਆ ਮਾਨਕ ਸਾਹਿਬ ਦੀ ਆਵਾਜ਼ 'ਚ ਰਿਕਾਰਡ ਹੋ ਗਿਆ ਸੀ ਕਾਲਜ ਹੁੰਦੇ। ਤੇ ਬਸ ਫਿਰ ਉਦੋਂ ਵੀ ਇੱਕਦਮ ਉਹ ਚੀਜ਼ ਵਿਸਰ ਗਈ, ਸਪੋਰਟਸ ਪਾਸੇ ਰਹਿ ਗਏ। ਫਿਰ ਬਸ ਇੱਧਰ ਨੂੰ, ਕਿਉਂਕਿ ਤੁਹਾਨੂੰ ਸਵਾਰ ਕਿਤੇ ਨਾ ਕਿਤੇ ਬਚਪਨ ਤੋਂ ਹੀ ਕਿਤਾਬਾਂ ਪੜ੍ਹਨ ਦਾ ਸੀਗਾ ਵੀ ਲੇਖਕ ਪੜ੍ਹਨੇ, ਨਾਵਲ ਪੜ੍ਹਨੇ ਜਾਂ ਪ੍ਰੋਜ਼ ਪੜ੍ਹਨੀ ਜ਼ਿਆਦਾ, ਮੈਂ ਨਜ਼ਮਾਂ ਨਾਲੋਂ ਜ਼ਿਆਦਾ ਵਾਰਤਕ ਜ਼ਿਆਦਾ ਪੜ੍ਹਿਆ। ਠੀਕ ਹੈ। ਪਹਿਲਾਂ ਤੋਂ ਨਾ ਮਨ 'ਚ ਹੁੰਦਾ ਵੀ ਯਾਰ ਇਹ ਕਿੱਦਾਂ ਲਿਖਦੇ ਹੋਣਗੇ ਲੋਕੀ। ਸਰ ਨਾਨਕ ਸਿੰਘ, ਜਸਵੰਤ ਸਿੰਘ ਕੰਵਲ, ਗੁਰਦਿਆਲ ਸਿੰਘ ਜੀ, ਬਲਵੰਤ ਗਾਰਗੀ ਸਾਹਿਬ, ਇਹ ਕਿੱਦਾਂ ਐਡੀਆਂ ਚੀਜ਼ਾਂ ਲਿਖ ਜਾਂਦੇ ਨਾ। ਕਿਤੇ ਮਨ 'ਚ ਕਿਉਰਿਓਸਿਟੀ ਰਹਿੰਦੀ ਸੀਗੀ ਜੀ। ਤਾਂ ਬਸ ਹੌਲੀ ਹੌਲੀ ਇੱਧਰ ਨੂੰ ਚਲੋ ਮੈਂ ਗੀਤਕਾਰੀ 'ਚ ਸ਼ੁਰੂ ਹੋਇਆ, ਗੀਤਕਾਰੀ 'ਚ ਹੀ ਹਜੇ ਤੁਸੀਂ, ਫਿਰ ਨਾਲ ਸਿੰਗਿੰਗ ਸਟਾਰਟ ਹੋ ਗਈ, ਵੱਖਰੀ ਗੱਲ। ਪਰ ਉਹ ਇੱਦਾਂ ਲੱਗਾ ਨਹੀਂ, ਇੱਕ ਮਜ਼ੇਦਾਰ ਜਿਹਾ ਕੰਮ ਰਿਹਾ ਜੀ। ਵੀ ਜਾਣੀ ਇੱਦਾਂ ਲੱਗਾ ਵੀ ਬਹੁਤ ਮੈਂ ਮੁਸ਼ਕਿਲ ਦੇਖ ਰਿਹਾ, ਮੈਂ ਕੋ ਪਹਾੜ ਨੂੰ ਹੱਥ ਪਾਉਣਾ ਜਾਂ ਉੱਥੇ ਚੜ੍ਹਨਾ ਨਾ। ਇੱਕ ਜਨੂਨ ਅੰਦਰ, ਇਸ਼ਕ ਸੀਗਾ, ਇੱਕ ਲਗਨ ਸੀ। ਤੇ ਉਹ ਪਹਿਲਾਂ ਸਪੋਰਟਸ ਦੀ ਸੀਗੀ, ਜੋ ਜਿਸ ਕੇ ਲੈਵਲ ਤੱਕ ਸਪੋਰਟਸ ਕੀਤੀ, ਉਹ ਟਰੈਕ ਨਿਕਲ ਗਿਆ ਜੀ। ਤੇ ਫਿਰ ਇਹ ਟਰੈਕ ਚੜ੍ਹ ਗਿਆ ਜੀ। ਫਿਰ ਜਿੱਦਾਂ ਕਰਕੇ ਆਲਾ ਦੁਆਲਾ ਦੇਖ ਕੇ, ਹੋਰ ਆਪਣੇ ਸੀਨੀਅਰਸ ਨੂੰ ਦੇਖ ਕੇ, ਅੱਛਾ ਯਾਰ ਵੀ ਇੱਦਾਂ ਦਾ ਵੀ ਲਿਖਿਆ ਜਾਂਦਾ, ਇਹੋ ਜਿਹੇ ਲੋਕ ਵੀ ਲੇਖਕ ਬੈਠੇ, ਸ਼ਾਇਰ ਬੈਠੇ, ਅੱਗੇ ਤੋਂ ਅੱਗੇ ਵੱਧਦਾ ਰਿਹਾ। ਹਾਂਜੀ ਹਾਂਜੀ। ਫਿਰ ਉਹਨਾਂ ਨੂੰ ਦੇਖ ਕੇ ਆਬਜ਼ਰਵੇਸ਼ਨ, ਹੋਰ ਪੜ੍ਹਨਾ, ਸੁਣਨਾ, ਗੁੜਨਾ, ਤੋਂ ਚੱਲਦਾ ਰਿਹਾ ਜੀ ਹੌਲੀ ਹੌਲੀ। ਅੱਛਾ ਦੇਬੀ ਭਾਜੀ, ਮੈਨੂੰ ਇੱਕ ਗੱਲ ਦੱਸਿਓ, ਕਿਉਂਕਿ ਅੱਜ ਮੈਂ, ਤੁਸੀਂ ਇਹ ਮੰਨ ਕੇ ਚੱਲੋ ਕਿ ਜਿਹੜੇ ਨਵੇਂ ਗੀਤਕਾਰ ਨੇ ਤੇ ਨਵੇਂ ਕਲਾਕਾਰ ਆ, ਉਹਨਾਂ ਨੂੰ ਬੈਠ ਕੇ ਸਵਾਲ ਪੁੱਛਦਾ, ਕਿਉਂਕਿ ਸਾਨੂੰ ਪੱਤਰਕਾਰਾਂ ਨੂੰ ਆਦਤ ਜੀ ਹੁੰਦੀ ਆ। ਜੀ ਜੀ। ਤੇ ਇਹ ਦੱਸਿਓ ਕਿ ਆਮ ਤੌਰ ਦੇ ਉੱਤੇ ਬਹੁਤ ਸਾਰੇ ਨੌਜਵਾਨ ਮਿਲਦੇ ਆ, ਮੁੰਡੇ ਕੁੜੀਆਂ, ਉਹ ਕਹਿੰਦੇ ਜੀ ਅਸੀਂ ਲਿਖਦੇ ਹਾਂ, ਅਸੀਂ ਗੀਤ ਲਿਖਦੇ ਹਾਂ ਜੀ, ਕੋਈ ਗਾ ਦੇਵੇ ਤਾਂ ਚੰਗਾ। ਹੁਣ ਤਾਂ ਵੈਸੇ ਪਲੇਟਫਾਰਮ ਬਹੁਤ ਹੋ ਗਏ, ਬੰਦੇ ਬਿਲਕੁਲ ਸੋਸ਼ਲ ਮੀਡੀਆ ਹੁਣ ਹਾਂਜੀ ਆ ਗਿਆ। ਤੁਹਾਡੇ ਕੋਲ ਸ਼ਬਦ ਬਹੁਤ ਹੁੰਦੇ ਆ, ਤੁਸੀਂ ਇੱਕ ਗੀਤ ਦੇ ਵਿੱਚ ਐਸੇ ਸ਼ਬਦ ਪਰੋ ਦਿੰਦੇ ਹੋ ਜਿਹੜੇ ਕਿ ਆਮ ਬੰਦਾ ਸੋਚਦਾ ਯਾਰ ਜੇ ਮੈਂ ਇਹ ਲਿਖਦਾ ਤਾਂ ਮੈਂ ਆਹ ਸ਼ਬਦ ਕਦੇ ਨਾ ਪਾ ਸਕਦਾ, ਕਿਉਂਕਿ ਉਹਨੇ ਕਈ ਵਾਰੀ ਪੜ੍ਹਿਆ ਸੁਣਿਆ ਪਹਿਲੀ ਵਾਰੀ ਹੁੰਦਾ। ਜੀ ਜੀ। ਇੱਕ ਨਵਾਂ ਲਿਖਣ ਵਾਲਾ ਜਾਂ ਨਵਾਂ ਗੀਤਕਾਰ, ਪੱਤਰਕਾਰ, ਕੋਈ ਵੀ, ਕਿਉਂਕਿ ਅਸੀਂ ਵੀ ਸ਼ਬਦਾਂ ਨਾਲ ਹੀ ਖੇਡਣਾ ਜੀ। ਬਿਲਕੁਲ ਬਿਲਕੁਲ। ਉਹਦੇ ਕੋਲ ਪੰਜਾਬੀ ਭਾਸ਼ਾ ਦੇ ਸ਼ਬਦ ਕਿੱਥੋਂ ਆਉਣ? ਉਹਨਾਂ ਨੂੰ ਉਹ ਕੋਈ ਜਨਮ ਦੇ ਸਮੇਂ ਤੋਂ ਆਉਂਦੇ ਆ, ਉਹ ਖਾਨਦਾਨੀ ਆਉਂਦੇ ਆ, ਜਾਂ ਫਿਰ ਉਹਦੇ ਲਈ ਪੜ੍ਹਨਾ ਪੈਂਦਾ? ਜੇ ਗੀਤ ਲਿਖਣੇ ਆ ਤਾਂ ਇਕੱਲੇ ਗੀਤ ਪੜ੍ਹਨੇ ਆ, ਗੀਤ ਸੁਣਨੇ ਆ? ਤੁਸੀਂ ਪਹਿਲਾਂ ਦੱਸਿਆ ਤੁਸੀਂ ਵਾਰਤਕ ਪੜ੍ਹੀ ਆ, ਉਹ ਸਫ਼ਰ ਜ਼ਰੂਰ ਦੱਸਿਓ ਕਿ ਅੱਜ ਇਸ ਵੇਲੇ ਜਦੋਂ ਦੇਬੀ ਕੋਈ ਗੀਤ ਲਿਖਦਾ, ਜਿਹੜੇ ਸ਼ਬਦ ਪਰੋਂਦਾ ਜੀ, ਕਿੰਨੇ ਦਹਾਕੇ ਪਹਿਲਾਂ ਦੇ ਉਹ ਸ਼ਬਦ ਪੜ੍ਹਨੇ ਸ਼ੁਰੂ ਕੀਤੇ ਸਿਲੇਬਸ ਤੋਂ ਇਲਾਵਾ? ਜੀ ਭਾਜੀ, ਇਹ ਮੈਂ ਇਸ ਤਰ੍ਹਾਂ ਸੋਚਦਾ ਜੀ, ਜਿਹੜਾ ਰਾਈਟਰ ਬੰਦਾ ਆ, ਜਿਹਦਾ ਐਕਟਰ ਆ, ਉਹ ਆਬਜ਼ਰਵ ਕਰਦਾ ਫੇਸ ਨੂੰ, ਚਿਹਰੇ ਨੂੰ, ਉਹਦੀ ਬੋਡੀ ਲੈਂਗੁਏਜ ਨੂੰ, ਗੱਲ ਕਰਨ ਦਾ ਤਰੀਕਾ, ਉੱਠਣ ਬਹਿਣ ਦਾ, ਵੇਖਣ ਦਾ ਤਰੀਕਾ। ਕੋਈ ਵੀ ਜਿੱਦਾਂ ਮੈਂ ਗੁਰਪ੍ਰੀਤ ਘੁੱਗੀ ਭਾਅ ਨੂੰ ਕਿਤੇ ਇਕੱਠੇ ਹੋਈਏ ਨਾ, ਕਿਉਂਕਿ ਮੈਂ ਕਈ ਵਾਰ ਉਹਨੂੰ ਪੁੱਛਦਾ ਨਾ, ਭਾਈ ਸਾਹਿਬ ਤੁਸੀਂ ਇਹਨੂੰ ਦੇਖ ਲਿਆ? ਮਤਲਬ ਕਿ ਹਸਪੀਟਲ ਗਏ ਆ, ਕਹਿੰਦੇ ਹਾਂ ਮੈਂ ਡਾਕਟਰ ਦੇਖ ਲਿਆ ਵੀ ਉਹ ਕਿੱਦਾਂ ਉਹ ਚੈੱਕ ਕਰਦਾ ਹੈ ਨਾ। ਕਹਿੰਦਾ ਇਹ ਅੰਦਰ ਕਹਿੰਦੇ ਬਸ ਜਮਾ ਹੋ ਗਿਆ, ਜਦੋਂ ਕਿਤੇ ਡਾਕਟਰ ਦਾ ਕੋਈ ਕਰੈਕਟਰ ਕਰਨਾ ਹੋਇਆ, ਇਸ ਵਿੱਚ ਦੱਬਣਾ ਤੇ ਸਾਹਮਣੇ ਆ ਜਾਣਾ। ਮੈਂ ਬੜੀ ਕਾਫੀ 15 ਸਾਲ ਪਹਿਲੀ ਗੱਲ ਆ। ਤਾਂ ਕਿਤੇ ਨਾ ਕਿਤੇ ਮੈਂ ਆਪਣੇ ਬਾਰੇ ਵੀ ਸੋਚਦਾ ਵੀ ਜਿੰਨਾ ਲਿਖਣ ਵਾਲੇ ਲਈ ਵੀ ਜਿਹੜੀ ਸ਼ਬਦਾਵਲੀ ਆ, ਤੁਸੀਂ ਇੱਕ ਤਾਂ ਜੇ ਚੰਗਾ ਪੜ੍ਹਿਆ ਹੋਇਆ ਜੀ, ਪਰ ਬਾਕੀ ਸਮਾਜ 'ਚੋਂ ਰਹਿ ਕੇ ਚੀਜ਼ਾਂ ਆਪਾਂ ਬਹੁਤ ਲੈਂਦੇ ਹਾਂ ਜੀ। ਇਹ ਗੱਲ ਕਥ ਜਿਹੜੀ ਆਪਾਂ ਕਰਦੇ ਹਾਂ ਆਮ ਲੋਕਾਂ ਨਾਲ, ਕਿਸੇ ਵੀ ਵਿਚਰਦੇ ਜਗ੍ਹਾ ਤੇ ਕਈ ਵਾਰ ਬਹੁਤ ਨਵੀਆਂ ਗੱਲਾਂ ਮਿਲ ਜਾਂਦੀਆਂ, ਕੋਈ ਨਵਾਂ ਸ਼ਬਦ ਮਿਲ ਜਾਂਦਾ, ਜਾਂ ਨਵਾਂ ਐਸਾ ਸਲੈਂਗ, ਕੋਈ ਫਿਕਰਾ ਮਿਲਦਾ ਨਾ, ਜਾਂ ਕਹਾਵਤਾਂ ਜਿਹੜੀਆਂ ਰੂਹ ਆ ਗੀਤਾਂ ਦੀ, ਲੋਕ ਗੀਤਾਂ 'ਚ, ਕਹਾਵਤਾਂ, ਸ਼ੇਅਰਾਂ 'ਚ, ਜਿਹੜੀ ਜ਼ਿੰਦਗੀ ਨਾਲ ਜਿਹੜੀਆਂ ਇੱਕ ਮੂਲ ਰੂਪ ਆ ਜ਼ਿੰਦਗੀ ਦਾ, ਇਹ ਮਤਲਬ ਸਾਡਾ ਇੱਕ ਪਿਛੋਕੜ ਆ, ਧਰਾਤਲ ਆ ਸਾਡਾ ਪੰਜਾਬੀਅਤ ਦਾ, ਉਹ ਪੁਰਾਣੀਆਂ ਲੋਕ ਕਹਾਣੀਆਂ 'ਚ ਪਿਆ, ਲੋਕ ਗੀਤਾਂ 'ਚ ਪਿਆ, ਲੋਕ ਕਿੱਸਿਆਂ 'ਚ ਪਿਆ। ਉਹ ਜਿਹੜੇ ਕਿਤੇ ਨਾ ਕਿਤੇ ਪੜ੍ਹੇ ਆ ਪੁਰਾਣੇ ਕੰਮ ਆਉਂਦੇ ਸਰ। ਤੇ ਫਿਰ ਜਦੋਂ ਆਪਾਂ ਲਗਾਤਾਰ ਬਹਿਣਾ, ਜੁੜਿਆ ਰਹਿਣਾ ਬੰਦਾ ਜ਼ਰੂਰੀ ਹੈ, ਮੈਂ ਸਮਝਦਾ। ਬਿਲਕੁਲ ਠੀਕ ਹੈ। ਲੇਖਕ ਲਈ ਵੀ, ਐਕਟਰ ਲਈ ਵੀ, ਜਿੰਨਾ ਮੈਂ ਸਮਝਦਾ, ਜਾਣੀ ਐਕਟਰ ਵੀ ਨਵੇਂ ਕਰੈਕਟਰਾਂ ਨੂੰ ਦੇਖੇਗਾ ਤਾਂ ਉਹ ਦੇਖੇਗਾ ਅੱਛਾ ਯਾਰ ਮੈਂ ਆਹ ਕਿਤੇ ਕਰੈਕਟਰ ਕਿਤੇ ਕਰਾਂਗਾ, ਹੈ ਨਾ। ਬਿਲਕੁਲ ਠੀਕ ਹੈ। ਸਾਨੂੰ ਲਿਖਣ ਵਾਲੇ ਨੂੰ ਇੱਦਾਂ ਵੀ ਅਸੀਂ ਕਿਤੇ ਨਾ ਕੋਈ ਗੱਲ ਸੁਣ ਕੇ ਲਿਖਦੇ, ਅੱਛਾ ਯਾਰ ਆਹ ਯਾਰ ਬੰਦਾ ਕਿੰਨੇ
ਘੁਮਾ ਕੇ ਲਿਆਉਂਦਾ ਗੱਲ ਨੂੰ ਐਨ ਮਤਲਬ ਮੁਹਾਵਰੇਦਾਰ ਬੜੇ ਲੋਕੀ ਮਿਲਦੇ ਆ ਹਨ ਪੁਰਾਣੀ ਉਮਰ ਦੇ ਵੀ ਹੈਗੇ ਆ ਤੇ ਯੰਗ ਵੀ ਕਈ ਮੁੰਡੇ ਹੈਗੇ ਜਿਹੜੇ ਕਿਤਾਬਾਂ ਪੜ੍ਹਦੇ ਆ ਖਾਸ ਕਰ ਮਾਲਵਾ ਖੇਤਰ ਦੇ ਜੀ ਉਹਨਾਂ ਸ਼ਬਦ ਮੈਨੂੰ ਲੱਗਦਾ ਕਿ ਸਾਡੇ ਦੁਆਬੇ ਨਾਲ ਉਹਨਾਂ ਕੋਲ ਸ਼ਬਦਾਵਲੀ ਜ਼ਿਆਦਾ ਹਾਂਜੀ ਬਿਲਕੁਲ ਤੇ ਮੇਰੇ ਜਿੰਨੇ ਫੈਨ ਮੈਨੂੰ ਮਿਲਣ ਆਉਂਦੇ ਯੰਗ ਬੱਚੇ ਨਾ ਤਾਂ ਉਹ ਜ਼ਿਆਦਾਤਰ ਇਧਰੋਂ ਮਾਨਸਾ ਬੈਲਟ ਤੋਂ ਇਧਰੋਂ ਬੜੇ ਆਉਂਦੇ ਆ ਤੇ ਉਹ ਵੀ ਮੈਂ ਕਿਹਾ ਵੀ ਉਹਨਾਂ ਦੇ ਕੁਦਰਤੀ ਉਹਨਾਂ ਦੀ ਮਿੱਟੀ 'ਚ ਇਹ ਚੀਜ਼ਾਂ ਉਹਨਾਂ ਨੂੰ ਇਹ ਜਾਨੀ ਬਚਪਨ ਤੋਂ ਮਿਲੀਆਂ ਨਵੇਂ ਮੁੰਡੇ ਪੋਇਟ ਉੱਠੇ ਹਰਮਨਜੀਤ ਮੁੰਡਾ ਲੌਂਗ ਲਾਚੀ ਵਾਲਾ ਮੈਂ ਮਿਲਣ ਦਾ ਮੌਕਾ ਮਿਲਿਆ ਕਈ ਮੁੰਡੇ ਹੈਗੇ ਉਹ ਪੜ੍ਹਦੇ ਵੀ ਬਹੁਤ ਆ ਲਿਟਰੇਚਰ ਬਹੁਤ ਪੜ੍ਹਿਆ ਉਹਨਾਂ ਨੇ ਤੇ ਪਰ ਉਹ ਜਿਹੜੀ ਰੋਜ਼ ਦੀ ਜ਼ਿੰਦਗੀ 'ਚੋਂ ਆਪਾਂ ਚੀਜ਼ ਓਬਜ਼ਰਵ ਕਰਦੇ ਆ ਨਾ ਉਹ ਮੁਹਾਵਰੇ ਗੱਲ ਕਹਿਣ ਦਾ ਤਰੀਕਾ ਠੇਠ ਠੁੱਕ ਜਾ ਵੱਜਣਾ ਨਾ ਗੱਲ ਜਿਹੜਾ ਹਨਾ ਮਤਲਬ ਸੋਲਿਡ ਪਾਉਣਾ ਨਹੀਂ ਆਪਾਂ ਉਹ ਪਰ ਸਾਡਾ ਆਬਜ਼ਰਵੇਸ਼ਨ ਹੀ ਆ ਮੇਰੇ ਹਿਸਾਬ ਨਾਲ ਜਦੋਂ ਤੁਹਾਡੇ ਗੀਤ ਰਿਕਾਰਡ ਹੋਣ ਲੱਗ ਪਏ ਤੁਸੀਂ ਗਾਉਣ ਲੱਗ ਪਏ ਪੜ੍ਹਨਾ ਛੱਡਤਾ ਫਿਰ ਨਹੀਂ ਪੜ੍ਹਨਾ ਤਾਂ ਸਰ ਮੈਂ ਅਜੇ ਵੀ ਜਾਰੀ ਹਾਂ ਪੜ੍ਹਨਾ ਤਾਂ ਉਹ ਤਾਂ ਅਮਲ ਹੈ ਜੀ ਨਸ਼ਾ ਜਦੋਂ ਕੁਝ ਦਿਨ ਨਾ ਨਸ਼ਾ ਮਿਲੇ ਫਿਰ ਬੰਦਾ ਕਹਿੰਦਾ ਯਾਰ ਵੀ ਮੇਰਾ ਸਮਾਨ ਮੁੱਕਿਆ ਜਾਨੀ ਕਾਰ ਤੋੜ ਲਈ ਤਾਂ ਤੇਲ ਉਹ ਚ ਪੈਣਾ ਚਾਹੀਦਾ ਬਿਲਕੁਲ ਭਾਜੀ ਪੈਣਾ ਚਾਹੀਦਾ ਉਹਦਾ ਪਾਣੀ ਵੀ ਚੈੱਕ ਕਰਨਾ ਮੋਬਾਈਲ ਆਇਲ ਚੈੱਕ ਉਹ ਸਾਰਾ ਠੀਕ ਹੈ ਸਰ ਉਹ ਜ਼ਰੂਰੀ ਹੈ ਜੀ ਉਹ ਮਤਲਬ ਪਿੱਛੇ ਮੈਨੂੰ ਲੱਗਦਾ ਪਿੱਛੇ ਜਿਹੜਾ ਬੈਕ ਫੀਡ ਤੋਂ ਪਿੱਛੇ ਹੁੰਦਾ ਨਾ ਇੱਕ ਪਿੱਛੋਂ ਫੋਰਸ ਆਉਣੀ ਆ ਉਹ ਫਿਰ ਲੇਖਕ ਦੀ ਤਾਂ ਮੈਨੂੰ ਲੱਗਦਾ ਕਿਤਾਬਾਂ ਨਾਲ ਜਿਹੜਾ ਜੁੜਿਆ ਹੋਇਆ ਕਿਤਾਬਾਂ ਨਾਲ ਉਹਨੂੰ ਫਿਰ ਕੁਝ ਨਾ ਕੁਝ ਪੜ੍ਹਨਾ ਤਾਂ ਉਹਨੂੰ ਮਿਲਦਾ ਰਹੇ। ਅੱਛਾ ਦੇਵੀ ਭਾਜੀ ਇੱਕ ਗੱਲ ਦੱਸਿਓ ਇਹਦੇ ਤੋਂ ਪਹਿਲਾਂ ਕਿ ਮੈਂ ਜਾਵਾਂ ਕਿ ਅਗਲੇ ਪ੍ਰੋਗਰਾਮ ਕੀ ਨੇ ਇੱਕ ਬਹੁਤ ਮੇਰੇ ਲਈ ਇੰਪੋਰਟੈਂਟ ਸਵਾਲ ਹੈ ਮੈਨੂੰ ਐਂ ਲੱਗਦਾ ਹੁੰਦਾ ਕਿ ਜਿਹੜਾ ਇੱਕ ਚੰਗਾ ਗੀਤਕਾਰ ਹੈ ਜਾਂ ਇੱਕ ਠੀਕ ਪੱਤਰਕਾਰ ਹੈ ਜੀ ਸਾਡੇ ਦਿਮਾਗ ਦੇ ਵਿੱਚ ਕੋਈ ਖਬਰ ਆ ਜਾਵੇ ਤੁਹਾਡੇ ਦਿਮਾਗ ਦੇ ਵਿੱਚ ਗੀਤ ਆ ਜਾਵੇ ਕਿ ਮੈਂ ਲਿਖਣਾ ਇੱਕ ਥਾਟ ਆ ਗਿਆ ਇੱਕ ਵਿਚਾਰ ਆ ਗਿਆ ਜੀ ਭਾਜੀ ਮੈਨੂੰ ਤਾਂ ਐਂ ਲੱਗਦਾ ਹੁੰਦਾ ਕਿ ਮੈਂ ਰੋਟੀ ਖਾਣਾ ਮੈਂ ਸੈਰ ਕਰਦਾ ਮੈਂ ਨਹਾਉਣਾ ਮੈਂ ਕੁਝ ਵੀ ਕਰਦਾ ਜੀ ਉਹ ਤੁਹਾਡੇ ਦਿਮਾਗ 'ਚ ਖੌਰੂ ਪਾਉਂਦਾ ਜੀ ਤੂਫਾਨ ਮਚਾਉਂਦਾ ਜਦੋਂ ਤੱਕ ਉਹ ਆਪਣਾ ਰੂਪ ਆਕਾਰ ਨਹੀਂ ਲੈ ਲੈਂਦਾ ਬਿਲਕੁਲ ਕੀ ਇੱਕ ਗੀਤਕਾਰ ਨਾਲ ਇਦਾਂ ਹੀ ਹੁੰਦਾ ਕਿਉਂਕਿ ਮਾਨਸਿਕ ਤੰਗੀ ਹੁੰਦੀ ਹੈ ਇੱਕ ਤਰ੍ਹਾਂ ਦੀ ਐਗਜ਼ੈਕਟਲੀ ਭਾਜੀ ਮੇਰੇ ਖਿਆਲ ਸੇ ਨਹੀਂ ਆ ਤੁਸੀਂ ਮੇਰੇ ਦਿਲ ਦੀ ਗੱਲ ਕਹਿਤੀ ਮੈਂ ਇਹਨੂੰ ਸੋਚਦਾ ਮੈਂ ਹੁਣ ਤੁਸੀਂ ਇੱਕ ਮਤਲਬ ਬਹੁਤ ਕਮਾਲ ਦੇ ਪੱਤਰਕਾਰ ਆ ਤੇ ਤੁਸੀਂ ਉਸ ਚੀਜ਼ ਨੂੰ ਤੁਹਾਨੂੰ ਬਿਆਨ ਕਰਨਾ ਆਉਂਦਾ ਤੁਸੀਂ ਗੱਲ ਆਪਣੀ ਕਹੀ ਹੈ ਪਰ ਮੈਨੂੰ ਲੱਗਦਾ ਮੇਰੀ ਗੱਲ ਤੁਸੀਂ ਕਹਿਤੀ ਆਈ ਥਿੰਕ ਕ੍ਰੀਏਟਿਵ ਬੰਦੇ ਲਈ ਭਾਜੀ ਇਹੀ ਆ ਤੁਸੀਂ ਕੋਈ ਚੀਜ਼ ਇੱਕ ਤੁਹਾਡੇ ਦੇਸ਼ ਸਮਾਜ 'ਚ ਦੇਖ ਰਹੇ ਆ ਫਿਰ ਉਹਨੂੰ ਮੈਂ ਵੀ ਪੇਸ਼ ਕਰਨਾ ਮੇਰੀ ਵਾਰੀ ਆ ਮੈਂ ਸ਼ੋਅ ਪੇਸ਼ ਕਰਨਾ ਤਾਂ ਮੈਂ ਉਹ ਗੱਲਾਂ ਇਹ ਲਿਆਉਣੀ ਆ ਆਡੀਅנס ਸਾਹਮਣੇ ਰੱਖਣੀ ਆ ਤਾਂ ਮੈਂ ਕਿੱਦਾਂ ਇਹਨੂੰ ਪਰੋਸ ਕੇ ਰੱਖਣਾ ਇਹਨੂੰ ਸ਼ਿੰਗਾਰ ਕੇ ਇਹਦੀ ਰੂਹ ਵੀ ਵਿੱਚੇ ਰਹੇ ਗੱਲ ਸੱਚਾਈ ਵੀ ਰਹੇ ਬਿਲਕੁਲ ਠੀਕ ਰਹੇ ਔਰ ਇਨਫੋਰਮੇਸ਼ਨ ਸਾਰੀ ਪਹੁੰਚਣੀ ਚਾਹੀਦੀ ਤੁਹਾਡੀ ਵੱਡੀ ਡਿਊਟੀ ਹੈ ਨਾ ਜੀ ਤੋ ਸਾਡੇ ਗੀਤਕਾਰਾਂ ਲਈ ਕਵੀਆਂ ਲਈ ਵੀ ਮੈਨੂੰ ਲੱਗਦਾ ਇਹ ਚੀਜ਼ ਹੈਗੀ ਜਦੋਂ ਕੋਈ ਥਾਟ ਆ ਜਾਂਦਾ ਨਾ ਉਹ ਫਿਰ ਤਾਂ ਕੀੜਾ ਨਾ ਅੰਦਰ ਕੁਰਬਲ ਕਰਦਾ ਯੈਸ ਸਰ ਉਹ ਤਾਂ ਬਹੁਤ ਤੰਗ ਕਰਦਾ ਜੀ ਉਹ ਨਾ ਸੌਣ ਦਿੰਦਾ ਨਾ ਖਾਣ ਦਿੰਦਾ ਫਿਰ ਬੰਦੇ ਨੂੰ ਕਰ ਦੇਗਾ ਫਿਰ ਕਈ ਵਾਰ ਆਪਣੇ ਆਪ ਨੂੰ ਗੁੱਸਾ ਜਿਹਾ ਆਉਣ ਲੱਗ ਪੈਂਦਾ ਯਾਰ ਹਾਲੇ ਤੱਕ ਮੈਂ ਲਿਖਿਆ ਕਿਉਂ ਨਹੀਂ ਯਾਰ ਹਾਲੇ ਤੱਕ ਮੈਂ ਇਹਨੂੰ ਸ਼ੁਰੂ ਕਿਉਂ ਨਹੀਂ ਕੀਤਾ ਜੀ ਵੀ ਬੰਦਾ ਜਾਗਦਾ ਜਾਂਦਾ ਨਾ ਜਿਵੇਂ ਜਾਫੀ ਨਹੀਂ ਕਬੱਡੀ ਰੇਡ ਨੂੰ ਹੱਥ ਪਾਉਣਾ ਮੈਨੂੰ ਪੈ ਜਾਵਾਂ ਕਿ ਨਾ ਪੈ ਜਾਵਾਂ ਸਾਡਾ ਜਾਫੀਆਂ ਵਾਲਾ ਹਿਸਾਬ ਹੁੰਦਾ ਵੀ ਇਹਨੂੰ ਪੈ ਲਈਏ ਹੁਣ ਅੱਛਾ ਕਦੇ ਦੇਵੀ ਭਾਜੀ ਐਂ ਵੀ ਹੋਇਆ ਕਿ ਕੋਈ ਚੀਜ਼ ਅੜ ਗਈ ਆ ਵੀ ਆਹ ਗੀਤ ਬਣਾਉਣਾ ਅੜ ਗਿਆ ਜੀ ਤੇ ਰਾਤ ਨੂੰ 2 ਵਜੇ ਜਾਗ ਆ ਗਈ ਆ ਵੀ ਉਸ ਲਈ ਕਾਫੀ ਪੈਨ ਚੱਕ ਲਿਆ ਕਿ ਭਾਈ ਆ ਕੁਛ ਹੈਗਾ ਹੁਣੇ ਉਹ ਕੇਰਦੀ ਆ ਸਵੇਰ ਤੱਕ ਚੇਤੇ ਭੁੱਲ ਸਕਦਾ ਜੀ ਭਾਜੀ ਅਕਸਰ ਇਦਾਂ ਹੁੰਦਾ ਮੈਂ ਤੁਹਾਨੂੰ 2 ਐਗਜ਼ਾਮਪਲਾਂ ਦੇਵਾਂਗਾ ਸਰ ਇੱਕ ਤਾਂ ਪਿੱਛੇ ਗਾਣਾ ਆਇਆ 2 ਮਹੀਨੇ ਪਹਿਲਾਂ ਪਾਰਟੀਸ਼ਨ ਸੀਗਾ ਇਹ 1947 ਕਮਾਲ ਦਾ ਗੀਤ ਹਾਂਜੀ ਗੋਰੀ ਚਮੜੀ ਨੇ ਫੁੱਟ ਦੇ ਬੀਜ ਬੀਜੇ ਜਿਹਦਾ ਖੂਨੀ ਨਤੀਜਾ ਪਾਕਿਸਤਾਨ ਬਣਿਆ ਨਾ ਉਹ 11:30 ਮਿੰਟ ਦਾ ਗਾਣਾ ਵੀਡੀਓ ਸਟਾਲਨ ਨੇ ਕੀਤਾ ਤੇ ਗੁਰਪ੍ਰੀਤ ਘੁੱਗੀ ਸਾਹਿਬ ਨੇ ਫੇਵਰ ਕੀਤੀ ਸਾਡੇ ਉਹਨਾਂ ਨੇ ਕੰਮ ਕੀਤਾ ਇਹਦੇ ਵਿੱਚ ਤੇ ਉਹ ਮੈਂ ਸਰ ਘੱਟੋ ਘੱਟ ਜਿੱਦਾਂ ਜਿੰਨੀ ਕੁਰਬਲ ਜਾਂ ਤਕਲੀਫ ਨਾ ਹੁੰਦੀ ਆ ਇਹ 20 ਸਾਲ ਸਰ ਮੇਰੇ ਹੋਈ ਆ 19-20 ਸਾਲ ਉਹ ਗੀਤ ਲਿਖਣ ਦੇ ਜੀ ਕਰੀਬ ਮੈਂ ਸਮਝਦਾ 20 ਸਾਲ ਤੋਂ ਮੇਰੇ ਅੰਦਰ ਹੁੰਦਾ ਸੀ ਯਾਰ ਇਸ ਤੇ ਕੁਝ ਲਿਖਣਾ ਆ ਕੋਈ ਗੀਤ ਲਿਖਣਾ ਕੋਈ ਕੁਝ ਲਿਖਣਾ ਹੈ ਕੋਈ ਵੱਡਾ ਲਿਖਣਾ ਜਾਂ ਵੀ ਕਵਰ ਹੋ ਸਕੇ ਜੇ ਏਡੀ ਵੱਡੀ ਹਾਦਸਾ ਜਿਹੜਾ ਸਭ ਤੋਂ ਵੱਡੀ ਇੱਕ ਹਿਜਰਤ ਹੋਈ ਆ ਦੁਨੀਆ ਦੀ ਹੈ ਨਾ ਉਹ ਸਭ ਤੋਂ ਵੱਡਾ ਦੁਖਾਂਤ ਵਾਪਰਿਆ ਤਬਾਦਲਾ ਹੋਇਆ ਬਾਦਸ਼ਾਹ ਤੇ ਇੰਨੇ ਦੁਖਦਾਈ ਤਰੀਕੇ ਨਾਲ ਹੋਇਆ ਉਹ 18-20 ਸਾਲ ਤੁਸੀਂ ਸਮਝ ਸਕਦੇ ਹੋ ਮੇਰਾ ਕੀ ਹਾਲ ਹੋਇਆ ਹੋਊਗਾ ਔਰ ਫਿਰ ਗਿਲਟ ਫੀਲ ਹੋ ਜਾਣਾ ਦੋਸ਼ੀ ਲੱਗਿਆ ਯਾਰ ਆਪਣੇ ਆਪ ਨੂੰ ਲਾਹਨਤਾਂ ਪਾਈ ਜਾਣ ਵੀ ਯਾਰ ਤੂੰ ਪੂਰੀ ਕਿਉਂ ਨਹੀਂ ਕਰ ਤੂੰ ਕਿਉਂ ਨਹੀਂ ਲਿਖਿਆ ਤੇ ਤੇਰਾ ਫਰਜ਼ ਬਣਦਾ ਵਾ ਤੂੰ ਘੱਟੋ ਘੱਟ ਤੂੰ ਭਾਵੇਂ ਨਹੀਂ ਦੇਖਿਆ ਤੂੰ ਬਜ਼ੁਰਗਾਂ ਤੋਂ ਸੁਣਿਆ ਤੂੰ ਕਿਤਾਬਾਂ 'ਚ ਪੜ੍ਹਿਆ ਲਿਟਰੇਚਰ ਸਾਹਿਤ ਦੇ ਰੂਪ 'ਚ ਪੜ੍ਹਿਆ ਕਿੱਡਾ ਵੱਡਾ ਹਾਦਸਾ ਸੀ ਕਿੰਨੀਆਂ ਤਕਲੀਫਾਂ ਚੱਲੀਆਂ ਉਹਨਾਂ ਲੋਕਾਂ ਨੇ ਵੀ ਤੂੰ ਕਿਉਂ ਨਹੀਂ ਲਿਖਦਾ ਯਾਰ ਪਰ ਉਹ ਜਿੱਦਾਂ ਕਹ ਲਓ ਵੀ ਸਬੱਬ ਬਣਨਾ ਸੀ ਉਹ 19-20 ਸਾਲ ਬਾਅਦ ਪਿਛਲੇ ਸਾਲ ਲਾਕਡਾਊਨ ਦੇ ਵਿੱਚ ਇੰਡੀਆ ਤੇ ਹਾਂ ਬਿਲਕੁਲ ਮਈ ਜੂਨ ਮਹੀਨੇ ਮੈਂ ਪਿਛਲੇ ਸਾਲ ਸਰ ਲਿਖਿਆ ਤਾਂ ਸਭ ਤੋਂ ਪਹਿਲਾਂ ਗੁਰਪ੍ਰੀਤ ਘੁੱਗੀ ਭਰਾ ਨੂੰ ਫੋਨ ਤੇ ਸੁਣਾਏ ਬੋਲੇ ਠੀਕ ਹੈ ਜੀ ਥੋੜੇ ਜਿਹਾ ਸੁਣਾਉਣੇ ਵੀ ਪੈਣੇ ਹਾਂ ਬਿਲਕੁਲ ਉਹਨਾਂ ਦੇ ਡੈਡੀ ਉਹਨਾਂ ਦੇ ਕਿਉਂਕਿ ਉਹ ਵੀ ਇੱਧਰੋਂ ਪਾਰਟੀਸ਼ਨ ਜਾ ਕੇ ਬਚਪਨ ਸੀਗੇ ਜੀ ਤਾਂ ਮੈਂ ਕਿਹਾ ਵੀ ਮੈਨੂੰ ਇਮਾਨਦਾਰੀ ਨਾਲ ਘੁੱਗੀ ਭਰਾ ਦੱਸੋ ਵੀ ਤੁਹਾਨੂੰ ਕਿਹੋ ਜਿਹਾ ਲੱਗਿਆ ਵੀ ਯਾਰ ਕਰਕੇ ਨਹੀਂ ਦੱਸਣਾ ਹਾਂ ਤੁਸੀਂ ਇੱਕ ਪਰਖ ਕਰਕੇ ਇੱਕ ਤੁਸੀਂ ਇੱਕ ਐਨਾਲਾਈਜ਼ ਕਰਨਾ ਉਹ ਕਹਿੰਦੇ ਭਾਜੀ ਇਮਾਨਦਾਰੀ ਨਾਲ ਮੈਂ ਕਹਿੰਦਾ ਤੁਸੀਂ ਅੱਜ ਤੱਕ ਜੋ ਲਿਖਿਆ ਸਾਰਾ ਇੱਕ ਪਾਸੇ ਰੱਖ ਦਿਓ
ਇਹ ਗਾਣਾ ਇੱਕ ਪਾਸੇ ਰੱਖ ਦਿਓ, ਇਹ ਬਰਾਬਰ ਆਉਂਦਾ ਜੀ। ਫਿਰ ਮੈਨੂੰ ਇੱਕ ਬਹੁਤ ਵੱਡੀ ਦਾਦ ਮਿਲ ਗਈ ਇੱਕ ਗੁਣੀ ਬੰਦੇ ਦੀ। ਫਿਰ ਮੈਂ ਉਦੋਂ ਕਹਿਤਾ, ਮੈਂ ਕਿਹਾ ਹੁਣ ਤੁਸੀਂ ਵਾਅਦਾ ਵੀ ਕਰੋ, ਤੁਸੀਂ ਸਾਡੀ ਫੇਵਰ ਵੀ ਕਰਨੀ ਜਦੋਂ ਸ਼ੂਟ ਕੀਤਾ। ਕਹਿੰਦਾ ਮੈਂ ਡਨ, ਕਹਿੰਦਾ ਮੈਨੂੰ ਬਸ ਟਾਈਮ ਮੈਨੂੰ ਐਡਵਾਂਸ ਦੱਸ ਦਿਓ, ਮੈਂ ਵਿੱਚ ਕੰਮ ਕਰਾਂਗਾ। ਖੈਰ ਉਹਨੇ ਕੀਤਾ ਜੀ। ਤੇ ਉਹਨੇ ਮਤਲਬ ਉਹਦਾ ਇਹ ਸੀਗਾ ਕਿ ਸ਼ੁਰੂ ਇਹ ਹੁੰਦਾ ਕਿ ਭਾਰਤ ਵਰਸ਼ ਦੀ ਕਿਸਮਤ ਦੇ ਕੀ ਕਹਿਣੇ, ਜਦੋਂ ਕਦੇ ਲੁਟੇਰਾ ਹੁਕਮਰਾਨ ਬਣਿਆ, ਸਦੀਆਂ ਤੀਕ ਗੁਲਾਮੀ ਦੇ ਰਹੇ ਸੰਗਲ, ਇਹਨੂੰ ਲੁੱਟਣ ਦਾ ਇੱਥੇ ਹੀ ਸਾਮਾਨ ਬਣਿਆ, ਇਹਦੀ ਸਾਂਝ ਤੇ ਏਕਤਾ ਤਿੜਕਦੀ ਰਹੀ, ਜਦੋਂ ਕਦੇ ਹਾਕਮ ਬੇਈਮਾਨ ਬਣਿਆ, ਗੋਰੀ ਚਮੜੀ ਨੇ ਫੁੱਟ ਦੇ ਬੀਜ ਬੀਜੇ, ਜਿਹਦਾ ਖੂਨੀ ਨਤੀਜਾ ਪਾਕਿਸਤਾਨ ਬਣਿਆ। ਕੀ ਬਾਤ ਹੈ ਜੀ। ਵੰਡੀ ਤੇ ਧਰਤੀ ਗਈ ਵੰਡੀ, ਬੰਦੇ ਮਜ਼ਹਬਾਂ ਦੇ ਵਿੱਚ ਤਕਸੀਮ ਹੋ ਗਏ। ਹਾਂਜੀ, ਬੜੇ ਪਿਆਰ ਨਾਲ ਰਹਿੰਦੇ ਸੀ ਮੁੱਦਤਾਂ ਤੋਂ, ਵੱਖ ਪਲਾਂ 'ਚ ਰਾਮ ਰਹੀਮ ਹੋ ਗਿਆ। ਕੀ ਬਾਤ ਹੈ ਜੀ। ਕੈਸਾ ਚੜਿਆ ਜਨੂਨ ਚੰਗੇ ਭਲੇ ਬੰਦੇ, ਮੌਤ ਵੰਡਣੇ ਵਾਲੀ ਸਕੀਮ ਹੋ ਗਿਆ, ਗੋਦਾਂ ਸੁੰਨੀਆਂ ਸਿਰਾਂ ਦੇ ਤਾਜ ਲੱਥੇ, ਖਾਣ ਖੇਡਣ ਦੀ ਉਮਰ ਯਤੀਮ ਹੋ ਗਿਆ। ਸੋ ਕੋਸ਼ਿਸ਼ ਕੀਤੀ ਉਹ ਸਾਰਾ ਨਕਸ਼ਾ, ਔਰ ਵੀਡੀਓ 'ਚ ਵੀ ਉਹਨਾਂ ਨੇ ਉਹ ਬਿਆਨ ਕੀਤਾ, ਬੜੇ ਅੱਛੇ ਸ਼ਾਟ ਲਾਏ ਮੁੰਡਿਆਂ ਨੇ। ਹਾਂ ਨਹੀਂ, ਉਹ ਗੀਤ ਇਹ ਦੇਵੀ ਭਾਜੀ 11-20 ਸਾਲ 11 ਮਿੰਟਾਂ ਦੇ ਵਿੱਚ ਉਹਨੂੰ ਸਮੇਟਣਾ ਵੀ ਔਖਾ ਸੀ ਜੀ ਭਾਜੀ, ਬਿਲਕੁਲ ਜੀ। ਤੇ ਮੁੜ ਕੇ ਉਹਨੂੰ ਫਿਲਮਾਉਣਾ ਉਦੋਂ ਵੀ ਔਖਾ ਸੀ ਜੀ। ਇਹ ਬਹੁਤ ਚੈਲੰਜ ਦਾ ਕੰਮ ਸੀਗਾ। ਮੈਂ ਕਹਿੰਦਾ ਉਹ ਹੈਡਸ ਆਫ ਮੁੰਡਿਆਂ ਨੂੰ, ਸਟਾਲਿਨ ਵੀਰ ਹੋਣ, ਸਾਰੀ ਟੀਮ ਨੂੰ, ਥੀਏਟਰ ਵਾਲੇ ਜਿਹਨੇ ਆਰਟਿਸਟ ਜਿਹਨਾਂ ਕੰਮ ਕੀਤਾ ਵਿੱਚ। ਔਰ ਮੈਨੂੰ ਲੱਗਦਾ ਘੱਟੋ ਘੱਟ ਉਹਨੂੰ 100 ਤੋਂ ਉੱਪਰ ਬੰਦੇ ਦੀ ਸੈੱਟ ਤੇ ਸੀਗੇ, 110 ਸਾਰੇ ਯੂਨਿਟ ਵਾਲੇ ਪਾ ਕੇ, ਐਕਟਰ ਪਾ ਕੇ ਸ਼ੂਟ ਜਦੋਂ ਕੀਤਾ ਜੁਲਾਈ ਮਹੀਨੇ ਦੀ ਗੱਲ ਆ ਜੀ। ਤੇ ਪਰ ਉਹ ਕਮਾਲ ਦਾ ਕੰਮ ਉਹਨਾਂ ਨੇ, ਇੰਨਾ ਸਿਰੜ 3-4 ਦਿਨ ਦਾ ਸ਼ੂਟ ਸੀਗਾ। ਚਲੋ ਸਾਨੂੰ ਉਹਨਾਂ ਨੇ ਇੱਕ ਦਿਨ 'ਚ ਵਿਹਲੇ ਕਰਤਾ, ਘੁੱਗੀ ਭਾਣਾ ਨੂੰ ਇੰਗਲੈਂਡ ਸ਼ੂਟ ਤੇ ਫਿਲਮ ਤੇ ਜਾਣਾ ਸੀਗਾ, ਤੇ ਮੈਨੂੰ ਵੀ ਇੱਕ ਦਿਨ 'ਚ ਕਹਿੰਦੇ ਭਾਈ ਤੁਹਾਨੂੰ ਸਵੇਰੇ 8 ਵਜੇ ਤੋਂ ਲੈ ਕੇ ਰਾਤ ਦੇ 2:30 ਵਜੇ ਤੱਕ ਸਾਡਾ ਕੰਮ ਫਿਨਿਸ਼ ਹੋ ਗਿਆ। ਹਾਂਜੀ, ਪਰ ਉਹਦਾ ਟੋਟਲ ਮੈਂ 3.5-4 ਦਿਨ ਦਾ ਸ਼ੂਟ ਸੀਗਾ। ਤੇ ਉਹ 'ਚ ਬੜੀ ਮਤਲਬ ਮੈਨੂੰ ਸੀਗਾ ਮਨ ਯਾਰ ਵੀ ਗੱਲ ਲਿਖਣੀ ਵੀ ਮੈਂ ਸਾਰੀ ਕਿ ਉਹਨੂੰ ਜਿੰਨੀ ਕਿ ਮੈਨੂੰ ਪਤਾ ਆ, ਜਿੰਨੀ ਕਿ ਸੁਣੀਆ, ਵੀ ਉਹਦਾ ਬਿਆਨ ਵੀ ਆ ਜਾਏ, ਵੀ ਆਪਣੇ ਵੱਲੋਂ ਮੇਰਾ ਭਾਰ ਲੈ ਜਾਏ। ਬੰਦਾ ਕਹਿੰਦਾ ਮੈਂ ਕਬੀਲਦਾਰੀ ਨਿਪਟ ਕੇ ਕਹਿੰਦਾ ਭਾਰ ਲੈ ਗਿਆ, ਪੰਡ ਚੱਕੀ ਫਿਰ ਮੈਨੂੰ ਉਹ ਲੱਗਦਾ ਪੰਡ ਮੇਰੀ ਲੱਥ ਗਈ। ਦੇਵੀ ਭਾਜੀ ਮੈਨੂੰ ਲੱਗਦਾ ਕਿ ਆ ਜਿਹੜਾ ਤੁਸੀਂ ਇਹ ਗੱਲ ਨਾ, ਸਾਡੇ ਨਵੇਂ ਜਿਹੜੇ ਕਲਾਕਾਰ ਨੇ, ਪੱਤਰਕਾਰ ਨੇ, ਗੀਤਕਾਰ ਨੇ, ਸਾਰਿਆਂ ਦੇ ਲਈ ਬਹੁਤ ਇੰਪੋਰਟੈਂਟ ਹੈ, ਕਿਉਂਕਿ ਕਈ ਵਾਰੀ ਸਾਨੂੰ ਐ ਲੱਗਦਾ ਹੁੰਦਾ ਕਿ ਮੈਂ ਹੁਣ ਲਿਖ ਲਿਆ, ਇਹ ਹੁਣ ਰਿਕਾਰਡ ਹੋ ਜਾਏ ਜੀ, ਕਿ ਤੁਸੀਂ 20 ਸਾਲ ਉਹਦੀ ਪੀੜਾ ਹੰਡਾਈ ਹੈ ਤੁਹਾਨੂੰ, ਤੁਸੀਂ ਕੁਝ ਦੇਖਦੇ ਹੋ ਤੁਹਾਡੇ ਮਨ ਦੇ ਵਿੱਚ, ਤੁਸੀਂ ਵਿਆਹ 'ਚ ਵੀ ਬੈਠੇ ਹੋਣੇ, ਤੁਹਾਨੂੰ ਚੇਤਾ ਆਉਂਦਾ ਹੁੰਦਾ। ਬਿਲਕੁਲ ਸਰ, ਘੁੰਮਦਾ ਰਹਿੰਦਾ ਤੁਹਾਡਾ ਸਟ੍ਰਾਈਕ ਵੱਜੀ ਜਾਂਦੀ ਹੈ ਤੇ ਲਗਾਤਾਰ ਘਾਲਣਾ ਉਹਦੇ ਲਈ ਘਾਲੀ, ਤੇ ਉਹਨੂੰ ਪਿਆਰ ਵੀ ਮਿਲਿਆ ਗੀਤ ਨੂੰ, ਕਿਉਂਕਿ ਜਦੋਂ ਤੁਸੀਂ ਦੇਖਦੇ ਹੋ। ਪਰ ਇੱਕ ਮੇਰਾ ਇੱਥੇ ਸਵਾਲ ਹੈ ਜੀ, ਤੇ ਵੀ ਭਾਜੀ ਇਸ ਲਈ ਹੋਰ ਤਰ੍ਹਾਂ ਦਾ ਆ ਗਿਆ ਕਲਾਕਾਰਾਂ ਦਾ ਯੁੱਗ ਨਾ, ਥੋੜਾ ਤੇਜ਼ ਤਰਾਰ ਜਿਹਾ ਹੋ ਗਿਆ, ਲਾਈਕ, ਵਿਊ, ਕਮੈਂਟ, ਪਤਾ ਨਹੀਂ ਕੀ ਮਿਲੀਅਨ ਸ਼ਿਲੀਅਨ ਕਈ ਕੁਝ ਹੋ ਗਿਆ। ਸਾਡੇ ਭਾਈਚਾਰੇ 'ਚ ਵੀ ਇਦਾਂ ਹਨਾ। ਤਾਂ ਜਦੋਂ ਇਦਾਂ ਦਾ ਕੁਝ ਕਰਨਾ 20 ਸਾਲ ਲੱਗ ਗਏ, 11 ਮਿੰਟ ਦਾ ਲੰਬਾ ਗੀਤ ਹੈ, ਹੁਣ ਤਾਂ 3.5 ਮਿੰਟ ਤੋਂ ਉੱਪਰ ਜਾ ਹੀ ਨਹੀਂ ਹੁੰਦਾ ਜੀ। ਬਿਲਕੁਲ ਨਹੀਂ ਜਾ, ਬਿਲਕੁਲ। ਤਾਂ ਉਹ ਇੱਕ ਚੈਲੰਜ ਤਾਂ ਸੀਗਾ ਹੀ, ਇਹ ਵੱਖਰੇ ਤਰ੍ਹਾਂ ਦਾ ਜਦੋਂ ਕਰਦੇ ਆ ਤਾਂ ਫਿਰ ਇੱਕ ਇਦਾਂ ਤਾਂ ਨਹੀਂ ਹੁੰਦਾ ਕਿ ਯਾਰ ਫਿਰ ਜੇ ਆਹ ਕੰਮ ਕਰਦੇ ਆ ਕਿਤੇ ਉਹ ਇੱਕ ਵੱਖਰੇ ਤਰ੍ਹਾਂ ਦੀ ਦੌੜ ਲੱਗੀ ਹੈ, ਕਿਤੇ ਪਛਾਣ ਨਾ ਰਹਿ ਜਾਏ, ਗਾਹ ਨਾ ਹੋ ਜਾਣਗੇ, ਕਿ ਫਰਜ਼ਾਂ ਦੀ ਪੂਰਤੀ ਜ਼ਰੂਰੀ ਹੈ। ਨਹੀਂ ਭਾਜੀ, ਉਹ ਇਹ ਲੱਗਦਾ ਵੀ ਚੱਲ ਜਿੱਥੇ ਹੈਗੇ ਉੱਥੇ ਤਾਂ ਹੈਗੇ ਹੀ ਆ, ਜਿੰਨਾ ਜਿਹੜਾ ਪਿਆਰ ਮਿਲਦਾ ਉਹਨਾਂ ਤਾਂ ਮਿਲ ਹੀ ਜਾਂਦਾ, ਤੇ ਜਿਹੜੀਆਂ ਵੋਟਾਂ ਪੱਕੀਆਂ ਉਹ ਤਾਂ ਹੈਗੀ ਹੀ ਆ। ਮੈਂ ਇਹ ਮੰਨ ਕੇ ਤਾਂ ਨਹੀਂ ਹੋਣ ਦਿੰਦੇ, ਜਿੱਦਾਂ ਲੀਡਰਾਂ ਦੀਆਂ ਵੋਟਾਂ ਪੱਕੀਆਂ, ਸਾਨੂੰ ਲੱਗਦਾ ਆਰਟਿਸਟ ਸਾਨੂੰ ਜਿਹੜੇ ਪਿਆਰ ਕਰਦੇ ਸੁਣਨ ਵਾਲੇ, ਜਿਹੜਾ ਸਾਡਾ ਸਟਾਈਲ ਸੁਣਦੇ ਆ, ਸਾਡੇ ਲਿਖੇ ਬੋਲਣ ਨੂੰ ਪਿਆਰ ਕਰਦੇ ਆ, ਤੇ ਅਸੀਂ ਚਾਹੁੰਦੇ ਵੀ ਉਹਨਾਂ ਨੂੰ ਹੱਥਾਂ 'ਚ ਰੱਖੀਏ, ਉਹਨਾਂ ਨੂੰ ਨਿਰਾਸ਼ ਨਾ ਕਰੀਏ। ਘੱਟੋ ਘੱਟ ਉਹ ਜੋ ਸਾਡੇ ਤੋਂ ਉਮੀਦ ਰੱਖਦੇ ਆ ਉਹ ਅਸੀਂ ਕਰੀਏ। ਤੇ ਬਾਕੀ ਉਹ ਇਹ ਵੀ ਲੱਗਦਾ ਜਿਵੇਂ ਉਹ ਸ਼ੂਟ ਵੀ ਕਰ ਰਹੇ ਸੀ, ਮੁੰਡੇ ਬੜੇ ਭਾਵਕ ਹੋਏ ਸੀ, ਸਾਰੀ ਟੀਮ, ਐਕਟਰ ਵੀ ਜਿੰਨੇ ਸੀਗੇ, ਕਹਿੰਦੇ ਬਾਜੀ ਇਹਨੂੰ ਹਰ ਇੱਕ ਦੌਰ 'ਚੋਂ ਬਾਹਰ ਰੱਖੋ ਗਾਣੇ, ਇਹ ਤਾਂ ਕਹਿੰਦੇ ਦਸਤਾਵੇਜ਼ ਆ, ਤੁਸੀਂ ਇੱਕ ਡਾਕੂਮੈਂਟਰੀ ਬਣਾਤੀ ਆ, ਜਦੋਂ ਵੀ ਆਉਣ ਵਾਲੇ ਸਮੇਂ 'ਚ ਕੋਈ ਬੰਦਾ ਇਤਿਹਾਸ ਇਸ ਸਮੇਂ ਦਾ ਪੜ੍ਹਨਾ ਚਾਹੋਗੇ, ਹੋਰ ਬੜਾ ਕੁਝ ਪਿਆ, ਕੀਮਤੀ ਦਸਤਾਵੇਜ਼ ਪਏ, ਹੱਥ ਲਿਖਤਾਂ ਲੋਕਾਂ ਦੀਆਂ ਪਈਆਂ। ਪਰ ਇੱਕ ਮਤਲਬ ਮਿਊਜ਼ਿਕ ਵਿੱਚ ਇੱਕ ਤੁਸੀਂ ਐਸਾ ਇੱਕ ਛਾਪ ਬਣ ਗਈ ਆ, ਬੰਦਾ ਕਦੇ ਵੀ ਚਾਹੂਗਾ ਦੇਖਣਾ, ਇਹ ਗਾਣਾ ਦੇਖ ਲੇਗਾ, ਸਮੇਂ ਦੀ ਧੂੜ ਇਹਨੂੰ ਦੱਬ ਨਹੀਂ ਸਕਦੀ। ਇਹ 10,000 ਰੁਪਏ ਯਾਰ ਉਹ ਲੋਕਾਂ ਦੇ ਆ ਹੋਇਆ ਸੀ, ਜਾਂ ਆਹ ਕਾਰਨ ਰਹੇ ਹੋਣਗੇ, ਤੇ ਇਦਾਂ ਚੱਲ ਕੇ ਤਕਲੀਫਾਂ ਲੋਕੀ ਬਾਰਡਰ ਦੇ ਆਰ ਪਾਰ ਗਏ ਆ। ਦੇਬੀ ਬਹੁਤ ਅਮੀਰ ਘਰ 'ਚ ਜੰਮਿਆ ਮੁੰਡਾ ਸੀ? ਨਹੀਂ ਜੀ, ਬਿਲਕੁਲ ਮੱਧ ਵਰਗੀ ਕਿਸਾਨ। ਓਕੇ, ਬਿਲਕੁਲ ਜਿਸ ਤਰ੍ਹਾਂ ਨਾਰਮਲ ਪਿੰਡਾਂ 'ਚ ਜਿਹੜੀ ਜ਼ਿੰਦਗੀ ਹੁੰਦੀ ਆ। ਮੈਂ ਤਾਂ ਸਵਾਲ ਪੁੱਛਿਆ, ਮੈਂ ਕਿਹਾ ਸੁਣਨ ਵਾਲੇ ਕਿਤੇ ਇਹ ਨਾ ਸਮਝਣ ਨਵੇਂ ਬੰਦੇ ਕਿ ਭਾਈ ਪਹਿਲਾਂ ਫੁੱਟਬਾਲ ਖੇਡਣ ਦਾ ਸ਼ੌਕ ਸੀ, ਐਂ ਕੀਤਾ ਨਹੀਂ ਖੇਡਦੇ ਯਾਰ, ਇੱਧਰ ਨੂੰ ਗੀਤ ਲਿਖਦੇ ਆ। ਨਹੀਂ ਭਾਜੀ, ਬਸ ਉਹ ਇਸ ਤਰ੍ਹਾਂ ਸੀ ਕਿ ਮਤਲਬ ਉਹ ਪਹਿਲਾਂ ਪੈਸ਼ਨ ਸੀਗਾ ਫੁੱਟਬਾਲ ਦਾ। ਕਦੇ ਪੱਠੇ ਪਾਏ? ਬੜੇ ਕੰਮ ਕੋਈ ਗਣਾ ਲਓ ਜੀ। ਅੱਛਾ, ਹਲ ਵੀ ਪਾਇਆ, ਸੁਹਾਗਾ ਵੀ ਦਿੱਤਾ, ਜਿਹੜਾ ਬਲਦਾਂ ਹੁੰਦਾ ਸੀਗਾ, ਬਲਦਾਂ ਵਾਲਾ, ਹਾਂ, ਪਿੰਡ ਮਖਸੂਸਪੁਰ ਆਪਣੇ ਖੇਤ। ਕੀ ਬਾਤਾਂ। ਤੇ ਫਿਰ ਜਦ ਯੂਪੀ ਫਾਰਮ ਲਈ ਫਿਰ ਟਰੈਕਟਰ ਸੀਗੇ। ਠੀਕ ਹੈ ਜੀ। ਫਿਰ ਟਰੈਕਟਰ ਲਾਏ, ਝੋਨਾ ਲਾਇਆ ਜੀ, ਚਲਾਏ, ਤੇ ਪੱਧਰ ਕੀਤੀ ਜ਼ਮੀਨ, ਜਿਹੜੀ ਉਹ ਨਵੀਂ ਜ਼ਮੀਨ ਲਈ ਸੀ, ਉਸ 18-20 ਖੇਤ ਬਹੁਤ ਉੱਚੇ ਨੀਵੇਂ ਸੀ, ਇੱਕ ਪਾਸੇ ਟਰੈਕਟਰ ਗਿਆ ਦੀਦਾ ਨਹੀਂ ਸੀ, ਮਤਲਬ ਦੂਜੇ ਪਾਸੇ ਇਹਦਾ ਪੱਧਰ ਕੀਤਾ, ਕਰਾ ਲਾਇਆ ਹਨਾ, ਤੇ ਝੋਨਾ ਲਾਇਆ, ਉਹ ਝੋਨੇ ਲੱਗਣ ਵਾਲੀ ਜੋਗੀ ਜ਼ਮੀਨ ਹੋ ਗਈ ਉਦੋਂ। ਤੇ ਉਹ ਸਾਰੇ ਕੰਮ ਕੀਤੇ। ਵੀ 2 ਜਣੇ ਹੁੰਦੇ ਸੀ, ਮੇਰਾ ਭਾਣਜਾ, ਇੱਕ ਸਾਡਾ ਹਮ ਉਮਰ ਹੀ ਸੀ, ਉੱਥੇ ਹੁਣ USA ਰਹਿੰਦਾ, ਅਸੀਂ ਦੋਵੇਂ ਹੁੰਦੇ ਸੀ, ਮਾਮਾ ਭਾਣਜਾ। ਤੇ ਇੱਕ ਉਹ ਪਾਣੀ ਸੀ, ਬਹੁਤ ਪ੍ਰੈਸ਼ਰ ਆਉਂਦਾ ਸੀਗਾ ਉੱਥੇ, ਪਾਣੀ 7-8 ਫੁੱਟ ਤੇ ਗੰਗਾ ਸਾਡੇ ਜ਼ਮੀਨ ਦੇ ਨੇੜੇ ਆ। ਤਾਂ ਉਹ ਮਤਲਬ ਜਦੋਂ
ਘਰਾਲ ਪੈਂਦੀ ਸੀ, ਵੱਟ ਟੁੱਟ ਗਈ, ਇੱਕ ਜਿਹਨੂੰ ਵੱਟ ਤੇ ਪੈਣਾ ਪੈਂਦਾ ਸੀ, ਲੰਮੇ ਪੈਣਾ ਪੈਂਦਾ। ਹਾਂ ਮੈਂ ਦੂਜਾ ਮਿੱਟੀ ਪਾ ਮੈਂ ਪੈ ਗਿਆ। ਉਹ ਅੱਜ ਵੀ ਅਸੀਂ ਗੱਲਾਂ ਕਰਦੇ ਹੁੰਦੇ ਨਾ, ਉਹ ਮੁੰਡਾ ਹੱਸਦਾ ਭਾਣਜਾ ਕਹਿੰਦਾ ਮਾਮਾ ਜੀ ਕਹਿੰਦਾ ਹੁਣ ਠੀਕ ਹੈ, ਇੱਥੇ ਆ ਕੇ ਚਲੋ ਬਥੇਰਾ ਕੁਝ ਹੋ ਗਿਆ, ਸਾਰਾ ਕੁਝ ਹੋ ਗਿਆ, ਪਰ ਉਹ ਭਾਵੇਂ ਤੰਗੀ ਦੇ ਦਿਨ ਸੀਗੇ, ਪਰ ਕਹਿੰਦਾ ਮੇਰੇ ਹਿਸਾਬ ਨਾਲ ਸਭ ਤੋਂ ਵਧੀਆ ਸਮਾਂ ਉਹ ਸੀਗਾ ਆਪਣੀ ਜ਼ਿੰਦਗੀ ਦਾ, 골ਡਨ ਪੀਰੀਅਡ। ਕਦੀ ਹੱਥ ਤੇ ਦਾਤੀ ਲੱਗੀ? ਬੜੀ ਵਾਰ ਬਣ ਕੇ ਮੂੰਹ ਚ ਪਾ ਲੇ ਖੂਨ ਨਾ ਨਿਕਲੇ, ਪੱਠੇ ਵੱਢਦੇ ਆਂਦੇ, ਸਪਰੇਆਂ ਕਰਦੇ ਆਂਦੇ। ਮੇਰਾ ਜੇ ਪਿੱਠ ਤੇ ਇੱਕ ਸਰ ਨਿਸ਼ਾਨ ਹੈ, ਮੇਰੇ ਯਾਰ ਝੋਨੇ ਸਪਰੇਅ ਕਰਦੇ ਸੀਗੇ ਤਾਂ ਉਹਦੇ ਇੱਕ ਫੋੜਾ ਹੋਇਆ ਸੀਗਾ ਇੱਥੇ। ਅੱਛਾ ਜੀ। ਉਹ ਟੰਕੀ ਪਿੱਛੇ ਲਾਈ ਸੀਗੀ, ਤਾਂ ਸਪਰੇਅ ਕਰਦੇ ਆਂ ਦੀ? ਹਾਂ ਉਹ ਧਸ ਜਾਂਦਾ ਬੰਦਾ ਗੋਡਿਆਂ ਤੱਕ ਨਾ ਥੱਲੇ। ਨਵੀਂ ਜ਼ਮੀਨ ਤੋਂ ਕੱਦੂ ਕੀਤਾ, ਬੜਾ ਪੋਲਾ ਖੇਤ ਸੀਗਾ, ਤੇ ਮੈਨੂੰ ਯਾਦ ਮੇਰੇ ਉਹ ਫਿਸ ਗਿਆ ਸੀ ਫੋੜਾ। ਅਜੇ ਵੀ ਜੇ ਕੋਈ ਲਾਗ ਦਿਖਾਉ ਨਾ ਪਿੱਛੇ ਇੰਡੀਆ ਦਾ ਨਕਸ਼ਾ ਬਣਿਆ, ਉਹਦੇ ਨਿਸ਼ਾਨ ਹੈਗਾ ਸਰ। ਉਹ ਐਡੇ ਫਿੰਸੀ ਸੀ, ਫਿਸ ਗਏ ਜੀ ਉਹਨਾਂ, ਪੀਕ ਜੇ ਬਣ ਗਈ ਉਹਦੀ, ਛਪ ਗਿਆ ਉੱਥੇ। ਜਿਹੜਾ ਬੰਦਾ ਖਿਡਾਰੀ ਹੁੰਦਾ ਨਾ ਜੀ, ਤੁਸੀਂ ਫੁੱਟਬਾਲ ਖੇਡਿਆ, ਤੇ ਜਿਹੜਾ ਬੰਦਾ ਕਲਾਕਾਰ ਬਣਨਾ ਚਾਹੁੰਦਾ ਹੁੰਦਾ ਉਹਨੂੰ ਘਰੋਂ ਕੁੱਟ ਜ਼ਰੂਰ ਪੈਂਦੀ ਹੁੰਦੀ ਹੈ। ਜੇ ਕੁੱਟ ਨਹੀਂ ਪੈਂਦੀ ਦਬਕੇ ਪੈਂਦੇ ਆ, ਕਿਉਂਕਿ ਖਿਡਾਰੀ ਨੇ ਚੋਰੀ ਮੈਚ ਦੇਖਣ ਜਾਣਾ ਹੀ ਜਾਣਾ, ਬਿਲਕੁਲ, ਜਾਂ ਕੰਮ ਤੋਂ ਲੇਟ ਹੋ ਜਾਣਾ ਖੇਡਦੇ, ਕਿਉਂਕਿ ਉਸ ਵੇਲੇ ਸੁਰਤ ਭੁੱਲ ਜਾਂਦੀ ਹੈ। ਬਿਲਕੁਲ ਬਿਲਕੁਲ, ਹੋਰ ਕੁਝ ਨਹੀਂ ਦੀਦਾ ਹੁੰਦਾ। ਕਦੇ ਦੇਬੀ ਨਾ ਹੋਇਆ? ਬਿਲਕੁਲ ਸਰ, ਮੇਰੇ ਤਾਂ ਦੋਵੇਂ ਚੀਜ਼ਾਂ, ਮੈਚ ਦੇਖਣ ਜਾਣ ਵੀ ਕੁੱਟ ਖਾਦੀ ਘਰ। ਅੱਛਾ। ਵੱਡੇ ਵੱਡੇ ਮੈਚ, ਫਲਾਣੇ ਪਲੇਅਰ ਆਏ ਆ, ਮਾਲਪੁਰ ਜਾਣਾ, ਉੱਥੇ ਫਲਾਣੇ ਜਗ੍ਹਾ ਖੈਰੜ ਛਰਵਾਲ ਪਿੰਡ, ਉੱਥੇ ਬੜੇ ਚੋਟੀ ਦੇ ਖਿਡਾਰੀ ਹੁੰਦੇ ਜੀ, ਉਹ ਮੈਚ ਦੇਖਣ ਜਾਣਾ ਤਾਂ ਘਰੋਂ ਪਰੇਡ ਹੋਣੀ। ਫਿਰ ਇੱਕ ਸਰ ਖਾੜੇ ਦੇਖਣ, ਕਲਾਕਾਰ ਉਦੋਂ ਕਹਿੰਦੇ ਗਾਉਣ ਵਾਲੇ ਦੇਖਣ ਜਾਣਾ, ਡਿਊਟੀ ਜੋੜੀ ਹੁੰਦੀ, ਉਹ ਜਾਣਾ ਹੀ ਜਾਣਾ। ਸਕੂਲੇ ਵੀ ਕੁੱਟ ਖਾਣੀ, ਘਰ ਵੀ ਖਾਣੀ, ਉਹ ਪਰਵਾਹ ਨਹੀਂ, ਉਹ ਤਾਂ ਮਜ਼ਾ ਹੀ ਉਹਦਾ ਹੋਰ ਸੀਗਾ। ਸਦੀਕ, ਮੈਂ ਰਣਜੀਤ ਕੌਰ ਨੂੰ ਇੱਕ ਵਾਰ ਕਿਹਾ ਸੀ, ਮੈਂ ਤੁਹਾਡੇ ਖਤਰ ਸੀ ਕੁੱਟ ਬਹੁਤ ਕਰਦੀ ਹੈ, ਵੀ ਕਹਿੰਦੀ ਮੇਰੀ ਖਤਰ ਕਾਹਦੀ, ਤੁਹਾਡਾ ਪ੍ਰੋਗਰਾਮ ਨਹੀਂ ਛੱਡੀ ਜਾਣ ਦੁਆਲੇ। ਅੱਛਾ ਦੇਵੀ ਭਾਜੀ, ਇੱਕ ਗੱਲ ਦੱਸਿਓ, ਜੋ ਤੁਸੀਂ ਲਿਖਣਾ ਸ਼ੁਰੂ ਕੀਤਾ ਜੀ, ਕੀ ਉਦੋਂ ਇਹ ਕਿੱਤਾ ਜੀ ਇੱਕ ਵਧੀਆ ਕਿੱਤਾ, ਇੱਕ ਸਨਮਾਨ ਵਾਲਾ ਕਿੱਤਾ ਗਿਣਿਆ ਜਾਂਦਾ ਸੀ? ਘਰਦਿਆਂ ਦੀ ਕੀ ਚੋਰੀ ਲਿਖਿਆ ਸ਼ੁਰੂ ਦੇ ਵਿੱਚ, ਕਿ ਸਾਹਮਣੇ ਮਾਂ ਬਾਪੂ ਦੇ ਸਾਹਮਣੇ ਖਲੋ ਕੇ ਲਿਖਿਆ ਵੀ ਲਿਖਿਆ ਜੀ? ਨਹੀਂ, ਮੇਰਾ ਸਰ ਇਦਾਂ ਸੀਗਾ ਕਿ ਕੋਈ ਐਡਾ ਵਿਰੋਧ ਤਾਂ ਨਹੀਂ ਹੋਇਆ, ਪਰ ਉਹ ਤਾਂ ਸ਼ੁਰੂ ਚ ਇਹ ਹੁੰਦਾ ਪਈ ਆ ਉਹ ਕਿ ਜਿਹੜਾ ਬੰਦਾ ਬਹੁਤ ਪੁਰਾਣਾ ਹੋਵੇ ਉਹਦਾ ਨਾਂ ਨਾਲ ਜੋੜ ਦਿੰਦੇ ਆ। ਜੇ ਕੋਈ ਲੱਗਿਆ ਆ ਕਿੱਡਾ ਮਾਨਕ ਬਣਿਆ ਆਪਣੇ ਨਾ, ਉਦੋਂ ਦਾ ਆ ਬੜਾ ਤਰੀਕਿਆਂ ਵਾਲਾ। ਉਹਨਾਂ ਦੇ ਗਾਣੇ ਦੇਵ ਸਾਹਿਬ ਹੁੰਦੇ ਸੀ ਨਾ, ਗਾਣੇ ਉਹਦੇ ਆਉਂਦੇ ਸੀ, ਮਾਨ ਸਿੰਘ, ਬਾਬੂ ਸਿੰਘ ਮਾਨ ਸਾਹਿਬ, ਸਾਜਨ ਰਾਜਕੋਟੀ ਸਾਹਿਬ, ਦੁਦਾਰ ਭਾਜੀ, ਹੋਰ ਕਿੰਨੇ ਆਰਟ ਸੀਗੇ ਨਾਮਵਰ ਲਿਖਣ ਵਾਲੇ ਵੀ। ਤਾਂ ਉਹ ਕਿਤੇ ਹੁੰਦਾ ਤਾਂ ਸੀਗਾ ਯਾਰ ਇਹ ਛੇੜਨਗੇ ਵੀ ਯਾਰ ਕੱਡਾ ਆਪਣੇ ਆਪ ਨੂੰ, ਉਹ ਸਮਝਦਾ ਹਨਾ, ਪਰ ਮੂੰਹ ਤੇ ਤਾਂ ਉਹਦਾ ਨਹੀਂ ਮਿਲਦਾ। ਕਿਸੇ ਨੇ ਕਿਹਾ ਸੀ ਜਾਂ ਉਹ ਤਾਂ ਕਹਿੰਦੇ ਹੋਣੇ ਪਹਿਲਾਂ ਪਿੱਠ ਪਿੱਛੇ ਤਾਂ ਗੱਲਬਾਤ। ਹਾਂਜੀ ਹਾਂਜੀ। ਤੇ ਫਿਰ ਉਹ ਇਸ ਤਰ੍ਹਾਂ ਚੱਲਦਾ ਤਾਂ ਸੀਗਾ, ਪਰ ਜਦੋਂ ਕੁਦਰਤੀ ਵੀ ਮੇਰਾ ਇਹ ਸੂਤ ਲੱਗ ਗਿਆ ਵੀ ਉਹ ਸੰਦੀਲਾ ਸਾਹਿਬ ਦੀ ਬਦੌਲਤ ਗਾਣਾ ਜਲਦੀ ਰਿਕਾਰਡ ਹੋ ਗਿਆ ਮਾਨਕ ਸਾਹਿਬ ਦੀ ਆਵਾਜ਼ ਚ। ਮਾਨਕ ਸਾਹਿਬ ਐਡੇ ਵੱਡੇ ਗਵਈਏ ਨਾ, ਉਹ ਗਾਣਾ ਵੀ ਬਾਬਲ ਮਰਿਆ ਭਾਬੀ ਐ ਪੈ ਗਏ ਪਵਾੜੇ ਧੀਦੋ ਹੰਝੂ ਕੇਰਦਾ ਨਾਲੇ ਕੱਢੇ ਹਾੜੇ ਹਨਾ। ਇਹ ਪਹਿਲਾ ਗੀਤ ਰਿਕਾਰਡ ਪਹਿਲਾ ਸੀ। ਹਾਂਜੀ। ਇਹ ਕਿਹੜੀ ਕਲਾਸ ਪੜ੍ਹਦੇ ਸੀ ਉਦੋਂ? ਕਾਲਜ ਸੀਗੇ ਸਰ। ਬੱਲੇ ਬੱਲੇ ਹੋ ਗਈ ਹੋਣੀ ਫਿਰ ਸਾਰੇ ਪਾਸੇ। ਬਿਲਕੁਲ ਸਰ, ਉਹ ਤਾਂ ਮਤਲਬ ਸਪੀਕਰਾਂ ਦਾ ਸਮਾਂ ਸੀਗਾ ਜੀ। ਤਾਂ ਸਾਡਾ ਇੱਕ ਮਿੱਤਰ ਹੁੰਦਾ ਸੀਗਾ, ਉਹ ਹੁਸ਼ਿਆਰਪੁਰੇ ਸੀਗਾ, ਫੁੱਟਬਾਲ ਦਾ ਪਲੇਅਰ ਸੀਗਾ, ਤੇ ਅਸੀਂ ਸੁਣੀ ਜਾਈਏ। ਉਹ ਹਫ਼ਤਾ ਤੱਕ ਪਿੰਡ ਰਹਿ ਕੇ ਆਇਆ। ਮੈਂ ਕਿਹਾ ਭਾਜੀ ਤਾਂ ਪਾ ਕੇ ਤਾਂ ਆਪਣੇ ਸਪੀਕਰ 'ਚ ਗਾਣਾ ਵੱਜਦਾ ਹਨਾ, ਲੈ ਕਹਿੰਦਾ ਪਾ ਕੂਰ ਹੋਈ ਪਈ ਆ ਸਾਰੇ ਇਲਾਕੇ 'ਚ। ਮਾਨਕ ਸਾਹਿਬ ਦਾ ਨਾਮ ਐਡਾ ਵੱਡਾ, ਉਹ ਵਿਆਹਾਂ ਦੇ ਸਪੀਕਰ ਵੱਜਦੇ, ਜਦੋਂ ਡੀਜੇ ਵੱਜਦਾ ਨਾ, ਉਦੋਂ ਬਨੇਰੇ ਤੇ ਸਪੀਕਰ ਵੱਜਦਾ ਸੀਗਾ ਜੀ ਜੀ। ਤੇ ਉਹਨਾਂ ਫਿਰ ਉਹਦਾ ਵੱਖਰਾ ਨਸ਼ਾ ਸੀਗਾ। ਅੱਛਾ ਦੀਪਿਆ ਜੀ, ਮੈਨੂੰ ਇੱਕ ਗੱਲ ਹੋਰ ਦੱਸਿਓ ਕਿ ਫੁੱਟਬਾਲ ਤੋਂ ਗੀਤਕਾਰੀ ਵਾਲੇ ਪਾਸੇ ਆਏ ਜੀ। ਪਹਿਲੀ ਕਿਤਾਬ ਮੈਂ ਜ਼ਰੂਰ ਪੁੱਛਣੀ ਆ, ਕਿਉਂਕਿ ਅੱਜ ਦਾ ਦੇਬੀ ਤਾਂ ਸਾਰਿਆਂ ਨੂੰ ਨਜ਼ਰ ਆਉਂਦਾ, ਪਰ ਦੇਬੀ ਅੱਜ ਤੱਕ ਇੱਥੇ ਬਣਿਆ ਕਿੱਦਾਂ, ਮੈਂ ਉਹ ਇੱਕ ਨੀਂਜ ਹੀ ਰੱਖਣੀ ਚਾਹੁੰਦਾ ਜੀ ਬਾਈ। ਸਿਲੇਬਸ ਤੋਂ ਇਲਾਵਾ ਪਹਿਲੀ ਕਿਤਾਬ ਜਿਹੜੀ ਆ ਕਿਹੜੀ ਜਮਾਤ 'ਚ ਪੜ੍ਹ ਲਈ ਹੋਣੀ ਆ, ਤੇ ਉਹ ਕਿੱਥੋਂ ਲਈ ਹੋਣੀ ਆ? ਕੀ ਘਰ ਦੇ ਖਰੀਦ ਕੇ ਲਏ ਸੀ, ਆਪ ਖਰੀਦੀ ਸੀ, ਲਾਇਬ੍ਰੇਰੀ 'ਚੋਂ ਲਈ ਸੀ, ਕਿਸੇ ਗੁਆਂਢੀ ਨੇ ਦਿੱਤੀ ਸੀ? ਸਰ ਮੈਨੂੰ ਯਾਦ ਹੈ, ਮੈਂ ਜਦੋਂ ਕੋਈ ਥੋੜੇ ਬਹੁਤੇ ਪੈਸੇ ਹੁੰਦੇ ਸੀ ਨਾ, ਮੈਂ ਅਸੀਂ ਬਚਪਨ 'ਚ ਮੇਲੇ ਜਿਹੜੇ ਦੇਖਣ ਜਾਂਦੇ ਹੁੰਦੇ ਸੀ, ਉਦੋਂ ਸਾਨੂੰ ਜਿਹੜੇ ਪਾਕਟ ਮਨੀ ਪੈਸਿਆਂ 'ਚ ਮਿਲਦੀ ਸੀ। ਰੁਪਈਏ ਤੋਂ ਥੱਲੇ ਕੰਮ ਹੁੰਦਾ ਸੀ ਮੈਨੂੰ ਲੱਗਦਾ। ਅੱਛਾ, ਮੈਂ ਉਹ ਸਮਾਂ ਦੇਖਿਆ ਸਰ। ਕੀ ਬਾਤ ਆ। ਤੇ ਮੇਰੇ ਕੋਲ ਜੇ 1.5 ਰੁਪਈਆ ਆਇਆ, ਸਵਾ ਰੁਪਈਆ, 2 ਰੁਪਏ, ਮੇਰੇ ਕਜ਼ਨ ਹਮ ਉਮਰ ਸਾਡੇ ਚਾਚਾ ਦਾ ਬੇਟਾ ਪਰਮਜੀਤ, ਤੇ ਅਸੀਂ ਜੇ ਮੇਲਾ ਦੇਖਣ ਜਾਣਾ ਨਾ, ਮੈਨੂੰ ਪਤਾ ਵੀ ਮੈਨੂੰ ਕੁਛ ਮੈਂ ਉਹ ਕਿੱਸੇ ਦੇਖਣੇ। ਅੱਛਾ ਜੀ। ਥੱਲੇ ਕਿੱਸੇ ਲੈ ਉਹ ਜਿਹੜੇ ਵੀ ਨਵੇਂ ਗਾਣੇ ਰਿਕਾਰਡ ਹੋਏ ਹੁੰਦੇ ਸੀ ਨਾ, ਸਪੀਕਰਾਂ ਨਾਲ ਵੱਜਣਾ, ਉਹ ਹੁੰਦਾ ਜਾਂ ਸਫਰੀ ਸਾਹਿਬ ਦਾ ਸਾਕਾ ਸਰਹੰਦ। ਅੱਛਾ ਜੀ। ਤਾਂ ਉਹ ਜਿਹੜੇ ਚੰਨ ਮਾਤਾ ਗੁਜਰੀ ਦਾ, ਉਹ ਨਾ ਉਹ ਲੱਭਣਾ ਵੀ ਉਹ ਮਿਲ ਜਾਏ, ਵੀ ਉਹ ਸੁਣੇ ਤਾਂ ਹੈਗੇ ਸਪੀਕਰ ਨਾ, ਪੜ੍ਹ ਲਈਏ। ਪੜ੍ਹਨਾ ਉਹ ਕਿਸੇ ਕਿਤਾਬ ਦੇ ਰੂਪ ਮੈਂ ਉਹ ਖਰੀਦ ਲੈਂਦਾ ਸੀਗਾ। ਜੇ ਕਹਿੰਦਾ ਚਲੋ ਖਾਣਾ ਪੀਣਾ ਕੁਛ ਨਹੀਂ, ਜੇ ਇੰਨੇ ਕੁ ਪੈਸੇ ਨਾ। ਕੀ ਬਾਤ। ਇਹ ਮੇਰਾ ਬਚਪਨ ਦਾ ਮੈਨੂੰ ਸਾਰਾ ਯਾਦ ਹੈ। ਛੱਕ ਕੇ ਲੰਗਰ ਆ ਜਾਣਾ। ਹਾਂ ਬਿਲਕੁਲ ਬਿਲਕੁਲ, ਕਿਤੇ ਵੀ ਕੁਝ ਖਾ ਲਿਆ ਜਾਂ ਨਾਲ, ਪਰ ਜਿਹੜੇ ਆਪਣੇ ਜਿਹੜੇ ਪੈਸੇ ਆ ਉਹਦੇ ਪਾਸੇ ਪੜ੍ਹਨ ਨੂੰ ਕੁਛ ਨਾ ਕੁਛ ਲੈ ਲਿਆ। ਬਾਬੂ ਸਿੰਘ ਮਾਨ ਨੂੰ ਇੱਕ ਕਿਤਾਬ ਸੀ, ਇੱਕ ਬਿਰਹੋਂ ਦੇ ਬੂਟੇ, ਮੈਨੂੰ ਯਾਰ 3 ਰੁਪਏ 75 ਪੈਸੇ ਦੀ ਖਰੀਦੀ ਸੀ ਕੋਟ ਦੇ ਅੱਡੇ ਤੋਂ। ਉਹ ਤੁਰਦਾ ਆਉਂਦਾ, ਮੈਂ ਪੜ੍ਹਦਾ ਹੀ ਆ ਗਿਆ ਸੀ ਘਰ ਨੂੰ। ਕੀ ਬਾਤ ਹੈ ਨਾ ਜੀ। ਮੈਂ ਕੋਲੋਂ ਗਾਣਾ ਵੀ ਸੁਣਾਇਆ ਕਿ ਪੁੰਨਾ ਵੀ ਜ਼ਾਲਮਾ ਮੇਰੇ ਦਿਲਾਂ ਦੇ ਮਹਿਰਮਾ ਵੀ ਬਦਲਾ ਕਿੰਨਾ ਚਿਰ ਹੋਰ ਤੇਰੀ ਛਾਂ। ਮਾਨ ਸਾਹਿਬ ਬੜੇ ਹੈਰਾਨ ਹੋਏ। ਮੈਂ ਕਿਹਾ ਜੀ ਮੈਂ ਪੌਣੇ 4 ਰੁਪਏ ਖਰਚੇ ਸੀ ਤੁਹਾਡੀ ਕਿਤਾਬ ਤੇ। ਪੌਣੇ 4 ਰੁਪਏ? ਹਾਂਜੀ ਬਿਲਕੁਲ। ਤੇ ਅੱਜ ਦੇ ਪੌਣੇ 4000 ਦੇ ਬਰਾਬਰ ਹੀ ਆ। ਯੈਸ ਸਰ। ਮਤਲਬ ਉਹਦਾ ਇੱਕ ਨਸ਼ਾ ਬੜਾ ਸੀ। ਅੱਛਾ, ਮਾਨ ਮਰਾੜਾ ਦੀ ਕਿਤਾਬ ਹੈ ਨਾ, ਉਹ ਸਾਹਿਤਕ ਗਾਣੇ ਸੀ ਜ਼ਿਆਦਾ ਉਹਨਾਂ ਦੇ ਉਹਦੇ ਵਿੱਚ। ਨਹੀਂ ਬਿਲਕੁਲ ਠੀਕ ਹੈ ਜੀ।
ਤੇ ਦੇਵੀ ਭਾਜੀ ਮੈਨੂੰ ਇੱਕ ਗੱਲ ਹੋਰ ਇੱਥੇ ਹੁਣ ਜਿਹੜੀ ਚੰਗੀ ਤਰ੍ਹਾਂ ਸਮਝਾਇਓ ਜੀ ਕਿ ਜਦੋਂ ਤੁਸੀਂ ਵਾਰਤਕ ਪੜ੍ਹਦੇ ਸੀ ਜੀ ਲਿਖੇ ਗੀਤ ਆ ਜੀ ਇਹ ਕਿਉਂ ਕਹਾਣੀ ਲਿਖਣ ਨੂੰ ਜੀ ਨਹੀਂ ਕੀਤਾ, ਲੇਖ ਲਿਖਣ ਨੂੰ ਜੀ ਨਹੀਂ ਕੀਤਾ? ਅੱਜ ਤੱਕ ਵੀ ਹੈਰਾਨ, ਮੈਨੂੰ ਕਈ ਇਹ ਸਵਾਲ ਮਿੱਤਰਾਂ ਨੇ ਪੁੱਛਿਆ ਵੀ ਪਤਾ ਨਹੀਂ ਮੈਨੂੰ, ਮਤਲਬ ਕਵਿਤਾ ਵੀ ਪੜ੍ਹੀ ਆ ਪਰ ਮੈਨੂੰ ਆਨੰਦ ਜ਼ਿਆਦਾ ਵਾਰਤਕ ਪੜ੍ਹਨ ਚ ਆਉਂਦਾ ਸੀ। ਠੀਕ ਹੈ ਜੀ। ਹੁਣ ਕਈ ਲੇਖਕ ਮਿੱਤਰ ਜਸਵੰਤ ਜ਼ਫਰ ਸਾਹਿਬ ਪੋਇਟ ਬਹੁਤ ਅੱਛੇ ਸ਼ਾਇਰ, ਉਹ ਮੈਨੂੰ ਕਹਿੰਦੇ, ਮੈਂ 5-7 ਮਹਿਫਲਾਂ 'ਚ ਬੈਠਾ, ਕਹਿੰਦਾ ਤੇ ਇੱਕੋ ਤਾਂ ਸਮੱਗਰੀ ਬਹੁਤ ਹੈ ਸੁਣਨ ਨੂੰ, ਤੂੰ ਕਹਿੰਦਾ ਹੋਰ ਨਹੀਂ ਤਾਂ ਕਰੈਕਟਰ ਸਕੈਚ ਲਿਖਣੇ ਸ਼ੁਰੂ ਕਰ ਦੇ। ਬਿਲਕੁਲ ਕਹਿੰਦਾ ਕਰੈਕਟਰ ਇਹਨਾਂ ਲੇਖਾ ਤੂੰ ਲਿਖ ਸਕਦਾ। ਭੈਣ ਜੀ ਉਹਨੂੰ ਮੈਸੇਜ ਕਹਿੰਦੇ ਕਿ ਦੇਵੀ ਤੂੰ ਕਹਿੰਦੀ ਘੋਲ ਨਾ ਕਰ, ਵੀ ਤੂੰ ਸੱਚੀ ਤੇਰੇ 'ਚ ਉਹ ਹੁਨਰ ਹੈਗਾ ਆ, ਜਿੱਦਾਂ ਤੂੰ ਬਿਆਨ ਕਰਦਾ ਨਾ ਬਸ ਉਹਨੂੰ ਲਿਖ ਦੇਣਾ ਕਿਤਾਬੀ ਰੂਪ 'ਚ, ਵੀ ਤੂੰ ਕੁਛ ਨਾ ਕੁਛ ਇਹ ਵਾਰਤਕ ਲਿਖ ਸਕਦਾ। ਮੈਂ ਕਹਿੰਦਾ ਪਤਾ ਨਹੀਂ, ਮੈਂ ਵਾਰਤਕ ਪੜ੍ਹੀ ਬਹੁਤ ਆ, ਗਾਰਗੀ ਸਾਹਿਬ ਦਾ ਬਹੁਤ ਅਸਰ ਆ, ਮੰਟੋ ਦਾ ਬਹੁਤ ਅਸਰ ਆ, ਵੱਡੇ ਬੰਦਿਆਂ ਨੂੰ ਪੜ੍ਹਿਆ ਨਾ, ਤਾਂ ਪਰ ਉਹ ਪਤਾ ਨਹੀਂ ਮੇਰਾ ਰੁਝਾਨ ਮਤਲਬ ਨਹੀਂ ਉਧਰ ਨੂੰ ਸੋਚਿਆ ਨਹੀਂ ਵੀ ਮੈਂ ਸਟੈਪ ਲੈ ਸਕਾਂ, ਜਾਂ ਲੱਗਦਾ ਵੀ ਉਹ ਕੰਮ ਬਹੁਤ ਵੱਡਾ ਆ, ਘੰਟਿਆਂ ਬੱਧੀ ਲਿਖਣਾ ਪੜ੍ਹਨਾ ਪੈਂਦਾ ਹੈ ਨਾ। ਹੁਣ ਆਪਾਂ ਵੀ ਕੰਮ ਛੋਟੇ ਸਾਰੇ ਗਾਣਾ ਚਲੋ ਮੂਡ 'ਚ ਬਣਿਆ 10 ਮਿੰਟ 'ਚ ਅੱਧੇ 2 ਘੰਟੇ 'ਚ ਲਿਖਿਆ ਗਿਆ ਤੇ ਬੰਦਾ ਕਹਿੰਦਾ ਚਲੋ ਠੀਕ ਆ ਨਿਬੜ ਗਿਆ ਕੰਮ ਨਾ। ਤਾਂ ਪਤਾ ਨਹੀਂ ਉਧਰ ਨੂੰ ਅਟੈਂਪਟ ਕਰਨ ਨੂੰ WhatsApp ਜੀ ਨਹੀਂ ਕਰਦਾ, ਕਈ ਵਾਰ ਜੀ ਕਰਦਾ ਪਰ ਹਿੰਮਤ ਨਹੀਂ ਪੈਂਦੀ ਵੀ ਉਹ ਸਾਨੂੰ ਟਾਈਮ ਕਿੱਦਾਂ ਕੱਢਾਂਗੇ, ਉਹਦੇ ਲਈ ਟਾਈਮ ਵੱਖਰਾ ਬਹੁਤ ਚਾਹੀਦਾ। ਹੁਣ ਆਪਣੇ ਸਿੰਗਿੰਗ ਦਾ ਕੰਮ ਆ, ਜਿਹੜਾ ਗਾਇਕੀ ਦੇ ਹੋਰ ਕਿੰਨੇ ਕੰਮ ਮਾਰਕੀਟ ਦੇ ਜਿਹੜੇ ਆਪ ਕਰਨੇ ਪੈਂਦੇ ਆ, ਉਹ 'ਚ ਖੱਚਤ ਹੋ ਜਾਣਾ ਬੰਦਾ ਹੈ ਨਾ ਜੀ। ਫਿਰ ਉਹ ਲੱਗਦਾ ਵੀ ਯਾਰ ਔਖਾ ਆ, ਰਹਿ ਲੈਂਦੇ ਆ। ਪਰ ਉਹ ਮੇਰੀ ਕਮਜ਼ੋਰੀ ਬਹੁਤ ਹੈ, ਮੇਰੀ ਜਿਹੜੀ ਮੁਹੱਬਤ ਹੈ ਨਾ, ਪਹਿਲੀ ਮੁਹੱਬਤ ਉਹ ਵਾਰਤਕ ਲੱਗਦੀ ਮੈਨੂੰ, ਵਾਰਤਕ ਲੱਗਦੀ ਹੈ। ਮੈਂ ਅਖਬਾਰ ਦਾ ਨਾਂ ਨਹੀਂ ਲੈਣਾ, ਮੈਂ ਇੱਕ ਵਾਰੀ ਜਗਦੀਪ ਰਾਏ ਹੋਰਾਂ ਦੇ ਨਾਲ ਤੁਹਾਡੇ ਘਰੇ ਗਿਆ ਸੀ, ਤੁਹਾਨੂੰ ਤਾਂ ਚੇਤਾ ਨਹੀਂ ਹੋਣਾ, ਮੈਂ ਉਦੋਂ ਪੱਤਰਕਾਰ ਨਹੀਂ ਸੀ ਮੇਰਾ ਖਿਆਲ। ਜੀ ਤੁਸੀਂ ਫੋਨ ਤੇ ਮੈਨੂੰ ਇਹ ਗੱਲ ਦੱਸੀ। ਹਾਂਜੀ ਬਿਲਕੁਲ। ਤੁਹਾਡੇ ਘਰੇ ਜਿਹੜਾ ਅਖਬਾਰ ਪਿਆ ਸੀ ਨਾ, ਤਾਂ ਮੈਨੂੰ ਉਹ ਦੇਖ ਕੇ ਐਂ ਲੱਗਾ ਕਿ ਭਾਈ ਠੀਕ ਹੈ, ਜੇ ਕਲਾਕਾਰ ਇਹ ਅਖਬਾਰ ਪੜ੍ਹਦੇ ਆ ਜੀ ਬਿਲਕੁਲ, ਤਾਂ ਫਿਰ ਉਹ ਸੱਚੀ ਕਲਾਕਾਰ ਨੇ। ਔਰ ਨਿਰਪੱਖ ਅਖਬਾਰ ਤੁਸੀਂ ਕਹਿੰਦੇ ਵੀ ਬਿਲਕੁਲ ਇੱਕ ਕਿਸੇ ਦੀ ਉਹ ਨਹੀਂ ਬੋਲੀ ਨਹੀਂ ਬੋਲਦਾ, ਆਜ਼ਾਦ ਤੌਰ ਤੇ ਵਿਚਰਦਾ। ਉਹ ਮੈਨੂੰ ਬਹੁਤ ਤੁਹਾਡੀ ਗੱਲ ਚੰਗੀ ਲੱਗੀ ਸੀ। ਤੇ ਉਹ ਅਜੇ ਵੀ ਉਹ ਜਿਹੜੇ ਕਿਉਂਕਿ ਸੋਫੇ ਤੇ ਪਈ ਸੀ ਜੀ ਬਾਜੀ, ਤੇ ਉਹ ਅਜੇ ਤੱਕ ਚੇਤਾ ਹੀ ਸਮੋਸੇ ਖਾ ਕੇ ਜਿਹੜੇ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਵੀ ਪਰਮਵੀਰ ਬਾਠ ਮੇਰੇ ਘਰ ਆ ਕੇ ਗਿਆ, ਕਿਉਂਕਿ ਨੈਚੁਰਲ ਹੁਣ ਜਦ ਤੁਸੀਂ ਪ੍ਰਾਈਵੇਸ਼ਨ ਨੂੰ ਜੋੜਿਆ ਟੱਚਵੁੱਡ ਸਾਰੇ ਪਾਸੇ ਨਾ, ਤਾਂ ਮੈਂ ਅਮਨ ਖਟਕੜ ਭਾਵ ਨੂੰ ਕਿਹਾ ਕਿ ਤੁਹਾਡੇ ਨਾਲ ਗੱਲ ਵੀ ਕੀਤੀ ਸੀ, ਯਾਦ ਤੁਸੀਂ ਆਸਟ੍ਰੇਲੀਆ ਸੀਗੇ, ਤੁਸੀਂ ਇਹ ਗੱਲ ਸੁਣਾਈ ਵੀ ਯਾਰ ਤੁਹਾਡੇ ਘਰ ਮੈਂ ਛੋਲੇ ਭਟੂਰੇ ਖਾਇਆ ਜਗਦੀਪ ਕਿਉਂ ਪੈ ਗਿਆ। ਅੱਛਾ ਦੇਵੀ ਭਾਜੀ, ਤੁਸੀਂ ਫਿਰ ਜਦੋਂ ਆਪਾਂ ਨਿਊਜ਼ੀਲੈਂਡ ਟੱਕਰੇ ਸੀ ਨਾ, ਤੁਸੀਂ 2 ਸ਼ਖਸੀਅਤਾਂ ਦਾ ਜ਼ਿਕਰ ਕੀਤਾ ਸੀ ਬਰਾਬਰ। ਜੀ ਭਾਜੀ, ਇੱਕ ਡਾਕਟਰ ਜਗਤਾਰ ਹੋਰਾਂ ਦਾ, ਦੂਸਰਾ ਡਾਕਟਰ ਸੁਰਜੀਤ ਪਾਤਰ ਹੋਰਾਂ। ਵੈਸੇ ਹੀ ਗੱਲਾਂ ਚ ਜੀ ਬਿਲਕੁਲ ਬਹੁਤ ਸਾਰੇ ਲੋਕਾਂ ਦਾ ਮੰਨਣਾ ਜੀ ਕਿ ਡਾਕਟਰ ਸੁਰਜੀਤ ਪਾਤਰ ਨੂੰ ਪੜ੍ਹਨਾ ਸਮਝਣਾ ਸੌਖਾ ਬਹੁਤ ਹੈ ਜੀ, ਤੇ ਡਾਕਟਰ ਜਗਤਾਰ ਹੋਰਾਂ ਨੂੰ ਔਖਾ ਬਹੁਤ ਹੈ। ਜੀ ਤੇ ਦੋਨੇ ਹੀ ਦਰਿਆ ਹੀ ਨੇ, ਵੱਡੇ ਬੰਦੇ, ਵੱਡੇ ਬਹੁਤ ਵੱਡੇ। ਤੇ ਜਦੋਂ ਤੁਸੀਂ ਦੋਨਾਂ ਨੂੰ ਪੜ੍ਹਦੇ ਹੋ, ਕੋਸ਼ਿਸ਼ ਕਰਦੇ ਹੋ ਸਮਝਣ ਦੀ, ਤੁਸੀਂ ਕਿਵੇਂ ਦੇਖਦੇ ਹੋ? ਭਾਈ ਸੱਚੀ ਉਹ ਇਦਾਂ, ਮੈਨੂੰ ਇੱਕ ਵਾਰ ਨਾ ਕਿਸੇ ਬੰਦੇ ਨੇ ਕਿਹਾ ਸੀ, ਕਹਿੰਦਾ ਜਿਹੜਾ ਇੰਸਟਰੂਮੈਂਟ ਜੋ ਤਬਲਾ ਸਿੱਖਣਾ ਨਾ, ਇਹ ਬੜਾ ਡਰਾਈ ਸਬਜੈਕਟ ਆ, ਤਬਲੇ ਨੂੰ ਹਰ ਬੰਦਾ ਹੱਥ ਨਹੀਂ ਪਾ ਸਕਦਾ ਤਬਲਾ ਸਿੱਖਣ ਲਈ ਜੀ, ਵੀ ਇਹ 'ਚ ਕੋਈ ਉਹ ਤੁਹਾਨੂੰ ਬਸ ਘੰਟਿਆਂ ਬੱਧੀ ਪੁੱਟਾ ਵਜਾਈ ਜਾਣਾ ਹਨਾ। ਤਾਂ ਉਹ ਮੈਨੂੰ ਕਈ ਵਾਰ ਜਗਤਾਰ ਸਾਹਿਬ ਦਾ ਇਦਾਂ ਲੱਗਦਾ ਜੀ। ਹੁਣ ਵਾਕਈ ਇੱਕ ਕਵਿਤਾ ਉਹਨਾਂ ਦੀ ਇੱਕ ਅਲੱਗ ਹੈ, ਉਹ ਕਿਸੇ ਵੇਲੇ ਜਿੱਦਾਂ ਦੀ ਰਸਤਾ ਤੁਹਾਨੂੰ ਦਿੰਦੀ ਆ ਜੀ, ਪਰ ਉਹ ਕਿਤੇ ਨਾ ਕਿਤੇ ਉਹ ਵਿਕਟ ਤਰੀਕੇ ਨਾਲ ਆ। ਜਿਹਦਾ ਕੰਪੋਜੀਸ਼ਨਾਂ ਕਹੀ ਹੁੰਦੀ ਨਾ ਵੀ ਸੌਖੀਆਂ ਤੁਸੀਂ ਗੱਲ ਹੀ ਹੈ ਨਾ, ਕੁਝ ਕੰਪੋਜੀਸ਼ਨ ਜਿਹੜੇ ਵੱਡੇ ਖਾਨ ਸਾਹਿਬ ਲੋਕਾਂ ਦੀਆਂ, ਉਹ ਲੱਭਣ ਲੱਭੋ ਬੰਦਾ ਕਮਲਾ ਹੋ ਜਾਂਦਾ, ਬਾਜਦਾ ਅੱਛਾ ਸੁਰੋ ਕਿਹੜਾ ਲੱਗਾ, ਕਿੱਦਾਂ ਬਣਾਇਆ ਯਾਰ, ਕਿੱਦਾਂ ਬਣਿਆ ਹਨ। ਜਗਤਾਰ ਸਾਹਿਬ ਦਾ ਕਿਤੇ ਨਾ ਕਿਤੇ ਇਦਾਂ ਲੱਗਦਾ, ਜਦੋਂ ਨਜ਼ਮਾਂ ਖਾਸ ਤੌਰ ਤੇ ਪੜ੍ਹਦੇ ਨਾ ਕਵਿਤਾਵਾਂ ਜਿਹੜੀਆਂ, ਤੇ ਉਹ ਲੱਗਦਾ ਵੀ ਯਾਰ ਬਹੁਤ ਡੂੰਘਾ ਹੀ, ਬਹੁਤ ਗੁੰਝਲਦਾਰ ਕੰਮ ਲੱਗਦਾ ਜੀ, ਬਹੁਤ ਗੁੰਝਲਦਾਰ ਕੰਮ ਲੱਗਦਾ। ਤੇ ਗੁਰੂ ਜੀ ਪਾਤਰ ਸਾਹਿਬ ਦਾ ਇੱਕ ਉਹਨਾਂ 'ਚ ਰਿਦਮ ਵੀ ਆ, ਇੱਥੇ ਗੁਣ ਗਾਉਂਦੇ ਗੁਰੂ ਜੀ ਬਹੁਤ ਅੱਛਾ ਹੈ ਨਾ, ਮਿਠਾਸ ਸੁਰ ਵਿੱਚ ਵੀ, ਤੇ ਉਹ ਇੱਕ ਮਤਲਬ ਇੱਕ ਲਚਕਦਾਰ ਲੈਦਾਰੀ ਹੈ ਨਾ, ਉਹ ਤੁਹਾਨੂੰ ਇਹਦੇ ਜੁੜਦੀ ਨਾਲ ਜਾਂਦੇ ਰਸ ਹੈ ਨਾ। ਤਾਂ ਜਗਤਾਰ ਸਾਹਿਬ ਨੇ ਇੱਕ ਵਾਰ ਮੈਂ ਕਿਤੇ ਕਵੀ ਦਰਬਾਰ ਸੀ ਫਗਵਾੜੇ, ਗੁਰੂ ਜੀ ਪਾਤਰ ਸਾਹਿਬ ਦੋਵੇਂ ਬਾਬੇ ਆਏ ਸੀਗੇ, ਤਾਂ ਉਹ ਕਹਿੰਦੇ ਵੀ ਕਿਸੇ ਨੇ ਗੱਲ ਪੁੱਛੀ ਵੀ ਮੈਨੂੰ ਕਹਿੰਦੇ ਵੀ ਕਿ ਕਿੰਨੇ ਪੈਸੇ, ਕਹਿੰਦੇ ਮੈਂ ਉਹਨਾਂ ਨੂੰ ਵੱਧ ਲੈਣੇ ਆ, ਕਿਉਂਕਿ ਉਹ ਨਹੀਂ ਗਾ ਕੇ ਥੋੜਾ ਕਮਾਲ ਕਰ ਰਿਹਾ, ਮੈਂ ਬਿਨਾਂ ਗਾਉਣ ਤੋਂ ਕੰਮ ਪਾਪਾ ਨਹੀਂ, ਇਸ ਕਰਕੇ ਮੇਰੀ ਫੀਸ ਥੋੜੀ ਜ਼ਿਆਦਾ ਚਾਹੀਦੀ। ਮਜ਼ਾਕ ਕਰਦੇ ਸੀ ਤੇ ਪਰ ਦੋਵੇਂ ਮਹਾਨ ਸਨ, ਇਹ 'ਚ ਕੋਈ ਸ਼ੱਕ ਨਹੀਂ, ਇਹ 'ਚ ਕੋਈ ਸ਼ੱਕ ਨਹੀਂ। ਅੱਛਾ ਦੀਪੀ ਭਾਜੀ ਇੱਕ ਗੱਲ ਦੱਸਿਓ, ਇੱਕ ਫੇਜ਼ ਆਉਂਦਾ ਹੈ ਜੀ, ਮੈਂ ਗਾਇਕ ਦੇ ਫੇਜ਼ ਦੀ ਬਾਅਦ 'ਚ ਗੱਲ ਕਰਨੀ ਹੈ, ਗੀਤਕਾਰ ਦੇ ਫੇਜ਼ ਦੀ ਪਹਿਲਾਂ ਗੱਲ ਕਰਨੀ ਹੈ। ਜਦੋਂ ਲਿਖ ਹੋ ਜਾਂਦਾ ਜੀ, ਪਰ ਉਹ 'ਚ ਰਿਕਾਰਡ ਨਹੀਂ ਹੁੰਦਾ ਜੀ ਸਰ, ਉਦੋਂ ਬਹੁਤ ਸਾਰੇ, ਕਿਉਂਕਿ ਹਜ਼ਾਰਾਂ ਨੌਜਵਾਨ ਨੇ, ਪਤਾ ਨਹੀਂ ਉਹਨਾਂ ਦੇ ਵਿੱਚੋਂ ਕਿਹੜੇ ਹੀਰੇ ਨੇ ਜੀ ਬਾਜੀ, ਬਿਲਕੁਲ, ਜਿਹੜੇ ਮਿਹਨਤੀ ਵੀ ਹੋਣਗੇ, ਵਾਰਤਕ ਤੁਹਾਡੇ ਵਾਂਗੂ ਪੜ੍ਹਦੇ ਹੋਣਗੇ, ਪਰ ਚਾਂਸ ਨਹੀਂ ਮਿਲਦਾ ਜੀ ਬਾਜੀ। ਉਹ ਖੜੋਤ ਹੁੰਦੀ ਹੈ, ਉਹ ਨਿਰਾਸ਼ਾ ਹੁੰਦੀ ਹੈ। ਉਹ ਸਮੇਂ ਦਾ ਫੇਜ਼ ਹੋ ਸਕਦਾ 2 ਮਹੀਨੇ ਦਾ ਹੋਵੇ, 2 ਸਾਲ ਦਾ ਹੋਵੇ, 20 ਸਾਲ ਦਾ ਹੋਵੇ। ਸਹੀ ਬਾਤ ਹੈ। ਉਹਦੇ ਵਿੱਚ ਮੈਂ ਦੇਖਿਆ ਕਿ ਕਈ ਮਾਨਸਿਕ ਤੌਰ ਤੇ ਵੀ ਬੰਦੇ ਪਰੇਸ਼ਾਨ ਹੋ ਜਾਂਦੇ ਆ ਕਿ ਭਾਈ ਮੌਕਾ ਹੀ ਨਹੀਂ ਮਿਲਦਾ, ਸਮਾਜ ਕਿੱਦਾਂ, ਸਾਨੂੰ ਢੋਈ ਨਹੀਂ ਮਿਲਦੀ। ਉੱਥੇ ਉਹਨਾਂ ਨੂੰ ਸੁਨੇਹਾ ਕੀ ਹੈ?
ਤੁਸੀਂ ਤਾਂ ਛੇਤੀ ਰਿਕਾਰਡ ਹੋ ਗਿਆ ਸੀ, ਮੈਂ ਤਾਂ ਪੁੱਛਿਆ। ਜੀ ਸਰ ਬਿਲਕੁਲ ਇਹ ਕੰਮ ਸਿਰੜਦਾ ਹੈ ਜੀ ਬਹੁਤ ਜ਼ਿਆਦਾ, ਆਪਾਂ ਮੰਨਣਾ ਮਤ ਇੱਕ ਇਹ 'ਚ ਲਾਜ਼ਤ ਵੀ ਆ, ਤਕਲੀਫ ਵੀ ਆ। ਜਦੋਂ ਇੱਕੋ ਟਾਈਮ ਤੇ ਤੁਹਾਨੂੰ ਮਜ਼ਾ ਵੀ ਆਉਂਦਾ, ਤੁਹਾਨੂੰ ਤਕਲੀਫ ਵੀ ਆਉਂਦੀ ਜੀ। ਕ੍ਰੀਏਟਿਵ ਕੰਮ ਤਾਂ ਕਿਦਾਂ ਦਾ, ਫਿਰ ਉਹਨੂੰ ਮਾਰਕੀਟ 'ਚ ਲੈ ਕੇ ਜਾਣਾ, ਉਹ ਪ੍ਰਵਾਨ ਹੋ ਜਾਏ, ਲੋਕਾਂ ਤੱਕ ਪਹੁੰਚ ਜਾਏ। ਇਹਦਾ ਮਸਲਾ ਸਰ ਮੇਰੇ ਕੋਲ ਅੱਜ ਤੱਕ ਅਸੀਂ ਉਹਨੂੰ ਜੂਝਦੇ ਪਏ ਹਾਂ। ਮੈਂ ਇਮਾਨਦਾਰੀ ਨਾਲ ਕਹਾਂ, ਤੁਸੀਂ ਭਾਵੇਂ ਆਪਣੇ ਕੰਮ ਕਰਦੇ ਆ, ਉਹ ਸਾਨੂੰ ਆਪਣੇ ਕੰਮ ਦੀ ਅੱਗੇ ਟੈਨਸ਼ਨ ਹੈ। ਅੱਛਾ ਯਾਰ ਇਹ ਗਾਣਾ ਹੁਣ ਲਿਖ ਲਿਆ, ਇਹਨੂੰ ਕਰਨਾ, ਇਹਦਾ ਮਿਊਜ਼ਿਕ ਕਰਨਾ, ਇਹਦਾ ਵੀਡੀਓ ਕਰਨਾ, ਇਹਨੂੰ ਅੱਗੇ ਐਡ ਕਰਨੀ ਆ, ਕਿ ਉਹ ਕਿਤੇ ਨਾ ਕਿਤੇ ਜਿਹੜੀਆਂ ਟੈਨਸ਼ਨ ਦਾ ਉਹ ਚੈਲੰਜ ਸਾਹਮਣੇ ਖੜਾ ਹੀ ਹੈ ਸਰ ਜੀ, ਹਨਾ। ਪਰ ਜਿਹੜੇ ਬਿਲਕੁਲ ਨਵੇਂ ਬੱਚੇ ਆ ਉਹਨਾਂ ਲਈ ਆਈ ਥਿੰਕ ਜ਼ਿਆਦਾ ਵੱਡੇ ਹੁੰਦੇ ਆ, ਉਹਨਾਂ 'ਚ ਕੌਨਫੀਡੈਂਸ ਵੀ ਸ਼ਾਇਦ ਉਹਨਾਂ ਨਹੀਂ ਹੁੰਦਾ ਵੀ ਯਾਰ ਹੁਣ ਪਤਾ ਨਹੀਂ ਆਰਟਿਸਟ ਨੂੰ ਪਸੰਦ ਆਉਣਾ ਕਿ ਨਹੀਂ ਆਉਣਾ, ਰਿਕਾਰਡ ਹੋ ਜਾਵੇ, ਲੋਕ ਇਹਨੂੰ ਕੀ ਕਹਿਣਗੇ, ਰਿਐਕਟ ਕਰਨਗੇ, ਉਹ ਵੀ ਚੀਜ਼ਾਂ ਹੈਗੀਆਂ ਜੀ। ਪਰ ਮੈਂ ਉਹਦਾ ਦੇਖਿਆ ਕਈ ਨਵੇਂ ਮੁੰਡੇ ਜੀ, ਉਹਨਾਂ 'ਚ ਕੌਨਫੀਡੈਂਸ ਬਹੁਤ ਆ ਜੀ। ਮੈਂ ਇਹ ਗੱਲ ਦੇਖੀ ਹੈ, ਜੇ ਸ਼ਾਇਦ ਮੈਂ ਜਦੋਂ ਸ਼ੁਰੂ ਕੀਤਾ ਮੇਰੇ 'ਚ ਉਹਨਾਂ ਨਹੀਂ ਸੀਗਾ, ਉਹ ਗੱਲ ਬੜੇ ਕੌਨਫੀਡੈਂਸ ਨਾਲ ਕਰਦੇ ਆ। ਜੇ ਇੱਕ ਦੋ ਗਾਣੇ ਹੋਏ ਵੀ ਆ, ਉਹਨਾਂ ਗੱਲ ਕਰਕੇ ਲੱਗਦਾ ਵੀ ਹਾਂ ਯਾਰ ਇਹ ਬੰਦਿਆਂ 'ਚ ਹੈਗਾ ਕੁਝ, ਕਰੰਟ ਬੜਾ, ਔਰ ਲਿਖਦੇ ਵੀ ਬੜਾ ਅੱਛਾ ਹੈਗੇ ਆ, ਚਾਹੇ ਉਹ ਮਾਰਕੀਟ ਦੇ ਹਿਸਾਬ ਨਾਲ ਲਿਖਦੇ ਆ ਜਾਂ ਉਹ ਕਿਤੇ ਰੂਹਦਾਰੀ ਵੀ ਲਿਖਦੇ ਆ। ਪਰ ਉਹ ਉਹਨਾਂ 'ਚ ਜਿੰਨੇ ਕੁ ਮੈਂ ਕਾਫੀ ਮੁੰਡਿਆਂ ਨੂੰ ਨਵਿਆਂ ਨੂੰ ਮਿਲਿਆ, ਜਿਹਨਾਂ ਦੇ ਰਿਕਾਰਡ ਹੋਏ ਵੀ, ਜਿਹਨਾਂ ਦੇ ਹਾਲੇ ਨਹੀਂ ਵੀ ਹੋਏ, ਉਹਨੂੰ ਸੁਣ ਕੇ ਲੱਗਦਾ ਵੀ ਨਹੀਂ ਯਾਰ ਬੇਟਾ ਤੇਰੇ 'ਚ ਕਰੰਟ ਬਹੁਤ ਆ, ਹੈਗਾ ਕੁਝ, ਲੱਗੇ ਰਹੋ, ਪਿੱਠ ਸਾਪੜੀ ਦੀ ਆ ਵੀ ਲੱਗੇ ਰਹੋ ਮੁੰਨਾ ਬਾਈ, ਹਾਰ ਨਹੀਂ ਮੰਨਣੀ। ਕਿਉਂ ਗੁਰਪ੍ਰੀਤ ਘੁੱਗੀ ਸਾਹਿਬ ਨੇ ਇੱਕ ਵਾਰ ਕਹੀ ਸੀ, ਮੈਂ ਇਹ ਗੱਲ ਐਗਜ਼ਾਮਪਲ ਦਿੰਦਾ ਹੁੰਦਾ, ਕਿਤੇ ਸ਼ੂਟ ਤੇ ਉਹਨੇ ਬੈਠੇ ਸੀਗੇ, ਕੋਈ ਨਵਾਂ ਮੁੰਡਾ ਐਕਟਰ ਆ ਗਿਆ, ਦੁਆ ਸਲਾਮ ਕੀਤੀ, ਕਹਿੰਦਾ ਭਾਜੀ ਤੁਸੀਂ ਐਡੇ ਮਹਾਨ ਹੈ, ਕਾਮਯਾਬ ਆ, ਮੈਨੂੰ ਕੋਈ ਕੰਮ ਆਉਣ ਵਾਲੀ ਗੱਲ ਦੱਸੋ ਜੀ, ਵੀ ਜਿਹੜੀ ਟਿਪਸ ਦਿਓ। ਉਹ ਕਹਿੰਦਾ ਵੀ ਜੱਟਾਂ ਜ਼ਿਮੀਂਦਾਰ ਵਾਲਾ ਕੰਮ ਹੈ, ਸਿਰ ਅੜਾ ਰੱਖੋ, ਕੋਈ ਗੱਲ ਨਹੀਂ, ਜਿੰਨੀਆਂ ਪੈਂਦੀਆਂ ਪਈ ਜਾਣ। ਉਹ ਕਿਆ ਬਾਤ, ਉਹ ਕਹਿੰਦਾ ਜੀ ਬਸ ਮੈਨੂੰ ਸਬਕ ਮਿਲ ਗਿਆ, ਵੀ ਜਾਨੀ ਹਾਰ ਨਹੀਂ ਮੰਨਣੀ, ਹਨਾ ਵੀ ਇਹ ਨਹੀਂ, ਹਨਾ ਵੀ ਨੈਵਰ ਗਿਵ ਅਪ, ਹਨਾ। ਬਿਲਕੁਲ ਠੀਕ ਹੈ। ਤੇ ਉਹ ਚੀਜ਼ ਬਹੁਤ ਵੱਡੀ ਸਰ ਜ਼ਿੰਦਗੀ ਦੇ ਹਰ ਖੇਤਰ 'ਚ ਮੈਨੂੰ ਲੱਗਦਾ ਇਹ ਨੁਕਤਾ ਕੰਮ ਹੈਗਾ, ਚਾਹੇ ਖੇਤੀ ਆ, ਕੁਛ ਵੀ, ਕਿਸੇ ਵੀ ਕੰਮ 'ਚ, ਕਿਸੇ ਵੀ ਕੰਮ। ਬਿਲਕੁਲ। ਅੱਛਾ ਦੇਵੀ ਭਾਜੀ, ਇੱਕ ਗੱਲ ਮੈਨੂੰ ਹੋਰ ਥੋੜੀ ਜਿਹੀ ਦੱਸਿਓ, ਅਸੀਂ ਜਿਹੜੇ ਪੱਤਰਕਾਰ ਲੋਕ ਆ ਜੀ, ਤੁਸੀਂ ਕਲਾਕਾਰ ਹੋ, ਤੁਸੀਂ ਤਾਂ ਬਹੁਤ ਵੱਡੇ ਹੋ। ਹੁਣ ਰੌਲਾ ਇੱਥੇ ਕੀ ਆ ਕਿ ਸਮਾਜ ਦੇ ਵਿੱਚ ਬਹੁਤ ਕੁਝ ਘਟਦਾ ਵਾਪਰਦਾ ਜੀ ਭਾਈ। ਮੈਨੂੰ ਐ ਲੱਗਦਾ ਹੁੰਦਾ ਕਿ ਅਸੀਂ ਇੱਕੋ ਵੱਟ ਤੇ ਬੈਠੇ ਹੁੰਨੇ ਆ, ਖੜੇ ਹੁੰਨੇ ਆ ਜੀ ਸਰ। ਅਸੀਂ ਹੁਣ ਉਹ ਆੜ ਦੇ ਵਿੱਚ ਪਾਣੀ ਆ, ਉਹਦੇ ਵਿੱਚ ਖੜ ਕੇ ਪੈਰ ਧੋ ਲੈਣੇ ਆ, ਜਾਂ ਪਿੱਛੇ ਘਾਹ ਨਾ ਪੂੰਝਣੇ ਆ, ਜਾਂ ਉਹੀ ਘਰ ਨੂੰ ਤੁਰ ਪੈਣਾ, ਜਾਂਦੇ ਮਿੱਟੀ ਸੁੱਕ ਕੇ ਝੜ ਜੂ, ਉਹ ਵੱਖਰੀ ਗੱਲ ਆ, ਕੀ ਕਰਨਾ ਉਹ ਸਾਡੇ ਤੇ ਡਿਪੈਂਡ ਕਰਦਾ ਜੀ ਜੀ। ਸਮਾਜ ਦੇ ਵਿੱਚ ਲੋਕ ਭੁੱਖਮਰੀ ਨਾਲ ਵੀ ਸਾਹਮਣਾ ਕਰਦੇ ਆ ਜੀ ਜੀ ਸਰ। ਖੇਤੀਬਾੜੀ ਦੇ ਵਿੱਚੋਂ ਬਚਦਾ ਕੁਝ ਨਹੀਂ ਪੰਜਾਬ 'ਚ, ਵਪਾਰੀ ਤੰਗ, ਲਾਹੇਵੰਦ ਕੰਮ ਨਹੀਂ ਰਿਹਾ ਜੀ, ਪਾਣੀ ਥੱਲੇ ਚਲਾ ਗਿਆ, ਕੈਂਸਰ ਹੋ ਗਿਆ ਜੀ ਸਰ। ਇਹ ਸਾਰੀਆਂ ਸਥਿਤੀਆਂ ਸਾਡੇ ਸਾਹਮਣੇ ਹੁੰਦੀਆਂ। ਕਈ ਵਾਰੀ ਐ ਲੱਗਦਾ ਹੁੰਦਾ ਉਲੰਭਾ ਕੋਈ ਨਹੀਂ ਆਪਣੇ ਭਾਈਚਾਰੇ ਤੇ ਵੀ, ਮੈਨੂੰ ਤਾਂ ਤੁਹਾਡੇ ਭਾਈਚਾਰੇ ਤੇ ਵੀ, ਕਿ ਅਸੀਂ ਨਰਮੋਹੇ ਕਿੱਦਾਂ ਹੋ ਸਕਦੇ ਹਾਂ, ਅਸੀਂ ਇੰਨੇ ਜੜ ਕਿੱਦਾਂ ਹੋ ਸਕਦੇ ਹਾਂ, ਅਸੀਂ ਇੰਨੇ ਪੱਥਰ ਕਿੱਦਾਂ ਹੋ ਸਕਦੇ ਹਾਂ ਕਿ ਕਈ ਮਹੀਨੇ, ਕਈ ਸਾਲ ਉਸ ਚੀਜ਼ ਦੇ ਉੱਤੇ ਇੱਕ ਸ਼ਬਦ ਵੀ ਨਹੀਂ ਲਿਖਿਆ ਜਾਂਦਾ, ਤੇ ਹੋਰ ਹੀ ਪੰਜਾਬ ਜਿਹੜਾ ਹੈ ਹੀ ਨਹੀਂ ਉਹ ਦਿਖਾਤਾ ਜਾਂਦਾ। ਉਹਦੇ ਬਾਰੇ ਮਾੜੇ ਜਿਹੇ ਚੰਦ ਸ਼ਬਦ ਜਿੰਨੇ ਕੁ ਬੋਲ ਸਕੋ ਜੀ ਸਰ। ਬਿਲਕੁਲ, ਇਹ ਬਹੁਤ ਜ਼ਿੰਮੇਵਾਰੀ ਦੀ ਗੱਲ ਹੈ, ਬਹੁਤ ਵੱਡੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਨਾ। ਤੇ ਕਈ ਵਾਰ ਤਾਂ ਮਤਲਬ ਆਰਟਿਸਟ ਕਈ ਵਾਰ ਇਦਾਂ ਵੀ ਕਹਿੰਦੇ ਯਾਰ ਤੁਸੀਂ ਉਦਾਂ ਦੀ ਗੱਲ ਕਰਦੇ ਆ, ਉਹਨੂੰ ਵਿਊ ਨਹੀਂ ਮਿਲਦੇ, ਸੁਣਦਾ ਨਹੀਂ ਕੋਈ, ਉਹਨੂੰ ਲੋਕੀ ਉਹਨਾਂ ਸੁਣਦੇ ਨਹੀਂ। ਔਰ ਕਿਤੇ ਨਾ ਕਿਤੇ ਸਰ ਮੈਨੂੰ ਲੱਗਦਾ ਗੱਲ ਹੈਗੀ ਆ, 100% ਹੈਗੀ ਆ। ਮੈਂ ਹੁਣ ਦੂਸਰੇ ਤੇ ਵੀ ਪਾਰਟੀਸ਼ਨ ਗਾਣਾ ਕੀਤਾ ਹਨਾ, ਉਹਦੇ ਜੇ ਵਿਊਜ਼ ਦੇਖਦੇ ਆ ਦੂਜੇ ਗੀਤਾਂ ਦੇ ਮੁਕਾਬਲੇ ਘੱਟ ਆ। ਬਿਲਕੁਲ। ਇੱਕ ਸੀਗਾ ਇਹ ਹੋ ਨਹੀਂ ਸਕਦਾ ਆਪਾਂ ਕਦੇ 84 ਭੁੱਲ ਜਾਈਏ, ਉਹਦੇ ਬਿਲਕੁਲ ਘੱਟ ਆ, ਬਿਲਕੁਲ ਘੱਟ ਆ, ਹਨਾ ਜੀ। ਉਹਦੇ ਤੋਂ ਵੱਡਾ ਮਸਲਾ ਕੋਈ ਨਹੀਂ ਹੋ ਸਕਦਾ। ਗਿਲਾ ਨਹੀਂ ਕਰਦਾ ਮੈਂ, ਗਿਲਾ ਨਹੀਂ ਕਰਦਾ, ਪਰ ਕਿਤੇ ਨਾ ਕਿਤੇ ਫਿਰ ਲੱਗਦਾ ਆਰਟਿਸਟ ਵੀ ਸੱਚਾ ਵੀ ਯਾਰ, ਜੇ ਅਸੀਂ ਉਹ ਕਰਦੇ ਆ, ਸਾਡੇ ਦਰਦ ਆ, ਅਸੀਂ ਲਿਖਦੇ ਆ, ਅਸੀਂ ਗਾਉਂਦੇ ਵੀ ਆ, ਪਰ ਉਹਨੂੰ ਲੋਕੀ ਕਿਉਂ ਨਹੀਂ ਉਹਨਾਂ ਪਸੰਦ ਕਰਦੇ, ਉਹਨੂੰ ਕਿਉਂ ਨਹੀਂ ਉਹਨਾਂ ਵੱਡਾ ਲੈ ਕੇ ਜਾਂਦੇ ਹਨਾ। ਆਪੀ ਜੇ ਚਾਹੁੰਦੇ ਹੋ ਸਿੰਜੋ ਫਸਲ ਨੂੰ ਵੱਡੀ ਕਰੋ, ਉਹਨੂੰ ਵੱਡਾ ਕਰੋ ਹਨਾ। ਤੇ ਉਹ ਚੀਜ਼ਾਂ ਮਤਲਬ ਸਰ ਦੋਵੇਂ ਪਾਸੇ ਗੱਲ ਚੱਲਦੀ ਆ, ਪਰ ਆਪਾਂ ਇਹ ਸਮਝਦੇ ਵੀ ਚਲੋ ਸਾਡਾ ਤਾਂ ਜ਼ਿੰਮੇਵਾਰੀ ਹੈ ਹੋਕਾ ਦੇਣਾ, ਅਸੀਂ ਦੇਣਾ ਜਿੰਨਾ ਕੁ ਸਾਨੂੰ ਮਾਲਕ ਨੇ ਵਕਤ ਬਖਸ਼ੀ ਹੈ ਨਾ, ਅਸੀਂ ਉਹ ਛੱਡਣਾ ਨਹੀਂ। ਮਤਲਬ ਹਾਂ ਐਂਟਰਟੇਨਮੈਂਟ ਪਹਿਲਾ ਕੰਮ ਉਹ ਕਰਨਾ ਹੈ, ਦੋਨੋਂ ਚੀਜ਼ਾਂ। ਪਰ ਜਿਹੜੀਆਂ ਇੱਕ ਅਵੇਅਰਨੈਸ ਹੈ, ਜਿਹੜੀ ਚੇਤਨਤਾ ਹੈ ਸਮਾਜ ਪ੍ਰਤੀ, ਲੋਕਾਂ ਜੋ ਵੀ ਹੋ ਰਿਹਾ, ਲੋਕਾਂ ਦੀ ਮਨੋਦਸ਼ਾ ਕੀ ਆ, ਆਰਥਿਕ ਹਾਲਾਤ ਕੀ ਆ, ਸਮਾਜਿਕ ਕੀ ਆ, ਰਾਜਨੀਤਿਕ ਕੀ ਹੋ ਰਿਹਾ, ਉਹ ਤੇ ਜਿੰਨਾ ਐਕਸਟਾਇਰ ਹੋ ਸਕਦਾ ਸੀ ਕਿਤੇ ਨਾ ਕਿਤੇ ਕਰਦੇ ਰਹੀਦਾ। ਦੇਵੀ ਭਾਜੀ ਇੱਕ ਗੱਲ ਮੈਂ ਜ਼ਰੂਰ ਤੁਹਾਨੂੰ ਬੇਨਤੀ ਕਰਨੀ, ਚਲੋ ਤੁਹਾਨੂੰ ਤਾਂ ਲੋੜ ਨਹੀਂ, ਤੁਹਾਡੇ ਰਾਹੀਂ ਬਾਕੀਆਂ ਨੂੰ ਕਰਨੀ ਹੁੰਦੀ ਆ। ਬਹੁਤ ਸਾਰੇ ਲੋਕ ਚੰਗਾ ਲਿਖਦੇ ਆ, ਗਾਉਂਦੇ ਆ, ਤੁਸੀਂ ਹਮੇਸ਼ਾ ਕਿਉਂਕਿ 84 ਵਾਲੀ ਗੱਲ, ਪਾਰਟੀਸ਼ਨ ਵਾਲੀ ਗੱਲ, ਇਹਦੇ ਤੋਂ ਇਲਾਵਾ ਮਾਂ ਵਾਲਾ ਗੀਤ ਸੁਣਨਾ ਹੁਣੇ ਥੋੜੀ ਦੇਰ 'ਚ ਹੀ, ਤੇ ਉਹ ਸਾਰੀਆਂ ਚੀਜ਼ਾਂ ਤੁਸੀਂ ਕਰਦੇ ਹੋ। ਪਰ ਮੈਨੂੰ ਲੱਗਦਾ ਹੁੰਦਾ ਕਿ ਜਿਹੜੇ ਸਾਡਾ ਪੱਤਰਕਾਰ ਭਾਈਚਾਰਾ ਤੇ ਤੁਹਾਡਾ ਕਲਾਕਾਰਾਂ ਵਾਲਾ, ਇਹਨਾਂ ਦਾ ਲੋਕਾਂ ਤੇ ਪ੍ਰਭਾਵ ਪੈਂਦਾ ਜੀ ਭਾਜੀ। ਬਿਲਕੁਲ। ਭੁੱਖ ਸਾਰਿਆਂ ਨੂੰ ਲੱਗਦੀ ਹੈ, ਕਿਉਂਕਿ ਅਸੀਂ ਮੂੰਗਫਲੀ ਨਹੀਂ ਵੇਚਦੇ ਕਿ ਭਾਈ ਕਿਸੇ ਨੇ ਲੈ ਲਈ ਨਹੀਂ ਲਈ ਕੋਈ ਗੱਲ ਨਹੀਂ ਜੀ ਸਰ, ਕਿਉਂਕਿ ਉਹ ਫਿਰ ਇੰਨਾ ਕੁ ਪ੍ਰਭਾਵ ਪੈ ਜਾਂਦਾ ਕਿ ਕਈ ਵਾਰੀ ਔਖਾ ਹੋ ਜਾਂਦਾ। ਅਸੀਂ ਸਮਾਜ ਨੂੰ ਦਿਸ਼ਾ ਵੀ ਦੇ ਦਿੰਦੇ, ਦਿਸ਼ਾਹੀਣ ਵੀ ਕਰ ਦਿੰਦੇ ਜੀ। ਬਿਲਕੁਲ। ਉੱਥੇ ਅਸੀਂ ਬਿਲਕੁਲ ਨਰਮੋਹੇ ਹੋ ਕੇ ਨਹੀਂ ਚੱਲ ਸਕਦੇ ਜੀ। ਬਿਲਕੁਲ ਬਿਲਕੁਲ। ਤੇ ਹੁਣ ਮੈਨੂੰ ਇਹ ਜ਼ਰੂਰ ਦੱਸਿਓ ਕਿ ਜਦੋਂ ਵਿਊ ਨਹੀਂ ਮਿਲਦੇ, ਕਿਉਂਕਿ ਤੁਸੀਂ ਜੇ ਮੈਂ ਅੱਗੇ ਜਾ ਕੇ ਛੋਣੀ ਸੀ ਉਹ ਗੱਲ ਜੀ ਜੀ, ਜਦੋਂ ਦਾ ਸੋਸ਼ਲ ਮੀਡੀਆ ਆਇਆ ਨਾ ਜੀ ਜੀ, ਮੈਨੂੰ ਐਂ ਲੱਗਦਾ ਹੁੰਦਾ ਕਿ
ਉਹ ਇੱਕ ਹੁੰਦੇ ਨਹੀਂ, ਉਹ ਜਿਹੜੇ ਇੱਕ ਵਿਸ਼ੇਸ਼ ਤਰ੍ਹਾਂ ਦੇ ਕਰਤੱਵ ਕਰਦੇ ਹੁੰਦੇ ਰੱਸੀ ਤੇ ਤੁਰਨ ਵਾਲੇ। ਜੀ ਜੀ ਜੀ, ਮੈਨੂੰ ਲੱਗਦਾ ਹੁੰਦਾ ਕਿ ਅਸੀਂ ਰੋਜ਼ ਰੱਸੀ ਤੇ ਤੁਰਦੇ, ਇਹਨਾਂ ਨੇ ਪ੍ਰੋਗਰਾਮ ਕਰਨਾ ਹੁੰਦਾ। ਸੱਚੀ ਗੱਲ ਹੈ, ਇਦਾਂ ਹੀ ਤੇ ਰੱਸੀ ਤੇ ਤੁਸੀਂ ਵੀ ਤੁਰਦੇ ਹੋ। ਚੈਲੰਜ ਉਹਨਾਂ ਹੀ ਵੱਡਾ, ਚੈਲੰਜ ਉਹਨਾਂ ਹੀ ਵੱਡਾ। ਬਿਲਕੁਲ ਬਿਲਕੁਲ। ਅੱਗੇ ਪਤਾ ਨਹੀਂ ਸੀ ਲੱਗਦਾ, ਹੁਣ ਤਾਂ ਸਾਹਮਣੇ ਪਤਾ ਲੱਗਦਾ। ਤੇ ਹੁਣ ਇਦਾਂ ਦੇ ਬੰਦੇ ਵੀ ਹੈਗੇ ਆ ਤੁਹਾਡੇ ਸਾਡੇ ਦੋਨਾਂ ਖੇਤਰਾਂ ਦੇ ਵਿੱਚ। ਰਾਤੋਂ ਰਾਤ ਕਹਿੰਦੇ ਜੀ 25 ਲੱਖ ਨੇ ਦੇਖ ਲਿਆ, ਵੈਸੇ ਪਤਾ ਨਹੀਂ ਕਿੱਦਾਂ ਦੇਖ ਲਿਆ। ਚਲੋ ਆਪਾਂ ਉਧਰ ਨਹੀਂ ਜਾਂਦੇ। ਸਹੀ ਗੱਲ ਹੈ, ਇਹ ਸਮੱਸਿਆ ਹੈਗੀ ਸਾਰੇ ਪਾਸੇ, ਹੈਗੀ ਹੈ ਨਾ। ਜੀ ਜੀ। ਹੁਣ ਮੈਨੂੰ ਇਹ ਦੱਸਿਓ ਕਿ ਬਹੁਤ ਪ੍ਰੈਸ਼ਰ ਹੁੰਦਾ ਇਹ ਜੀ ਭਾਈ, ਕਿ ਸੋਸ਼ਲ ਮੀਡੀਆ ਤੋਂ ਪਹਿਲਾਂ ਕਲਾਕਾਰ ਇਹ ਤੈਅ ਕਰਦਾ ਸੀ ਕਿ ਮੈਂ ਕੀ ਲਿਖਣਾ ਜੀ ਤੇ ਕੀ ਗਾਉਣਾ। ਜੀ ਸਰ, ਮੈਨੂੰ ਇਹ ਲੱਗਦਾ ਕਿ ਸੋਸ਼ਲ ਮੀਡੀਆ ਨੇ ਖੁਦ ਸਾਨੂੰ ਹੱਕਣਾ ਸ਼ੁਰੂ ਕਰਤਾ, ਪੱਤਰਕਾਰਾਂ ਨੂੰ ਵੀ ਕਲਾਕਾਰਾਂ ਨੂੰ ਵੀ। ਬਿਲਕੁਲ, ਸਟੀਅਰਿੰਗ ਆਪਣੇ ਹੱਥ ਨੂੰ, ਸਟੀਅਰਿੰਗ ਆਪਣੇ ਹੱਥ 'ਚ ਲੈ ਲਿਆ। ਤੇ ਉਹਦਾ ਨੁਕਸਾਨ ਵੀ ਆ ਤੇ ਉਹਦਾ ਹੋ ਸਕਦਾ ਫਾਇਦਾ ਹੋਵੇ। ਤੁਹਾਨੂੰ ਕਿੰਨਾ, ਸਾਨੂੰ ਪ੍ਰੈਸ਼ਰ ਫੀਲ ਹੁੰਦਾ, ਮੈਂ ਸਾਫ਼ ਕਹਿਣਾ, ਤੁਹਾਨੂੰ ਹੁੰਦਾ ਕਿ ਨਹੀਂ ਹੁੰਦਾ? ਬਿਲਕੁਲ ਭਾਜੀ, ਹੁੰਦਾ ਤਾਂ ਹੈਗਾ, ਪਰ ਪਤਾ ਨਹੀਂ, ਜਾਂ ਤਾਂ ਹੁਣ ਅਸੀਂ ਸਾਨੂੰ ਸ਼ੁਰੂ ਹੋਏ ਨੂੰ ਚਿਰ ਹੋ ਗਿਆ। ਮੈਂ ਆਪਣੀ ਗੱਲ ਕਰਾਂ ਤੇ ਉਹ ਅਸੀਂ ਉਹ ਕਿਤਾਬਾਂ ਪੜ੍ਹ ਕੇ ਉਹਦੇ ਚੋਂ ਸਾਡੇ ਗੀਤ ਨਿਕਲੇ ਆ, ਜਾਂ ਜੋ ਚੰਗੇ ਸਾਹਿਤ ਨੂੰ ਪੜ੍ਹਿਆ, ਚੰਗੇ ਲਿਟਰੇਚਰ ਨੂੰ, ਚੰਗੇ ਸ਼ਾਇਰਾਂ ਨੂੰ ਪੜ੍ਹਿਆ ਸੁਣਿਆ, ਉਹਨਾਂ ਦੀ ਸੰਗਤ ਕੀਤੀ। ਮੈਂ ਸਾਰਾ ਸਿਹਰਾ ਉਹਨਾਂ ਨੂੰ ਦਿੰਦਾ, ਜੋ ਮੈਂ ਅੱਜ ਤੱਕ ਮਾੜਾ ਮੋਟਾ ਲਿਖਦਾ ਉਹਨਾਂ ਦੀ ਬਦੌਲਤ ਹੈ, ਉਹਨਾਂ ਲੋਕਾਂ ਦੀ ਆਸ਼ੀਰਵਾਦ ਹੈ ਨਾ। ਤੇ ਪਰ ਮੈਨੂੰ ਤਾਂ ਜਿਹੜੀ ਇਦਾਂ ਨਹੀਂ ਕਦੇ ਲੱਗਾ ਵੀ ਹਾਂ ਮੈਂ ਇਹ ਛੱਡ ਕੇ ਬਿਲਕੁਲ ਕੁਝ ਹੋਰ ਕਰਨਾ ਤੇ ਮੈਂ ਵੱਡਾ ਜੱਜ ਬਣੂਗਾ। ਨਹੀਂ ਯਾਰ, ਮੈਂ ਜਿੰਨਾ ਕੁ ਜੋਗਾ ਹੈਗਾ ਆ, ਜਿੰਨਾ ਕੁ ਮੈਨੂੰ ਮਾਲਕ ਦੀ ਕਿਰਪਾ ਨਾਲ ਪਿਆਰ ਮਿਲਿਆ ਉਹ ਬਹੁਤ ਆ। ਮੇਰੀ ਵਕਤ ਨਾਲੋਂ ਜ਼ਿਆਦਾ, ਮੇਰੀ ਹੈਸੀਅਤ ਤੋਂ ਜ਼ਿਆਦਾ ਮੈਨੂੰ ਤਾਂ ਲੱਗਦਾ ਵੀ ਲੋਕੀ ਜ਼ਿਆਦਾ ਪਿਆਰ ਕਰਦੇ ਆ। ਇਸ ਕਰਕੇ ਮੈਨੂੰ ਸਰ ਕਦੇ ਲੱਗਦਾ ਨਹੀਂ ਵੀ ਮੈਂ ਕੋਈ ਛੱਡ ਕੇ ਕੋਈ ਹੋਰ ਸ਼ਾਰਟਕਟ ਬਣਾਵਾਂ, ਹੈ ਨਾ ਜੀ। ਪਰ ਕਿਉਂਕਿ ਜਿਹੜੀ ਚੇਤਨਤਾ ਉਹ ਸਾਡੀ ਮਰਨੀ ਨਹੀਂ ਚਾਹੀਦੀ। ਜੋ ਆਲੇ ਦੁਆਲੇ ਹੁੰਦਾ ਉਹ ਤੋਂ ਸੁਚੇਤ ਰਹੀਏ। ਔਰ ਉਹ ਜੇ ਤਕਲੀਫ ਵਾਲੀ ਗੱਲ ਹੈ, ਸਾਨੂੰ ਤਕਲੀਫ ਹੋਣੀ ਚਾਹੀਦੀ ਹੈ। ਜੇ ਖੁਸ਼ੀ ਵਾਲੀ ਗੱਲ ਹੈ, ਸਾਨੂੰ ਉੱਥੇ ਭੰਗੜੇ ਪਾਉਣੇ ਚਾਹੀਦੇ ਆ। ਜੇ ਤੁਸੀਂ ਇੱਕ ਗੀਤ ਗਾ ਕੇ ਸਟੇਜ ਤੋਂ ਆ ਕੇ ਜੇ ਸਾਹਮਣੇ ਬੰਦਾ ਜਿਹੜਾ ਕੋਈ ਅੰਗਹੀਣ ਬੈਠਾ ਜਾਂ ਕੋਈ ਭੁੱਖਾ ਬੈਠਾ, ਜਿਹਦੇ ਕੱਪੜੇ ਪਾਟੇ, ਜੇ ਤੁਹਾਨੂੰ ਘਰੇ ਆ ਕੇ ਚੇਤਾ ਨਾ, ਤੁਸੀਂ ਕਲਾਕਾਰ ਨਹੀਂ, ਅਸੀਂ ਪੱਤਰਕਾਰ ਨਹੀਂ। ਸਹੀ ਗੱਲ, ਬਿਲਕੁਲ। ਉਹ ਅੰਦਰ ਤੁਹਾਡੀ ਟੀਸ ਹੋਣੀ ਚਾਹੀਦੀ ਆ, ਜਿਹੜੀ ਨਾ ਹੁੰਦੀ ਇੱਕ ਇਦਾਂ ਟਸ ਉਹ ਜ਼ਮੀਰ ਉਹ ਮਰਨੀ ਨਹੀਂ ਚਾਹੀਦੀ, ਉਹ ਜ਼ਿੰਦਾ ਰਹਿਣੀ ਜ਼ਰੂਰੀ ਹੈ। ਅੱਛਾ ਦੇਵੀ ਭਾਜੀ, ਹੁਣ ਗਾਇਕ ਤੁਸੀਂ ਬਣੇ ਜੀ, ਕਿੰਨਾ ਕੁ ਔਖਾ ਰਹਿੰਦਾ? ਕਿਉਂਕਿ ਇੱਕ ਤਾਂ ਹੈਗਾ ਨਾ ਕਿ ਤੁਸੀਂ ਲਿਖ ਦਿੱਤਾ, ਕਿਸੇ ਨੇ ਗਾਤਾ। ਜੀ ਸਰ, ਤੁਹਾਡੇ ਲਿਖੇ ਦੇ ਉੱਤੇ ਕੋਈ ਕਿੰਤੂ ਨਹੀਂ ਕੋਈ ਕਰਦਾ। ਗਾਇਕ ਜਿਹੜਾ ਉਹ ਸਭ ਤੋਂ ਵੱਧ ਮੂਹਰੇ, ਜਿਹੜਾ ਉਹਦਾ ਫੇਸ ਅੱਗੇ ਹੁੰਦਾ। ਹੁਣ ਜਦੋਂ ਤੁਸੀਂ ਗਾਇਕ ਬਣ ਗਏ, ਪੂਰੇ ਕਲਾਕਾਰ ਬਣ ਗਏ 100% ਜੀ, ਉਹਦੇ ਤੋਂ ਬਾਅਦ ਇੱਕਦਮ ਪ੍ਰਵਾਨ ਚੜ ਗਿਆ ਸੀ? ਕਿਉਂਕਿ ਹੁਣ ਬਹੁਤ ਸਾਰੇ ਗਾਇਕ ਨੇ ਜਿਹੜੇ ਅੱਗੇ ਆਉਣਾ ਚਾਹੁੰਦੇ ਆ, ਮੁੰਡੇ ਕੁੜੀਆਂ ਕਮਜ਼ੋਰ ਘਰਾਂ ਦੇ ਵੀ ਆ। ਤੇ ਜਦੋਂ ਤੁਸੀਂ ਗਾਉਣਾ ਸ਼ੁਰੂ ਕੀਤਾ, ਉਹਦੇ ਤੋਂ ਬਾਅਦ ਕਿੰਨੇ ਕੁ ਸਾਲ ਸੀ ਜਦੋਂ ਐਂ ਲੱਗਦਾ ਰਿਹਾ ਯਾਰ ਕਿਤੇ ਬੈਕ ਗੇਅਰ ਹੀ ਲਾ ਲਈਏ, ਕਾਹਤੋਂ ਇਸ ਖੇਤਰ 'ਚ ਆ ਗਏ? ਪ੍ਰਵਾਨ ਤੁਸੀਂ ਬਹੁਤ ਚੜੇ, ਸਿਰੇ ਤੇ ਚੜੇ, ਕਿਉਂਕਿ ਜਿਹੜੇ ਉਮੀਦਾਂ ਦੇ ਚਿਰਾਗ ਆ ਨਾ ਉਹ ਬਲੀ ਜਾਂਦੇ ਆ। ਹੁਣ ਤੁਸੀਂ ਦੱਸਿਓ ਕਿ ਕਿੰਨਾ ਕੁ ਚਿਰ ਉਹ ਫੇਜ਼ ਰਿਹਾ? ਸਰ ਮੈਨੂੰ ਆਈ ਥਿੰਕ ਜਿਹੜੇ ਉਦੋਂ ਟੇਪਾਂ ਦਾ ਦੌਰ ਸੀਗਾ, ਜਿਹੜੀ ਪਹਿਲੀਆਂ 2 ਟੇਪਾਂ ਸੀ ਉਹ ਇੰਨੀਆਂ ਚੰਗੀਆਂ ਨਹੀਂ ਗਈਆਂ। ਠੀਕ ਹੈ। ਪਹਿਲੀ ਸੀ ਜਿਹੜੀ ਅਹੂਜਾ ਸਾਹਿਬ ਦੇ ਮਿਊਜ਼ਿਕ ਸੀ, ਜਦ ਮਾਂ ਨਹੀਂ ਰਹਿੰਦੀ, ਦੁਨੀਆ ਸੁੰਨੀ ਹੋ ਜਾਵੇ ਜਦ ਮਾਂ ਨਹੀਂ ਰਹਿੰਦੀ। ਉਹ ਤੇ ਇੱਕ ਨਾਲ ਸੀਗੇ ਸਾਡੀ ਗਲੀ ਲੰਘਦੇ ਰਹੋ, ਉਹਦਾ ਮਿਊਜ਼ਿਕ ਸੰਗਤਾਰ ਉਹਨਾਂ ਨੇ ਕੀਤਾ ਸੀ, ਸੰਗਤਾਰ ਕਮਲ ਮਨੋਹਰ ਵਾਰਸ ਉਹਨਾਂ ਛੋਟੇ ਬ੍ਰਦਰ ਜੀ। ਤੇ ਉਹ ਦੋਵੇਂ ਨਹੀਂ ਸੀ। ਫਿਰ ਮੈਨੂੰ ਥੋੜਾ ਲੱਗਾ ਵੀ ਯਾਰ 2 ਟੇਪਾਂ ਆਈਆਂ, ਉਹਨਾਂ ਕੋਈ ਗੱਲ ਬਣੀ ਨਹੀਂ। ਤਾਂ ਉਦੋਂ ਖਾਲੀ ਐਡ ਦੇ ਵੀ ਸਾਧਨ ਨਹੀਂ ਸਰ ਹੁੰਦੇ ਸੀਗੇ, ਕੱਲਾ ਦੂਰਦਰਸ਼ਨ ਹੀ ਹੁੰਦਾ ਸੀਗਾ। ਤੇ ਉੱਥੇ ਜਿੰਨਾ ਕੁ ਮਾੜਾ ਮੋਟਾ ਗੀਤ ਚੱਲ ਗਿਆ ਜਾਂ ਪੋਸਟਰ ਲੱਗਦੇ ਸੀ ਕੈਸਟ ਦੀ ਦੁਕਾਨ ਤੇ, ਜਾਂ ਇੱਕ ਅਖਬਾਰ 'ਚ ਐਡ ਪਾਤੀ, ਇੰਨੀ ਕਿ ਡੱਬੀ ਪਾਤੀ, ਇਹੀ ਸਾਰਾ ਐਡ ਹੁੰਦੇ ਸੀ। ਪਰ ਉਹ ਦੋਵੇਂ ਕੰਮ ਥੋੜਾ ਢਿੱਲਾ ਜਿਹਾ ਰਹਿ ਗਿਆ। ਤਾਂ ਮੈਂ ਥੋੜਾ ਜਿਹਾ ਹੋਇਆ ਵੀ, ਪਰ ਮੈਨੂੰ ਇੱਕ ਹੌਸਲਾ ਇਹ ਰਹਿ ਗਿਆ ਵੀ ਕੁਝ ਜਿਹੜੇ ਮੇਰੇ ਗਾਣੇ ਲਿਖੇ ਕੰਮ ਆ ਗਏ ਜੀ, ਜਿਹੜੇ ਬਾਕੀ ਆਰਟਿਸਟਾਂ ਨੇ ਗਾਏ ਸੀ ਨਾ, ਉਹ ਗਾਣੇ ਹਿੱਟ ਸੀਗੇ ਜੀ। ਤੇ ਜੇ ਕਿਸੇ ਨੇ ਬੁਕਿੰਗ ਕੇ ਵਿਰੁੱਧ ਹੋਣਾ, ਯਾਰ ਉਹ ਜੋ ਮੁੰਡਾ ਜਿਹਨੇ ਫਲਾਣਾ ਗਾਣਾ ਲਿਖਿਆ ਸੀ, ਫਿਰ ਜਦੋਂ ਸਟੇਜ ਤੇ ਪਰਫਾਰਮ ਕਰਨਾ, ਉਹ ਮਾਲਕ ਦੀ ਕਿਰਪਾ ਨਾਲ ਸਾਡੀ ਪਰਫਾਰਮੈਂਸ ਪਸੰਦ ਆ ਜਾਣੀ ਜੀ, ਸਾਨੂੰ ਉੱਥੋਂ ਗਾਹਾਂ ਕੰਮ ਮਿਲ ਜਾਣਾ। ਪਹਿਲਾਂ 2 ਸਾਲ ਸਾਰੇ ਇਦਾਂ ਕੰਮ ਮਿਲ ਗਿਆ ਜੀ, ਵੀ ਜੇ ਪ੍ਰੋਗਰਾਮ ਲਾ ਕੇ ਆਉਣਾ ਉੱਥੋਂ ਕੋਈ ਹੋਰ ਬੁੱਕ ਹੋ ਜਾਣਾ ਦੇਖ ਕੇ। ਤੇ ਤੀਜੀ ਐਲਬਮ ਸੀ ਫਿਰ ਜਿਹੜੀ ਜਿਹਨੇ ਮਤਲਬ ਸਾਨੂੰ ਪੱਕੇ ਪੈਰੀ ਕੀਤਾ, ਲਾਰੇ ਤੇਰੇ ਨਹੀਂ ਮੁੱਕਣੇ ਜੀ, ਝੂਠੇ ਨਹੀਂ ਲਾਰੇ ਤੇਰੇ ਨਹੀਂ ਮੁੱਕਣੇ, ਜਿੰਦ ਸਾਡੀ ਮੁੱਕਣੇ ਤੇ ਆਈ ਹੈ, ਸੰਤਾਰ ਦਾ ਮਿਊਜ਼ਿਕ ਜੀ। ਤੇ ਉਹ ਟੱਚ ਵੁੱਡ ਉਹਨੇ ਫਿਰ ਜਿਹਦਾ ਸਲਾਬੇ ਚੱਕ ਤੇ ਗੁੱਡੀ ਚਾੜ੍ਹਤੀ, ਬਿਲਕੁਲ ਜੀ। ਉਹ ਤਾਂ ਫਿਰ ਮਹੀਨੇ ਦੇ 30 ਪ੍ਰੋਗਰਾਮ ਜਦੋਂ ਹੁੰਦਾ ਸੀ ਨਾ, ਵੀ ਉਦੋਂ ਲੱਗਣ ਲੱਗ ਗਿਆ ਜੀ। ਉਦੋਂ ਫਿਰ ਟੀਪ ਨਹੀਂ ਕਰਨੀ ਪਈ, ਉਦੋਂ ਪਲਾਸਟਰ ਕਰਤਾ ਬਸ ਸਿੱਧਾ ਜੀ ਐਨ ਪੂਰਾ ਕਰਕੇ, ਬਿਲਕੁਲ ਗਰਮਾਲਾ ਫੇਰ ਦਿੱਤਾ ਜੀ ਸਰ। ਉਹ ਤੀਜੀ ਐਲਬਮ ਸੀ ਜਿੱਤੋਂ ਮੈਨੂੰ ਲੱਗਦਾ ਵੀ ਜਾਨੀ, ਦੂਜੀ ਤੇ ਮੈਂ 2 ਤੱਕ ਮੈਨੂੰ ਕਿਤੇ ਨਾ ਕਿਤੇ ਰਿਹਾ ਸੀਗਾ ਵੀ ਯਾਰ ਜੇ ਬਿਲਕੁਲ ਨਾ ਹੋਇਆ ਵੀ ਔਖਾ ਆ। ਪਰ ਮੈਨੂੰ ਤੁਹਾਡੇ ਜਿਹੜਾ ਮਾਂ ਵਾਲਾ ਗੀਤ ਆ ਨਾ, ਉਹ ਮੈਨੂੰ ਸਿਖਰ ਹੀ ਲੱਗਦਾ ਰਿਹਾ ਅੱਜ ਤੱਕ ਜੀ ਜੀ। ਉਹ ਸੁਣਾ ਜ਼ਰੂਰ ਦਿਓ। ਹਾਂ, ਪਹਿਲੀ ਐਲਬਮ ਸੀ ਨਾ। ਹਾਂਜੀ ਉਹ ਮੈਂ ਮੁਕੜਾ ਸੁਣਾਉਂਦਾ ਜੀ। ਮਾਂ ਦੇ ਸਿਰ ਤੋਂ ਵਾਰੀ ਦੁਨੀਆ, ਮਾਂ ਬੱਚਿਆਂ ਲਈ ਸਾਰੀ ਦੁਨੀਆ, ਸੜਦੇ ਧੁੱਪੇ ਬੋਟ ਜਾਂ ਸਿਰ ਤੇ ਛਾਂ ਨਹੀਂ ਰਹਿੰਦੀ, ਦੁਨੀਆ ਸੁੰਨੀ ਹੋ ਜਾਵੇ ਜਦ ਮਾਂ ਨਹੀਂ ਰਹਿੰਦੀ ਹੈ, ਦੁਨੀਆ ਸੁੰਨੀ ਹੋ ਜਾਵੇ ਜਦ ਮਾਂ ਨਹੀਂ ਰਹਿੰਦੀ। ਕੀ ਬਾਤਾਂ ਦੇਵੀ ਭਾਜੀ, ਇਹ ਜਿਹੜਾ ਤੁਹਾਡਾ ਗੀਤ ਹੈ ਨਾ, ਮਾਲਵਾ ਖੇਤਰ ਦੇ ਵਿੱਚ ਜਦੋਂ ਖੁਦਕੁਸ਼ੀਆਂ ਹੋਣ ਲੱਗੀਆਂ ਸੀ ਜੀ ਸਰ, ਜਦੋਂ ਵੀ ਕੋਈ ਔਰਤ ਉੱਥੇ ਖੁਦਕੁਸ਼ੀ ਕਰਦੀ ਸੀ, ਨਹਿਰ 'ਚ ਛਾਲ ਮਾਰਦੀ ਸੀ, ਤਾਂ ਸਾਡੇ ਕੋਲ ਰਿਪੋਰਟਾਂ ਆਉਂਦੀਆਂ ਜੀ। ਮੈਨੂੰ ਉਸੇ ਵੇਲੇ ਥੋੜਾ ਗੀਤ ਚੇਤੇ ਆਉਂਦਾ ਹੁੰਦਾ ਉਹਨਾਂ ਦੇ ਬੱਚਿਆਂ ਵੱਲ ਦੇਖ ਕੇ। ਬਿਲਕੁਲ ਭਾਜੀ, ਬਹੁਤ ਬੜਾ ਮੁਸ਼ਕਲ ਹੁੰਦਾ ਜੀ
ਕਿਉਂਕਿ ਮਾਂ ਦੇ ਬਿਨਾਂ ਜ਼ਿੰਦਗੀ ਆਪਾਂ ਚਿੱਤ ਵੀ ਨਹੀਂ ਸਕਦੇ ਨਹੀਂ, ਇਹ 'ਚ ਕੋਈ ਸ਼ੱਕ ਨਹੀਂ। ਇੱਕ ਵਿਰਸੇ ਨਾਲ ਸੰਬੰਧਿਤ ਤੁਹਾਡਾ ਗੀਤ ਹੈ, ਮੈਂ ਜ਼ਰੂਰ ਚਾਹੁੰਦਾ ਕਿ ਨਾਲ ਲੱਗਦਾ ਉਹ, ਇਸ ਕਰਕੇ ਮੈਂ ਇਹ ਦੋਨੋਂ ਗੀਤ ਟੱਚ ਕਰਨੇ ਆ ਜੀ ਕਿ ਅੱਜ ਜਿਹੜੇ ਪ੍ਰਾਈਮ ਏਸ਼ੀਆ ਟੀਵੀ ਦੇ ਦੁਨੀਆ ਭਰ ਦੇ ਵਿੱਚ ਸਾਡੇ ਪਰਿਵਾਰ ਦੇ ਮੈਂਬਰ ਬੈਠੇ ਆ ਜੀ, ਅਸੀਂ ਉਹਨਾਂ ਦੇ ਸਾਹਮਣੇ ਚੁਣੌਤੀ ਵੀ ਅੱਜ ਛੱਡ ਕੇ ਜਾਣੀ ਆ ਕਿ ਚੰਗਾ ਲਿਖਣ ਵਾਲੇ ਵੀ ਆ, ਚੰਗਾ ਗਾਉਣ ਵਾਲੇ ਵੀ ਆ, ਤੁਸੀਂ ਪਿਆਰ ਜਿਹੜਾ ਟੋਕਰੇ ਭਰ ਦੇਣਾ ਜੀ। ਉਹ ਨਜ਼ਮ ਸੀ ਸਰ, ਉਹ ਕਿਉਂ ਆਪਣਾ ਵਿਰਸਾ ਤਬਾਹ ਹੋ ਰਿਹਾ ਹੈ, ਮੈਨੂੰ ਲੱਗਦਾ ਸੀਗਾ ਬੜੀ ਲੰਬੀ। ਇੱਕ ਬੰਦ ਜੇ ਮੈਨੂੰ ਸ਼ਾਇਦ ਯਾਦ ਆ ਗਿਆ ਕਿ ਕਦੇ ਬੋਲੀ ਨਹੀਂ ਜੀ ਸੀਗਾ ਕਿ ਪਿਆਰੀ ਮਾਂ ਬੋਲੀ ਜ਼ੁਬਾਨ ਦਾ ਮਸਲਾ, ਸਮਝੋ ਤਾਂ ਇੱਜ਼ਤ ਤੇ ਆਉਣ ਦਾ ਮਸਲਾ ਜੀ। ਸਹੁੰ ਖਾ ਕੇ ਆਪਣੀ ਕਹੋ ਗੱਲ ਦਿਲ ਦੀ, ਕਿਤੇ ਮਾਂ ਬੋਲੀ ਜੀ ਮਿਠਾਸ ਹੈ ਮਿਲਦੀ। ਬੈਠਿਓ ਕਾਹਤੋਂ ਪੰਜਾਬੀ ਨੂੰ ਛੱਡੀ, ਆਪਣੀ ਜੇ ਮਾਂ ਨੂੰ ਅਸੀਂ ਮਾਂ ਨਹੀਂ ਕਹਿੰਦੇ, ਦੱਸੋ ਫਿਰ ਯਾਰੋ ਕਿਸੇ ਦੀ ਕੀ ਲੱਗੀ। ਕੀ ਬਾਤ ਹੈ। ਮਾਂ ਪੁੱਤ ਚ ਕਿਉਂ ਫਾਸਲਾ ਹੋ ਰਿਹਾ ਹੈ, ਕਿਉਂ ਆਪਣਾ ਵਿਰਸਾ ਤਬਾਹ ਹੋ ਰਿਹਾ ਹੈ, ਕਿਉਂ ਸ਼ਾਇਦ ਆਖਰੀ ਯਾਦ ਹੋਏਗਾ, ਜੇ ਰਹੇ ਬੱਚੇ ਵਿਰਸੇ ਜ਼ੁਬਾਨ ਤੋਂ ਵਾਂਝੇ ਤਾਂ ਹੋ ਜਾਓਗੇ ਆਪਣੀ ਪਛਾਣ ਤੋਂ ਵਾਂਝੇ। ਕੌਮ ਦੁਨੀਆ ਦੇ ਨਕਸ਼ੇ ਤੋਂ ਲਹਿ ਜਾਏਗੀ, ਜੋ ਗੁਰੂਆਂ ਪੀਰਾਂ ਪੈਗੰਬਰਾਂ ਨਵਾਜ਼ੀ, ਕਿਤਾਬਾਂ ਕੈਲੰਡਰਾਂ ਤੇ ਹੀ ਰਹਿ ਜਾਏਗੀ। ਕੀ ਬਾਤ ਹੈ। ਕਾਲੇ ਨਹੀਂ ਰਹਿਣਾ, ਹੋ ਸਕਣਾ ਨਹੀਂ ਬੱਗੇ, ਪਿੱਛਾ ਗਵਾਉਣਾ ਤੇ ਪਹੁੰਚਣਾ ਨਹੀਂ ਅੱਗੇ। ਸਿੰਘ ਰਾਮ ਅਲੀ ਬਣ ਬੀਤੀ ਗੱਲ ਜਾਣੇ, ਸਾਰੇ ਹੈਰੀ ਟੈਰੀ ਗੈਰੀ ਵਿੱਚ ਬਦਲ ਜਾਣੇ। ਕੀ ਬਾਤ। ਵਾਸਤਾ ਹੀ ਦੇਬੀ ਦਾ ਕੁਛ ਰਹਿਮ ਖਾਵੋ, ਨਾ ਆਉਂਦੀਆਂ ਨਸਲਾਂ ਦੇ ਮੁਜਰਮ ਕਹਾਵੋ, ਨਹੀਂ ਤਾਂ ਤੀਜੀ ਪੀੜ੍ਹੀ ਹੋ ਖਤਮ ਕਹਾਣੀ, ਕੌਮ ਸੂਰਜ ਵਰਗੀ ਡੁੱਬ ਪੱਛਮ ਚ ਜਾਣੀ। ਮਖਸੂਸ ਪੂਰੀ ਬੁਰਾ ਹੋ ਰਿਹਾ ਹੈ, ਹਰ ਦਿਲ ਨੂੰ ਖਤਰਾ ਜਿਹਾ ਹੋ ਰਿਹਾ ਹੈ, ਕਿਉਂ ਆਪਣਾ ਵਿਰਸਾ ਤਬਾਹ ਹੋ। ਕੀ ਬਾਤਾਂ, ਕੀ ਉਦੋਂ ਸਰ ਜਦੋਂ ਨਵਾਂ ਉਦੋਂ ਲਿਖੀ ਸੀ, ਬਹੁਤ ਕਮਾਲ ਦੀ ਹੈ। ਅੱਛਾ ਦੇ ਭਾਜੀ, ਇੱਥੇ ਦੱਸਿਓ ਕਿ ਜਦੋਂ ਇੱਦਾਂ ਦਾ ਲਿਖਣਾ ਪੈਂਦਾ ਹੈ, ਜਦੋਂ 84 ਤੇ ਲਿਖਣਾ ਪੈਂਦਾ, ਜਦੋਂ ਪਾਰਟੀਸ਼ਨ ਤੇ ਲਿਖਣਾ ਪੈਂਦਾ ਜੀ, ਮੈਨੂੰ ਐਂ ਲੱਗਦਾ ਹੁੰਦਾ ਕਿਉਂਕਿ ਸੁਣਨ ਵਾਲੇ ਲਈ ਉਹ ਇੱਕ ਗੀਤ ਹੈ 11 ਮਿੰਟ ਦਾ, 4 ਮਿੰਟ ਦਾ, 8 ਮਿੰਟ ਦਾ, ਜਾਂ ਇਹ ਨਜ਼ਮ ਹੈ ਤੁਹਾਡੀ ਜੀ। ਪਰ ਜਦੋਂ ਬੰਦਾ ਲਿਖਦਾ ਉਹ ਹਫਤਾ 10 ਦਿਨ ਉਹਦੇ ਵਿੱਚ ਜਿਉਂਦਾ ਜੀ ਸਰ, ਉਹਦੇ ਵਿੱਚ ਰਹਿੰਦਾ, ਉਹਨੂੰ ਮਹਿਸੂਸ ਕਰਦਾ। ਹੋ ਸਕਦਾ ਉਹ ਬਾਕੀਆਂ 'ਚ ਬੈਠਾ ਹੋਵੇ ਕਿਤੇ ਪਾਰਟੀ ਦੇ ਉੱਤੇ, ਪਰ ਉਹਨੂੰ ਪਸੀਨਾ ਆ ਜਾਂਦਾ ਕਈ ਵਾਰੀ ਸੋਚ ਕੇ, ਤਾਰ ਉੱਥੇ ਵੱਜਦੀ ਹੈ। ਜਦੋਂ ਕਦੇ ਉਹ ਫੇਜ਼ ਹੰਡਾਉਣਾ ਪੈਂਦਾ, ਪਰਿਵਾਰ ਵਾਲੇ ਕਿਤੇ ਇਦਾਂ ਦਾ ਨਹੀਂ ਕਹਿੰਦੇ ਕੀ ਤੁਸੀਂ ਚੁੱਪ ਕਰਕੇ ਬੈਠੇ ਹੋ ਇੱਥੇ, ਸਾਰੇ ਵਿੱਚ ਗੱਲਾਂ ਕਰਿਆ ਕਰੋ, ਇਦਾਂ ਦੀ ਵੀ ਕਦੇ ਗੱਲ ਆਉਂਦੀ ਹੈ? ਜੀ ਸਰ, ਮੇਰੇ ਖਿਆਲ ਸਾਨੂੰ ਇੱਕ ਗੀਤਕਾਰਾਂ ਨੂੰ ਜਾਂ ਪੋਇਟਸ ਨੂੰ ਇੰਨਾ ਸ਼ਾਇਦ ਨਹੀਂ ਲੰਬਾ ਸਮਾਂ ਰਹਿਣਾ ਪੈਂਦਾ ਉਸ ਫੇਜ਼ ਵਿੱਚ। ਕੋਈ ਵਾਰਤਕ ਲਿਖਣਾ ਨੂੰ ਸਰ ਜ਼ਿਆਦਾ ਰਹਿਣਾ ਪੈਂਦਾ। ਮੰਨ ਲਓ ਕਿਸੇ ਨੇ ਨਾਵਲ ਲਿਖਣਾ 200-400 ਪੇਜ ਦਾ, ਕਹਾਣੀ ਲਿਖਣੀ ਵੱਡੀ, ਪਲੇ ਲਿਖਣਾ ਹੈ ਨਾ, ਉਹ ਮੇਰੇ ਖਿਆਲ ਨੂੰ ਜ਼ਿਆਦਾ ਜੂਝਣਾ ਪੈਂਦਾ। ਉਹ ਅਲੱਗ-ਅਲੱਗ ਬੰਦ ਲਿਖਣੇ ਆ, ਅਲੱਗ-ਅਲੱਗ ਉਹ ਪੈਰਾਗ੍ਰਾਫ ਲਿਖਣੇ ਆ, ਅਲੱਗ-ਅਲੱਗ ਸਮਾਂ ਚਿਤਰਨਾ, ਫਿਰ ਉੱਥੇ ਕਰੈਕਟਰ ਡਿਫਰੈਂਟ ਹੋਣੇ ਆ, ਹੈ ਨਾ ਜੀ। ਉਹ ਪਰ ਜਿੱਦਾਂ ਸਾਡੇ ਨਜ਼ਮ ਆ ਜਾਂ ਕਵਿਤਾ, ਗਜ਼ਲ ਦੇ ਸ਼ੇਰ ਆ, ਗਾਣਾ, ਇਹ ਕਿਉਂਕਿ ਛੇਤੀ ਮੁੱਕ ਜਾਂਦਾ। ਆਪਣੇ 2-4 ਮਿੰਟ ਦਾ ਗਾਣਾ ਹੁੰਦਾ ਤੇ ਲਿਖਣ 'ਚ ਵੀ ਮੈਕਸੀਮਮ ਜੇ ਮੰਨ ਲਓ ਘੰਟਾ 2 ਘੰਟੇ ਮੈਕਸੀਮਮ ਕਿਤੇ ਲੱਗਦੇ ਆ ਮੇਰੇ ਹਿਸਾਬ ਨਾਲ। ਜਦੋਂ ਥੋੜਾ ਫਲੋ ਬਣ ਗਿਆ ਚਲੋ ਤਾਂ ਮਿੰਟੋ ਮਿੰਟ ਹੀ ਲਿਖਿਆ ਜਾਂਦਾ ਹੈ ਨਾ। ਤੇ ਆਈ ਥਿੰਕ ਉਹ ਜਿਹੜਾ ਫੇਸ ਉਹ ਜ਼ਿਆਦਾ ਚਿਰ ਨਹੀਂ ਬੰਦੇ 'ਚ ਰਹਿੰਦਾ ਮੇਰੇ ਹਿਸਾਬ ਨਾਲ। ਹਾਂ, ਕੁਝ ਵਾਰਤਕ ਦਾ ਜ਼ਿਆਦਾ ਟਾਈਮ ਤੁਸੀਂ ਵਾਰਤਕ ਖੁਦ ਪੜ੍ਹੀ ਹੈ, ਤੁਸੀਂ ਵਿਚਰੇ ਬਹੁਤ ਵਾਰਤਕ ਲਿਖਾਰੀਆਂ ਨਾਲ, ਤੇ ਸਾਨੂੰ ਸਰ ਉਹਨਾਂ ਨਹੀਂ ਲੱਗਦਾ, ਮਤਲਬ ਉਸ ਲਈ ਸਵਿਚ ਆਫ ਹੋ ਜਾਂਦਾ ਹੈ। ਫਿਰ ਉਹ ਜਦੋਂ ਤੁਹਾਡੇ ਕੋਲ ਮਿੱਤਰ ਪਿਆਰਾ ਆ ਗਿਆ, ਫਿਰ ਹਾਸਾ ਮਜ਼ਾਕ ਹੋਰ ਸ਼ੁਗਲ ਦੀਆਂ ਗੱਲਾਂ ਹੁੰਦੀਆਂ। ਦੇਬੀ ਲਾਈਵ ਜਦੋਂ ਕਿਹੜੇ ਸਾਲ ਸ਼ੁਰੂ ਕੀਤਾ ਸੀ ਤੇ ਅਗਲਾ ਪ੍ਰੋਗਰਾਮ, ਕਿਉਂਕਿ ਹੁਣ ਉਡੀਕਦੇ ਨੇ ਤੁਹਾਡੇ ਚਾਹਣ ਵਾਲੇ, ਉਹਨਾਂ ਨੂੰ ਐਂ ਲੱਗਦਾ ਕਿ ਭਾਈ ਕੁਛ ਐਸਾ ਆਵੇ ਜਿਹਨੂੰ ਰਾਤ ਨੂੰ ਹੌਲੀ ਆਵਾਜ਼ 'ਚ ਵੀ ਸੁਣੀਏ ਤੇ ਜਦੋਂ ਕਾਰ ਚਲਾਉਂਦੇ ਆ ਤਾਂ ਉੱਚੀ ਆਵਾਜ਼ 'ਚ ਵੀ ਸੁਣੀਏ। ਜੀ ਸਰ, ਇਹ 2001 'ਚ ਸਾਡੀ ਐਲਬਮ ਆਈ ਸੀ ਗੋਇਲ ਕੰਪਨੀ ਬਠਿੰਡਾ 'ਚ, ਮੁਖੜੇ ਦਾ ਲਿਸ਼ਕਾਰਾ, ਸਰਤਾਰ ਉਹਨਾਂ ਦਾ ਮਿਊਜ਼ਿਕ ਸੀਗਾ ਉਹਦੇ ਵਿੱਚ। ਤੇ ਉਹਦੀ ਦੇਬੀ ਲਾਈਵ 1 ਜਿਹੜੀ ਬਣੀ ਹੈ ਨਾ 2001 'ਚ ਉਹ ਰਿਲੀਜ਼ ਹੋਈ ਹੈ, ਤਾਂ 2002 'ਚ ਫਿਰ ਸ਼ਾਇਦ ਉਹਨਾਂ ਨੇ ਜੀ VCD ਬਣਾਈ ਸੀ। ਤਾਂ ਉਦੋਂ ਆਮ ਸੀ ਲਿਪਸਿੰਗ ਕਰਦੇ ਸੀਗੇ, ਉਹ ਕਹਿੰਦੇ ਨੇ ਵੀ ਤੁਸੀਂ ਗਾਣਾ ਲਾਈਵ ਆਡੀਅנס 'ਚ ਤੁਸੀਂ ਗਾ ਦਿਓ, ਅਸੀਂ ਐਡਿਟ ਕਰਕੇ ਆਪੇ ਰੱਖ ਲਾਂਗੇ। ਉਹ ਕੋਟ ਸ਼ਮੀਰ ਪਿੰਡ ਹੈ ਮੈਨੂੰ ਯਾਦ, ਬਠਿੰਡਾ ਮਾਨਸਾ ਰੋਡ ਤੇ ਉਹ ਬੜਾ ਇਕੱਠ ਬੜਾ ਤਕੜਾ ਸੀਗਾ, ਤੇ ਮੈਨੂੰ ਬੜਾ ਚਾਅ ਚੜ ਗਿਆ ਕਿ ਵੈਸੇ ਮਾਲਵੇ 'ਚ ਰੁਝਾਨ ਬੜਾ ਖਾੜੇ ਸੁਣਨ ਦਾ, ਲੋਕੀ ਬਹੁਤ ਜ਼ਿਆਦਾ ਫੀਲ ਹੁੰਦਾ ਬੰਦੇ ਨੂੰ ਵੀ ਹੈਗੇ 22 ਪਿੰਡਾਂ ਦੀ ਪੰਚਾਇਤਾਂ ਇਕੱਠੀਆਂ ਕੀਤੀਆਂ ਜੀ। ਫਰੰਟ ਤੇ ਜਿਹੜਾ ਸਰਦਾਰ ਮੁੱਛਾਂ ਖੜੀ ਕਰਕੇ ਬੈਠੇ ਨਾ, ਉਹ ਸਾਰੇ ਪੰਚਾਇਤਾਂ ਸੀ, 22 ਪਿੰਡਾਂ ਦੀ ਪੰਚਾਇਤਾਂ ਨੇ ਇਕੱਠੀਆਂ ਕੀਤੀਆਂ। ਤੇ ਮੈਨੂੰ ਇੰਨਾ ਬੜਾ ਉਤਸ਼ਾਹ, ਮੈਂ ਕਿਹਾ ਯਾਰ ਜੋਸ਼ ਜਿਹਾ, ਹਾਂ ਠੀਕ ਹੈ। ਤੇ ਉਹ ਸਰ ਫਿਰ ਪੋਇਟਰੀ ਨਵੀਂ ਸੀਗੀ, ਉਹ ਸਾਰੇ ਉਹਨਾਂ ਨੇ ਗਾਣੇ ਤਾਂ 7-8 ਸੀਗੇ ਜਿਹੜੇ ਉਹਨਾਂ ਦੀ ਕੰਪਨੀ ਦੇ ਸੀਗੇ, ਬਾਕੀ ਪੋਇਟਰੀ ਜਿੰਨੇ ਸ਼ੇਰ ਨਵੇਂ ਸੀਗੇ ਉਹ ਸਾਰੇ ਇੱਕ 'ਚ ਫਿਰ ਕਰਕੇ ਇੱਕ ਰੁਝਾਨ ਫਿਰ ਟ੍ਰੈਂਡ ਸਰ ਸ਼ੁਰੂ ਹੋ ਗਿਆ। ਤੇ ਅੱਜ ਤੱਕ ਮਾਲਕ ਦੀ ਕਿਰਪਾ ਨਾਲ ਚੱਲਿਆ ਆਉਂਦਾ, 7 ਹੋ ਗਈਆਂ ਜੀ। ਤੇ ਬਿਲਾਈ 7 ਪਿਛਲੇ ਸਾਲ ਸਤੰਬਰ 'ਚ ਰਿਲੀਜ਼ ਕੀਤੀ ਸੀ 2020 'ਚ, ਤੇ ਹੁਣ 8 ਦੀ ਤਿਆਰੀ ਹੈ ਸਰ। ਅਗਲੇ ਸਾਲ ਸੋਚਦੇ ਹਾਂ ਸ਼ਾਇਦ ਇੱਧਰ ਕੈਨੇਡਾ ਕਰ ਲਈਏ ਜੀ। ਠੀਕ ਹੈ ਜੀ, ਮੈਂ ਵੀ ਟੋਰਾਂਟੋ, ਕਿਉਂਕਿ ਹੁਣ ਟੂਰ ਪਲਾਨ ਕਰ ਰਹੇ ਸਰ ਅਗਲੇ ਸਾਲ ਸਤੰਬਰ ਮਹੀਨੇ ਦਾ। ਤੇ ਕੋਵਿਡ ਮਹਾਰਾਜ ਸੁੱਖ ਰੱਖੇ। ਹਾਂ ਬਿਲਕੁਲ ਜੀ, ਇਹ ਹੁਣ ਜੀ ਪਰੋਣਾ ਪੇਠੋਂ ਨੂੰ ਚੰਗਾ ਲੱਗਦਾ ਇਹ ਜਾਵੇ ਹੈ ਨਾ। ਤੇ ਉਹ ਸਰ ਫਿਰ ਇਸ ਤਰ੍ਹਾਂ ਹੈਗਾ ਵੀ ਇੱਧਰੋਂ ਸ਼ੁਰੂ ਕਰਕੇ ਸਾਰੇ ਕੈਨੇਡਾ ਵਿੱਚ, ਤੇ ਟੋਰਾਂਟੋ ਜਿਹੜੀ ਸਾਡੀ ਟੀਮ ਆ ਤੇ ਉਹਨਾਂ ਨੇ ਸੋਚਿਆ ਵੀ ਅਸੀਂ ਉੱਚ ਕਰਕੇ ਵੀ ਜਿਹੜੇ ਲਾਈਵ 8 ਰਿਕਾਰਡ ਉੱਥੇ ਟੋਰਾਂਟੋ 'ਚ ਕਰੀਏ। ਜੀ ਸਰ, ਹਾਂਜੀ। ਹੋਰ ਵੀ ਬਾਕੀ ਕਿਸੇ ਪ੍ਰੋਗਰਾਮ ਹੈਗੇ ਆਉਣ ਵਾਲੇ ਸਾਲ ਦੇ ਵਿੱਚ? ਜਣੀ
ਜੀ ਸਰ ਬਿਲਕੁਲ, ਕਿਉਂਕਿ ਹੁਣ ਕੋਵਿਡ ਨੇ 2 ਸਾਲ ਤਾਂ ਜੀ ਬਿਲਕੁਲ ਕੰਮ ਬੰਦ ਰੱਖਿਆ। ਹੁਣ ਨਿਊਜ਼ੀਲੈਂਡ ਆਸਟ੍ਰੇਲੀਆ ਦਾ ਜਗਦੀਪ ਹੁਣ ਉਹਨਾਂ ਬਿੱਟੂ ਮਨਜਿੰਦਰ ਗਰੇਵਾਲ ਸਾਹਿਬ ਨਾਲ ਗੱਲ ਚੱਲਦੀ ਪਈ ਆ, ਉਹ ਵੀ ਪਲਾਨ ਕਰਦੇ ਪਏ ਆ। ਤੇ ਕੁਝ USA ਦੇ ਸਰ ਆਪਣੇ ਮਿੱਤਰ ਸੱਜਣ ਹੈਗੇ ਨੇ, ਪੋਪੀ ਵੀਰ ਹੁਣੀ ਤੇ ਬੇ ਏਰੀਏ 'ਚ, ਕੁਝ ਮਿਸ਼ੀਗਨ ਦਵਿੰਦਰ ਗਰੇਵਾਲ ਵੀਰ ਹੈਗੇ, ਕੁਝ 4-5 ਸੱਜਣ, ਉਹ ਪਲਾਨ ਕਰਦੇ ਜੀ ਮੇਬੀ ਵਿਸਾਖੀ ਤੇ ਅਪ੍ਰੈਲ ਮਈ ਦਾ। ਅੱਛਾ, ਦੇਬੀ ਲਾਈਵ ਦੇ ਲਈ ਹੁਣ ਜਿਹੜੀਆਂ ਉਹ ਰੋਟੀਆਂ ਪਕਾਉਣੀਆਂ, ਆਟਾ ਗੁੰਨਣਾ ਤਿਆਰ ਕਰਤਾ, ਮਟੀਰੀਅਲ ਤਿਆਰ ਹੋ ਗਿਆ? ਉਹ ਸਰ ਬਸ ਆਈ ਜਾਂਦਾ ਕੋਈ ਨਾ ਕੁਝ, ਹੋਰ ਧੂੜਾ ਲੈ ਲਿਆ, ਇੱਧਰੋਂ ਆ ਗਿਆ, ਪੀੜੇ ਬਣਾ ਕੇ ਰੱਖਦੇ ਨੇ ਤੁਹਾਡੇ ਕਹਿਣ ਮੁਤਾਬਕ। ਨਹੀਂ ਬਿਲਕੁਲ ਠੀਕ ਹੈ ਜੀ ਸਰ। ਉਹ ਕਰੀ ਜਾਣ ਵਿੱਚ ਕੁਝ ਪੁਰਾਣਾ ਆ ਜਾਂਦਾ, ਫਿਰ ਕਈ ਵਾਰ ਨਾਲ ਦੀ ਨਾਲ ਕੁਝ ਨਵਾਂ ਲਿਖਿਆ ਜਾਂਦਾ। ਹੁਣ ਮੈਂ ਕੋਈ ਸੈਰ ਕਰਦੇ ਕਰਦੇ ਕੁਝ ਮਿਸਰੇ ਆਏ ਸੀ, ਮੈਨੂੰ ਸ਼ਾਇਦ ਇੱਕ ਪਹਿਲਾ ਸ਼ੇਰ ਯਾਦ ਹੋਣਾ ਕਿ ਅੰਦਰ ਦੀ ਤਕਲੀਫ ਨੂੰ ਸਦਾ ਛੁਪਾ ਕੇ ਮਿਲਦਾ ਹਾਂ ਜੀ, ਅੰਦਰ ਦੀ ਤਕਲੀਫ ਨੂੰ ਸਦਾ ਛੁਪਾ ਕੇ ਮਿਲਦਾ ਹਾਂ, ਮੈਂ ਹਰੇਕ ਮੁਸੀਬਤ ਨੂੰ ਮੁਸਕਾ ਕੇ ਮਿਲਦਾ। ਕੀ ਬਾਤ ਆ। ਉਹਦੇ ਦਿਲ ਚੋਂ ਚਿਹਰੇ ਤੋਂ, ਉਹਦੇ ਦਿਲ ਚੋਂ ਚਿਹਰੇ ਤੋਂ ਕੁੜੱਤਣ ਨਹੀਂ ਜਾਂਦੀ, ਉਹਦੇ ਦਿਲ ਚੋਂ ਚਿਹਰੇ ਤੋਂ ਕੁੜੱਤਣ ਨਹੀਂ ਜਾਂਦੀ, ਮੈਂ ਹਮੇਸ਼ਾ ਸਾਰੇ ਗਿਲੇ ਭੁਲਾ ਕੇ ਮਿਲਦਾ। ਕੀ ਬਾਤ ਆ, ਕੀ ਬਾਤ ਆ। ਦੇਬੀ ਸ਼ੁਕਰ ਮਨਾ ਤੂੰ ਜਦ ਜੀ ਕੀਤਾ ਆ ਜਾਨਾ, ਦੇਬੀ ਸ਼ੁਕਰ ਮਨਾ ਤੂੰ ਜਦ ਜੀ ਕੀਤਾ ਆ ਜਾਨਾ, ਬਾਕੀਆਂ ਨੂੰ ਮੈਂ ਗੇੜੇ ਕਈ ਲਵਾ ਕੇ ਮਿਲਦਾ। ਇੱਥੇ ਰੱਖ। ਕੀ ਬਾਤ ਸਰ, ਇਦਾਂ ਕੁਝ ਨਾ ਕੁਝ ਆਉਂਦਾ ਰਹਿੰਦਾ, ਝਰੀਟੀ ਜਾਈਦਾ ਫਿਰ। ਅੱਛਾ ਦੇਬੀ ਭਾਜੀ, ਕੋਈ ਕਮੀ ਮੇਰੇ ਵਿੱਚ ਹੋਵੇਗੀ? ਆਮ ਤੌਰ ਦੇ ਉੱਤੇ ਨਾ ਇਹ ਲੱਗਦਾ ਹੁੰਦਾ ਸਾਰਿਆਂ ਨੂੰ ਕਿ ਭਾਈ ਮੇਰੇ ਤੋਂ ਵੱਡਾ ਕੌਣ ਹੈ, ਮੈਂ ਪਰਫੈਕਟ ਹਾਂ। ਹਾਂ, ਵੀ ਮੇਰੇ ਇੱਥੇ ਨਾ ਕਿੰਨੇ ਹੀ ਮੈਡਲ ਜੇ ਲੱਗੇ ਹੋ ਆ, ਇੱਥੇ ਲੱਗੇ ਹੋ ਆ, ਫੀਤੀਆਂ ਹੈਗੀਆਂ ਜੀ ਸਰ। ਉਹ ਕੋਈ ਕਮੀ ਮੇਰੇ ਵਿੱਚ ਹੋਵੇਗੀ, ਉਹ ਕਿਉਂ ਲਿਖਿਆ, ਉਹ ਥਾਟ ਕਿੱਥੋਂ ਆਇਆ? ਤੇ ਜੇ ਜਿੰਨਾ ਕਿ ਚੇਤੇ ਆ ਉਹ ਸੁਣਾਇਓ ਜ਼ਰੂਰ। ਉਹ ਜਿਹੜਾ ਇੱਕ ਤਗਮਾ ਮਸ਼ਹੂਰੀ ਦਾ ਲੱਗਾ ਸੀ ਨਾ, ਤੇ ਉਹ ਜ਼ਰੂਰ ਤੇ ਇਸ਼ਤਿਹਾਰ ਬਦਨਾਮੀ ਵਾਲਾ ਜਿਹੜਾ ਮੈਂ ਪਹਿਲਾਂ ਕੀਤਾ ਨਾ, ਮੈਂ ਕ੍ਰੈਡਿਟ ਦੇਣਾ ਚਾਹੂੰਗਾ ਜੀ ਪੁਰਾਣੇ ਸ਼ਾਇਰਾਂ ਨੂੰ, ਸਾਹਿਤਕਾਰਾਂ ਨੂੰ, ਜਿਨ੍ਹਾਂ ਦੀ ਸੰਗਤ ਕੀਤੀ ਆ। ਸਰਦਾਰ ਗੁਰਦੇਵ ਸਿੰਘ ਮਾਨ, ਉਹਨਾਂ ਦੇ 6-7 ਸਾਲ ਅਸੀਂ ਚਰਨਾਂ 'ਚ ਬੈਠੇ ਹਾਂ ਜੀ, ਐਬਸਫੋਰਡ ਰਹਿੰਦੇ ਹੁੰਦੇ ਸੀ ਜੀ। ਤੇ ਉਹ ਇੱਕ ਗੱਲ ਅਕਸਰ WhatsApp ਕਹਿੰਦੇ ਹੁੰਦੇ ਸੀ, ਕਹਿੰਦੇ ਯਾਰ ਬੇਟਾ, ਕਹਿੰਦਾ ਮੈਂ ਆਪਣੇ ਆਪ ਨੂੰ ਬਰੀ ਨਹੀਂ ਕਰਦਾ ਇਸ ਇਲਜ਼ਾਮ ਤੋਂ, ਸਾਡੀ ਕਹਿੰਦੇ ਆਦਤ ਆ, ਅਸੀਂ ਕਹਿੰਦੇ ਨੁਕਸ ਲੱਭਦੇ ਰਹਿੰਦੇ ਦੂਜੇ ਵੀ ਇਹਦੀ ਲੱਤ ਕਿੱਥੋਂ ਖਿੱਚੀਏ ਜੀ, ਉਹ 'ਚ ਹਜ਼ਾਰਾਂ ਹੀ ਗੁਣ ਹੋਣ, ਕਹਿੰਦਾ ਨਹੀਂ 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 ਇਹਦੀ ਕਮੀ ਲੱਭੋ, ਹੈ ਨਾ। ਉਹਨਾਂ ਜਿਹੜਾ ਇੱਕ ਫਰੇਜ਼ ਬੋਲਦੇ ਸੀ ਨਾ, ਫਿਕਰਾ, ਮੈਂ ਉਹਦੇ ਕੁਰਬਾਨ ਜਾਂਦਾ ਸੀ। ਕਹਿੰਦਾ ਯਾਰ ਚਾਹੀਦਾ ਇਹ ਆ ਵੀ ਤੁਸੀਂ ਦੂਜੇ ਦੇ ਗੁਣ ਲੱਭੋ ਜੀ। ਕਹਿੰਦੇ ਔਗਣਾ ਦਾ ਕੀ ਆ, ਕਲਰ ਚੱਕ ਕੇ ਝਾਤ ਬਾਹਰੋਂ ਬਾਗ ਲੱਗੇ ਪਏ ਅੰਦਰ, ਬਾਗ ਲੱਗੇ ਪਏ ਅੰਦਰ। ਕੀ ਸ਼ਬਦ ਮੈਂ ਸੋਚਦਾ ਕਿਤੇ ਮੈਂ ਫਿੱਟ ਕਰਾਂਗਾ ਪੋਇਟਰੀ 'ਚ ਕਿਤੇ ਨਾ, ਤੇ ਅੰਦਰ ਬਾਗ ਲੱਗੇ ਪਏ ਸੁੱਖ ਨਾ, ਆਪਣੇ ਕੋਲ ਬਥੇਰੇ ਆ, ਦੂਜੇ ਦੇ ਭਾਈ ਗੁਣ ਦੇਖੋ, ਗੁਣ ਦੇਖੋ। ਉਹ ਕਿਤੇ ਬਹੁਤ ਸਟ੍ਰਾਈਕ ਮਾਰਦੀ ਸੀ ਗੱਲ ਸਰ, ਸ਼ਾਇਦ ਉਹਦੇ ਵਿੱਚੋਂ ਇਹ ਗੱਲ ਨਿਕਲੀ ਹੋਣੀ ਆ। ਅਸੀਂ ਕਹਿੰਦੇ ਨਹੀਂ ਤਾਂ ਹਮੇਸ਼ਾ ਅਸੀਂ ਆਪਣੀ ਕਿਸੇ ਨਾਕਾਮਯਾਬੀ ਹੈ ਜਾਂ ਕੋਈ ਕਿਸੇ ਵੀ ਕੁਝ ਹੋਇਆ, ਅਸੀਂ ਲੱਭਦੇ ਵੀ ਇਹ ਦੋਸ਼ ਕਿਹਨੂੰ ਦਈਏ, ਸਿੱਟ ਦਈਏ ਕਿਸੇ ਤੇ, ਬਲੇਮ ਕਿਤੇ ਲਾਈ ਵੀ ਯਾਰ ਉਹ ਜੇ ਇਦਾਂ ਨਾ ਕਰਦਾ ਨਾ, ਹੁਣ ਮੈਂ ਇਦਾਂ ਕਰ ਦੇਣਾ ਸੀ ਜੀ। ਤਾਂ ਸਰ ਉਹ 'ਚੋਂ ਸ਼ਾਇਦ ਗੀਤ ਨਿਕਲਿਆ ਸੀ ਕਿ ਜੇ ਯਾਰ ਮੇਰੇ ਨਾਲ ਗੁੱਸੇ ਨੇ, ਕੋਈ ਕਮੀ ਮੇਰੇ ਵਿੱਚ ਹੋਵੇਗੀ, ਜਿਨ੍ਹਾਂ ਉੱਤੇ ਚਿਰਦਾ ਸੀ ਇਤਬਾਰ ਮੇਰੇ ਨਾਲ ਗੁੱਸੇ ਨੇ ਜੀ, ਕੋਈ ਕਮੀ ਮੇਰੇ ਵਿੱਚ ਹੋਵੇਗੀ। ਇੱਕ ਤਗਮਾ ਜੋ ਮਸ਼ਹੂਰੀ ਦਾ ਯਾਰਾਂ ਦੀ ਹਿੱਕ ਤੇ ਪੱਕਾ ਹੈ, ਇੱਕ ਇਸ਼ਤਿਹਾਰ ਜੋ ਨਿੰਦਿਆ ਦਾ ਮੇਰੀ ਪਿੱਠ ਤੋਂ ਜੇ ਨਹੀਂ ਲੱਥਾ ਹੈ, ਕੋਈ ਕਮੀ ਮੇਰੇ ਵਿੱਚ ਹੋਵੇ। ਕੀ ਬਾਤ ਹੈ, ਇਹ ਦੁਬਾਰਾ ਕਰ ਦਿਓ ਜੀ ਇਹਨੂੰ। ਹਾਂ, ਇੱਕ ਤਗਮਾ ਜੋ ਮਸ਼ਹੂਰੀ ਦਾ ਯਾਰਾਂ ਦੀ ਹਿੱਕ ਤੇ ਪੱਕਾ ਹੈ, ਇੱਕ ਇਸ਼ਤਿਹਾਰ ਜੋ ਨਿੰਦਿਆ ਦਾ ਮੇਰੀ ਪਿੱਠ ਤੋਂ ਜੇ ਨਹੀਂ ਲੱਥਾ ਹੈ, ਕੋਈ ਕਮੀ ਮੇਰੇ ਵਿੱਚ ਹੋਵੇਗੀ। ਜੇ ਖਤ ਵੀ ਅੱਜ ਕੱਲ੍ਹ ਘੱਟ ਪਾਉਂਦੇ, ਜੇ ਮਿਲਣ ਵੀ ਲੋਕੀ ਘੱਟ ਆਉਂਦੇ, ਜੀਬਾਂ ਨਾਲ ਦੇਬੀ ਡੰਗਦੇ ਨੇ, ਦਿਨ ਔਖੇ ਜੇਕਰ ਲੰਘਦੇ ਨੇ, ਕੋਈ ਕਮੀ ਮੇਰੇ ਵਿੱਚ ਹੋਵੇ। ਰੁਕਣਾ ਸੀ ਜਿੱਥੇ ਰੁਕਿਆ ਨਹੀਂ, ਝੁਕਣਾ ਸੀ ਜਿੱਥੇ ਝੁਕਿਆ ਨਹੀਂ, ਜੇ ਸਮੇਂ ਦੀ ਚਾਲ ਨੂੰ ਤੱਕਿਆ ਨਹੀਂ, ਜੋ ਬਣਨਾ ਸੀ ਬਣ ਸਕਿਆ ਨਹੀਂ, ਕੋਈ ਕਮੀ ਮੇਰੇ ਵਿੱਚ। ਕੀ ਬਾਤ ਆ। ਲਾਈਵ ਗਾਉਣਾ ਕਿੰਨਾ ਔਖਾ ਸਰ? ਲਾਈਵ ਹੈ ਤਾਂ ਮੁਸ਼ਕਿਲ, ਪਰ ਪਤਾ ਨਹੀਂ ਹੁਣ ਸਾਡਾ ਤਾਂ ਜਿੱਦਾਂ ਸਾਨੂੰ ਨਸ਼ਾ ਇਸ ਚੀਜ਼ ਦਾ ਲੱਗਾ ਹੈ, ਸਾਨੂੰ ਤਾਂ ਸਟੂਡੀਓ ਜਿਹੜਾ ਗਾਉਣਾ ਨਾ, ਮੈਨੂੰ ਕਈ ਵਾਰ ਮੇਰੇ ਦੋਸਤ ਜਿਹੜੇ ਸੁਰੀਲੇ ਬੰਦੇ, ਰਣਜੀਤ ਰਾਣਾ ਹਨਾ, ਇਹ ਗੱਲ ਕਹਿੰਦਾ ਹੁੰਦਾ, ਕਹਿੰਦਾ ਭਾਜੀ ਤੁਸੀਂ ਜਿੱਦਾਂ ਸਟੇਜ ਤੇ ਖਿਲ ਕੇ ਆਉਨੇ ਨਾ, ਸਟੂਡੀਓ ਆਉਂਦੇ, ਕਹਿੰਦਾ ਮੈਂ ਕਿਹਾ ਯਾਰ ਪਤਾ ਨਹੀਂ ਜਾਂ ਮੈਨੂੰ ਗਾਉਣਾ ਘੱਟ ਆਉਂਦਾ, ਮੈਂ ਉਹਨਾਂ ਸੁਰੀਲਾ ਨਹੀਂ, ਮੇਰੀ ਪਕੜ ਸੁਰ ਤੇ ਘੱਟ ਆ, ਤੁਹਾਡੇ ਜਿਹਨੇ ਸੁਰ ਮੇਰੇ ਪੱਕੇ ਨਹੀਂ ਹੈਗੇ ਭਾਈ। ਮੈਨੂੰ ਉਸ ਲਈ ਲੱਗਦਾ ਮੁਸ਼ਕਿਲ ਚਾ ਯਾਰ, ਛੇਤੀ ਛੇਤੀ ਰਿਕਾਰਡਿੰਗ ਪਾਸ ਕਰ ਦੇ ਯਾਰ, ਜਦੋਂ ਮੈਂ ਗਾਇਆ ਇਹਨੂੰ ਏਦਾਂ ਹੀ ਰੱਖ ਲਵੇ, ਇਹ ਕਹੇ ਇੱਥੋਂ ਭਾਜੀ ਐ ਨਹੀਂ ਹੋਇਆ, ਐ ਨਹੀਂ ਹੋਇਆ, ਮੈਨੂੰ ਕਈ ਵਾਰ ਸਮਝ ਵੀ ਨਹੀਂ ਆਉਂਦੀ ਕੀ ਕਹਿ ਰਿਹਾ, ਫਿਰ ਦੁਬਾਰਾ ਪੇਪਰ ਨਾ ਦੇਣਾ ਪਵੇ। ਤੇ ਮੈਂ ਕਿਹਾ ਯਾਰ ਸਾਹਮਣੇ ਹੁੰਦਾ, ਪੁੱਛ ਲੈ ਠੀਕ ਹੈ, ਮਾਈਕ ਲੱਗਾ, ਮਿਊਜ਼ੀਸ਼ੀਅਨ ਨਾਲ ਆ, ਫਿਰ ਠੀਕ ਹੈ, ਸੁਰ ਲੈ ਕੇ ਸ਼ੁਰੂ ਕਰਤਾ ਜੀ। ਉਹ 'ਚ ਮੈਂ ਉਹੀ ਕਹਿੰਦਾ ਭਾਜੀ ਤੁਸੀਂ ਜਿੰਨਾ ਖਿਲ ਕੇ ਲਾਈਵ 'ਚ ਆਉਂਦੇ ਨਾ, ਵੀ ਸਟੂਡੀਓ 'ਚ ਵੀ ਤੁਸੀਂ ਆਇਆ ਕਰੋ ਤਾਂ ਚੰਗਾ ਲੱਗੇ। ਸਟੂਡੀਓ ਤੁਸੀਂ ਕਹਿੰਦਾ ਕਿਤੇ ਨਾ ਕਿਤੇ ਉਹ ਪਿੱਛੇ ਰਹਿ ਜਾਂਦੇ ਆ, ਪਰ ਤੁਸੀਂ ਲਾਈਵ ਪਰਫਾਰਮ ਕਰਦੇ ਜਾਂ ਵੀ ਲਾਈਵ ਰਿਕਾਰਡ ਕਰਦੇ ਹੋ, ਉਸ ਲੱਗਾ ਤਾਂ ਤੁਸੀਂ ਮੈਂ ਪਤਾ ਨਹੀਂ, ਮੇਰਾ ਫਿਰ ਕੋਈ ਕਨੈਕਸ਼ਨ ਐਸਾ ਆਡੀਅנס ਨਾਲ ਜੁੜਿਆ ਹੁੰਦਾ ਨਾ, ਸੰਗਤਾਂ ਜਿਹੜੇ ਸਾਹਮਣੇ ਬੈਠੇ ਚਿਹਰੇ, ਉਹ ਇੱਕ ਊਰਜਾ ਦਿੰਦੇ ਆ, ਹਨਾ। ਤੇ ਫਿਰ ਮੈਨੂੰ ਲੱਗਦਾ ਬਹੁਤ ਖਿਲ ਕੇ ਗੱਲ ਆ, ਜਿਹੜਾ ਸੁਰ ਨਹੀਂ ਵੀ ਲੱਗਣਾ ਹੁੰਦਾ ਕਿਤੇ ਲੱਗ ਜਾਂਦਾ ਭਲੇਖੇ। ਅੱਛਾ ਦੇਬੀ ਭਾਜੀ, ਤੁਹਾਡੇ ਜਿਹੜੇ ਚਾਹਣ ਵਾਲੇ ਆ ਨਾ, ਕਿਉਂਕਿ ਮੇਰੇ ਸਰਕਲ ਦੇ ਵਿੱਚੋਂ ਵੀ ਬਹੁਤ ਸਾਰੇ ਲੋਕ ਜਿਹੜੇ ਤੁਹਾਨੂੰ ਨਿੱਠ ਕੇ ਸੁਣਦੇ, ਪੜ੍ਹਦੇ ਜੀ ਭਾਜੀ, ਤਾਂ ਉਹ ਪੱਕੇ ਬੰਦੇ ਨੇ, ਜਾਨੀ ਪਿੰਡ 'ਚ ਹੁੰਦਾ ਨਾ ਸਰਪੰਚੀ ਦੀਆਂ ਵੋਟਾਂ ਲਈ, ਇਹਨਾਂ ਨੂੰ ਕਹਿਣ ਦੀ ਲੋੜ ਨਹੀਂ ਪਈ, ਆਪਣੀ ਵੋਟਾਂ ਆਪਣੇ ਨੇ, ਅੱਗੇ ਦੇਖੋ ਤੁਸੀਂ, ਅਗਲਾ ਵੀ ਕਹਿੰਦਾ ਯਾਰ ਇੱਥੇ ਕਦੋਂ ਟਾਈਮ ਖਰਾਬ, ਫਲਾਨਾ ਬੰਦਾ ਪੱਕਾ ਕਰੋ, ਉਹਨੂੰ ਕਰੋ। ਹੁਣ ਜਿਹੜੇ ਤੁਹਾਡੇ ਪੱਕੇ ਬੰਦੇ ਨੇ ਜਦੋਂ ਮਿਲਦੇ ਆ, ਕਿੰਨਾ ਕੁ ਚੰਗਾ ਮਹਿਸੂਸ ਹੁੰਦਾ? ਤੇ ਮੈਨੂੰ ਇਹ ਲੱਗਦਾ ਹੁੰਦਾ ਕਿ ਜਦੋਂ ਤੁਹਾਡੇ ਵਰਗਾ ਜਿਹੜਾ ਲੇਖਕ ਤੇ ਗਾਇਕ ਹੈ ਜੀ ਜੀ,
ਜਿਹੜਾ ਚੰਗਾ ਲਿਖਦਾ ਹੈ, ਚੰਗਾ ਗਾਉਂਦਾ, ਹਿੱਕ ਦੀ ਜ਼ੋਰ ਦੇ ਉੱਤੇ ਗਾਉਂਦਾ ਹੈ, ਜੀ ਜੀ, ਉਹਦੇ ਲਈ ਜਦੋਂ ਕੋਈ ਮਿਲ ਕੇ ਪਿਆਰ ਸਤਿਕਾਰ ਦਿੰਦਾ ਤਾਂ ਚੁਣੌਤੀ ਉਹਦੇ ਤੋਂ ਵੀ ਵੱਡੀ ਹੁੰਦੀ ਹੈ ਕਿ ਮੈਂ ਇਸ, ਕਿਉਂਕਿ ਪਹਾੜ ਤੇ ਬੰਦਾ ਚੜ੍ਹਦਾ ਜਾਂਦਾ ਹੈ ਜੀ ਭਾਜੀ, ਟੀਸੀ ਦੇ ਕੈਮਰੇ ਨਾਲ ਔਖਾ ਹੁੰਦਾ, ਟਿਕਣਾ ਬਹੁਤ ਔਖਾ ਭਾਜੀ। ਉਹ ਚੁਣੌਤੀ ਕਿੱਡੀ ਕੁ ਵੱਡੀ ਲੱਗਦੀ ਹੈ ਭਾਜੀ? ਉਹ ਸਭ ਤੋਂ ਵੱਡੀ ਤਾਂ ਉਹੀ ਲੱਗਦੀ ਹੈ, ਕਿਉਂਕਿ ਹੁਣ ਆਪਾਂ ਫਿਰ ਅਵੇਅਰ ਵੀ ਰਹਿੰਦੇ, ਆਲੇ-ਦੁਆਲੇ ਦੇਖਦੇ ਹਾਂ, ਚਲੋ ਸੋਸ਼ਲ ਮੀਡੀਆ ਤੇ ਕੀ ਚੱਲਦਾ ਜਾਂ ਕਿੱਦਾਂ ਟ੍ਰੈਂਡਿੰਗ ਕੀ ਚੱਲ ਰਹੀ ਆ, ਪਰ ਸਾਨੂੰ ਚਲੋ ਉਸ ਟ੍ਰੈਂਡਿੰਗ ਦੇ ਬਹੁਤੇ ਚੱਕਰ 'ਚ ਨਾ ਹੀ ਪਈਏ, ਪਰ ਸਾਨੂੰ ਵੀ ਜਿੰਨਾ ਕੁ ਅਸੀਂ ਸੀਗੇ ਉੱਥੇ ਹੈਗੇ ਆ ਜਾਂ ਜਿੰਨੇ ਕੁ ਲੋਕੀ ਸਾਨੂੰ ਪਿਆਰ ਕਰਦੇ ਸੀ ਉਹ ਹੈਗੇ ਆ। ਤਾਂ ਮੈਂ ਹੁਣ ਇੱਕ ਲੜਕੀ ਨਾਲ ਇੰਟਰਵਿਊ ਕਰ ਰਹੀ ਸੀ ਰੇਡੀਓ ਤੋਂ, ਉਹਨੂੰ ਇੱਕ ਬੜੀ ਅੱਛੀ ਗੱਲ ਕਹੀ, ਯੰਗ ਲੜਕੀ ਸੀ, ਕਹਿੰਦੀ ਸਰ ਅਸੀਂ ਤਾਂ ਕਾਲਜਾਂ 'ਚ ਪ੍ਰਵਾਨ ਚੜ੍ਹੇ ਤੁਹਾਡੀਆਂ ਲਾਈਵਾਂ ਸੁਣ ਕੇ ਕਿੱਦਾਂ, ਕਹਿੰਦੀ ਮੈਨੂੰ ਹੁਣ ਕਹਿੰਦੀ ਆਪਣੇ ਤੋਂ ਵੀ ਕਹਿੰਦੀ 4-4 5-5 ਸਾਲ ਛੋਟੇ ਮੁੰਡੇ ਕੁੜੀਆਂ ਮਿਲਦੇ ਆ, ਉਹ ਤੁਹਾਡੀ ਪੋਇਟਰੀ ਦੀ ਗੱਲ ਕਰਦੇ ਗਾਣੇ ਦੀ, ਕਹਿੰਦੀ ਮੈਨੂੰ ਬਹੁਤ ਚੰਗਾ ਲੱਗਦਾ। ਮੈਂ ਕਿਹਾ ਅਸਲੀ એનર્ਜੀ ਦਾ ਇੰਜੈਕਸ਼ਨ ਸਮਝੋ ਮੈਨੂੰ ਲੱਗ ਗਿਆ। ਨਹੀਂ ਇਹ 'ਚ ਕੋਈ ਸਾਡੀ ਉਮਰ ਦੇ ਸੁਣੀ ਜਾਂਦੇ ਜਿੱਦਾਂ ਸਭ ਤੋਂ ਬੜੇ ਕਹਿੰਦੇ ਚੱਲ ਠੀਕ ਹੈ ਇਹਨਾਂ ਨਾਲ ਅਸੀਂ ਨਿੱਠੇ ਕੇ ਵਿਚਰੇ ਬਹੁਤ ਆ, ਮਿਲੇ ਬਹੁਤ ਇੱਕ ਦੂਜੇ ਨੂੰ ਜਾਂ ਹਨਾ, ਪਰ ਜਿਹੜੇ ਬਿਲਕੁਲ 20-20 ਸਾਲ ਦੇ ਬੱਚੇ ਆ ਤੇ ਉਹ ਮੁੰਡੇ ਕੁੜੀਆਂ ਜੇ ਉਹ ਮਤਲਬ ਇਸ ਚੀਜ਼ਾਂ ਨੂੰ, ਪੋਇਟਰੀ ਨੂੰ ਪਿਆਰ ਕਰਦੇ, ਸਾਡੇ ਸ਼ੇਰਾਂ ਨੂੰ, ਗਾਣਿਆਂ ਨੂੰ, ਫਿਰ ਸਾਨੂੰ ਲੱਗਦਾ ਇਹ ਪ੍ਰਾਪਤੀ ਕੋਈ ਨਾ ਕੋਈ ਹੈਗੀ, ਮਾਲਕ ਦੀ ਕਿਰਪਾ ਆ ਵੀ ਉਹਦੀ ਕਲਾ ਵਰਤ ਰਹੀ ਆ ਵੀ, ਨਹੀਂ ਤਾਂ ਹੁਣ ਇੰਨੇ ਸਾਲ ਹੋ ਗਏ ਤਾਂ ਇਹਨੇ ਚ ਭੁੱਲ ਆ ਜਾਂਦੇ। ਤੇ ਕਿ ਮੈਂ ਗੱਲ ਸ਼ੇਅਰ ਕਰਾਂਗਾ, ਗੁਰੂ ਜੀ ਪਾਤਰ ਸਾਹਿਬ ਸ਼ਾਇਦ ਮੈਂ ਤੁਹਾਨੂੰ ਸੁਣਾਈ ਹੋਵੇ, ਆਸਟ੍ਰੇਲੀਆ ਦੀ ਗੱਲ ਆ, 4 ਸਾਲ ਪਹਿਲਾਂ ਗੁਰੂ ਜੀ ਕਿਸੇ ਮਹਿਫਲ 'ਚ ਬੈਠੇ ਸੀ, ਉੱਥੇ ਮੇਰਾ ਕੋਈ ਮਿੱਤਰ ਬੈਠਾ ਸੀ, ਉਹਨੂੰ ਮੈਂ ਦੂਜੇ ਨੂੰ ਫੋਨ ਤੇ ਗੱਲ ਸੁਣਾਈ, ਉਹ ਕਹਿੰਦਾ ਕਿਸੇ ਬੰਦੇ ਨੇ ਪੁੱਛਿਆ, ਕਹਿੰਦੇ ਦੇਬੀ ਪਹਿਲੀ ਗੱਲ ਦੱਸੋ ਸਾਡਾ ਸੱਚੀ ਸੀ ਕਹਿੰਦਾ ਕਿ ਝੂਠੇ ਹੀ ਮਾਰਦਾ ਰਹਿੰਦਾ। ਗੁਰੂ ਜੀ ਹੱਸ ਪਏ, ਕਹਿੰਦੇ ਨਹੀਂ ਯਾਰ ਮੇਰਾ ਅਜ਼ੀਜ਼ ਹੈ, ਮੈਨੂੰ ਬੜੇ ਚਿਰ ਤੋਂ ਮਿਲਦਾ, ਬੜਾ ਮੇਰਾ ਮੋਹ ਆ ਤੇ ਮਿਲਦਾ ਰਹਿੰਦਾ। ਅੱਛਾ, ਕਹਿੰਦੇ ਦੂਜੀ ਗੱਲ ਪਾਤਰ ਸਾਹਿਬ ਇਹ ਦੱਸੋ ਉਹਦੇ ਗਾਣੇ ਸਾਨੂੰ ਹਾਲੇ ਤੱਕ ਚੰਗੇ ਲੱਗੀ ਜਾਂਦੇ ਆ, ਨਹੀਂ ਤਾਂ ਕਹਿੰਦੇ ਇਦਾਂ ਹੁੰਦਾ ਵੀ ਸਾਨੂੰ ਸਾਲ 2 ਸਾਲ 5 ਸਾਲ ਸੁਣੇ ਪਏ, ਕਹਿੰਦਾ ਠੀਕ ਆ ਯਾਰ ਇਹਨੂੰ ਵੀ ਛੱਡ ਪਰੇ, ਹੁਣ ਹੋਰ ਨੂੰ ਸੁਣਦੇ ਆ ਵੀ ਲਗਾਤਾਰ ਸਾਨੂੰ ਗਾਣੇ ਚੰਗੇ ਕਾਹਲੇ ਲੱਗੇ ਜਾਂਦੇ ਆ। ਤੇ ਜਿਹੜਾ ਗੁਰੂ ਜੀ ਨੇ ਜਵਾਬ ਦਿੱਤਾ ਮੈਂ ਕਮਾਲ, ਉਹ ਕਹਿੰਦੇ ਯਾਰ ਵੀ ਮੈਂ ਇਹ ਸੋਚ ਲੱਗਦਾ ਵੀ ਇਹਨੇ ਹੁਣ ਤੱਕ ਕਿਤਾਬਾਂ ਦਾ ਸਾਥ ਨਹੀਂ ਛੱਡਿਆ। ਕੀ ਬਾਤ ਆ, ਇਹ 'ਚ ਨਵੀਨਤਾ ਜਿਹੜੀ ਆ ਉਹ ਹੈਗੀ ਆ, ਤੁਹਾਨੂੰ ਉਹ ਬਿਹਾ ਨਹੀਂ ਲੱਗਦਾ ਸੱਜਰਾਪਣ ਨਾ। ਮੈਂ ਕਿਹਾ ਮੇਰੇ ਮਨ ਦੀ ਗੱਲ ਮੈਂ ਸੋਚੀ ਨਹੀਂ ਸੀ, ਮੈਂ ਕਿਹਾ ਬਾਕੀ ਇਹੀ ਗੱਲ ਹੋਣੀ ਆ। ਫਿਰ ਜੋ ਗੁਰੂ ਜੀ ਨੇ ਕਿਹਾ, ਪਹਿਲੀ ਗੱਲ ਤਾਂ ਉਹ ਐਡੀਆਂ ਅਜ਼ੀਮ ਸ਼ਖਸੀਅਤਾਂ, ਉਹ ਐਸੇ ਹਸਤੀਆਂ ਜਦੋਂ ਮੋਹਰ ਲਾ ਦੇਣਾ, ਉਹਨਾਂ ਦੇ ਆਸ਼ੀਰਵਾਦ, ਡਾਕਟਰ ਜਗਤਾਰ ਸਾਹਿਬ ਦਾ, ਸਰ ਗੁਰਦੇਵ ਸਿੰਘ ਮਾਨ ਜੀ, ਜਗਤਾਰ ਸਾਹਿਬ ਮਾਨ, ਪਾਤਰ ਸਾਹਿਬ, ਹੋਰ ਐਸੇ ਨਾਮਵਰ ਜਿਨ੍ਹਾਂ ਨੂੰ ਮੈਂ ਦਰਸ਼ਨ ਕੀਤੇ ਆ, ਜਿਹਨਾਂ ਨੇ ਆਸ਼ੀਰਵਾਦ ਲਏ ਹਨਾ, ਤੇ ਉਹ ਇੱਕ ਤਾਂ ਉਹ ਬਲੈਸਿੰਗ ਤੁਰੀਆਂ ਆਉਂਦੀਆਂ ਹਨਾ ਜੀ। ਤੇ ਨਾਲ ਫਿਰ ਚਲੋ ਇੱਕ ਵੀ ਚਲੋ ਚੇਤਨਤਾ ਹੈਗੀ, ਥੋੜਾ ਬਹੁਤ ਅਸੀਂ ਕੋਸ਼ਿਸ਼ ਚੇਤ ਰਹਿਣ ਦੀ ਕੋਸ਼ਿਸ਼ ਕਰਦੇ ਹਾਂ, ਜੋ ਵਾਪਰਦਾ ਹੁੰਦਾ ਉਹਦਾ ਲਿਖਣ ਦੀ ਕੋਸ਼ਿਸ਼ ਕਰਦੇ ਹਾਂ, ਜੋ ਸਮਾਜ 'ਚ ਲੱਗਦਾ। ਕਿਸੇ ਵੇਲੇ ਲੱਗਦਾ ਸਾਡੇ ਸ਼ੇਰ ਸੀ ਕਿ ਰਾਤ ਦੇ ਪਰਦੇ ਵਿੱਚ ਮਜਬੂਰੀ ਪੇਟ ਦੀ ਖਾਤਰ ਵਿਕ ਜਾਂਦੀ ਹੈ, ਕੀ ਬਾਤ ਹੈ, ਦੌਲਤ ਲੋੜ ਦੇ ਪਿੰਡੇ ਉੱਤੇ ਪਤਾ ਆਪਣਾ ਲਿਖ ਜਾਂਦੀ ਹੈ, ਗੁੱਸਾ ਆਉਂਦਾ ਘਰ ਦੀ ਕੰਧ ਤੇ ਇੱਕਦਮ ਕਿੰਨੀ ਛੋਟੀ ਹੋ ਗਈ, ਧੀ ਕੁਆਰੀ ਵਿਹੜੇ ਦੇ ਵਿੱਚ ਫਿਰਦੀ ਬਾਹਰੋਂ ਦਿਸ ਜਾਂਦੀ ਹੈ, ਕੀ ਬਾਤ ਹੈ, ਮਿਲੇ ਗਰੀਬੀ ਵਿਰਸੇ ਵਿੱਚ ਤਾਂ ਆਦਤ ਜਿਹੀ ਹੋ ਜਾਂਦੀ ਹੈ ਇਹਦੀ, 2 ਵੇਲੇ ਕਿੰਜ ਬਾਲਣਾ ਚੁੱਲ੍ਹਾ ਸੋਚ ਹੀ ਇੱਥੇ ਟਿਕ ਜਾਂਦੀ ਹੈ, ਕਦੋਂ ਬੋਲਣਾ ਕਦ ਚੁੱਪ ਰਹਿਣਾ, ਕੀ ਮੰਗਣਾ ਤੇ ਕੀ ਨਹੀਂ ਮੰਗਣਾ, ਗਰੀਬ ਦੀ ਬੇਟੀ ਆਪਣੀ ਮਾਂ ਦਾ ਚਿਹਰਾ ਪੜ੍ਹਨਾ ਸਿੱਖ ਜਾਂਦੀ ਹੈ। ਕੀ ਬਾਤ ਹੈ, ਇਹ ਕਿਸੇ ਕਿਤਾਬ 'ਚੋਂ ਨਹੀਂ ਮਿਲ ਸਕਦਾ, ਇਹ ਹੰਡਾਇਆ ਮਿਲਦਾ ਜੀ ਸਰ, ਜੀ ਦੇਖਿਆ ਮਿਲਦਾ। ਇਹ ਗੈਰਤਮੰਦ ਗਰੀਬੀ ਔਖੀ ਹੋ ਕੇ ਵੀ ਤਨ ਪੂਰਾ ਢੱਕਦੀ, ਪਰ ਬੇਸ਼ਰਮ ਅਮੀਰੀ ਵੇਖੋ ਕੱਢ ਕੇ ਨੰਗੀ ਹਿੱਕ ਜਾਂਦੀ ਹੈ। ਛੋਟੇ ਘਰਾਂ 'ਚ ਲੋਕ ਨਹੀਂ ਛੋਟੇ, ਵੇਖਣ ਵਾਲੀ ਨਜ਼ਰ ਜੇ ਹੋਵੇ, ਬਹੁਤ ਕੀਮਤੀ ਸ਼ੈ ਜੋ ਹੁੰਦੀ ਲੀਰਾਂ ਵਿੱਚੋਂ ਦਿਸ ਜਾਂਦੀ ਹੈ। ਕੀ ਬਾਤ ਹੈ, ਕੀ ਬਾਤ। ਇੱਕ ਸ਼ੇਰ ਸਾਰਾ ਮੈਂ ਇਹਨੂੰ ਅੱਜ ਤੱਕ ਪ੍ਰਾਪਤੀ ਮੰਨਦਾ ਕਿ ਇਹ ਤੇ ਮੈਨੂੰ ਗੁਰੂ ਜੀ ਪਾਤਰ ਸਾਹਿਬ ਨੇ ਆਸ਼ੀਰਵਾਦ ਸ਼ਾਬਾਸ਼ ਦਿੱਤੀ ਸੀ ਕਿ ਇੱਜ਼ਤ ਵੱਟੇ ਆਟਾ ਚਾਵਲ ਦਾਲ ਖਰੀਦਣ ਵਾਲੇ ਸੋਚਣ, ਘਰ ਵਿੱਚ ਆਉਂਦੀਆਂ ਕਿੰਨੀਆਂ ਚੀਜ਼ਾਂ ਘਰ 'ਚੋਂ ਕੇਵਲ ਇੱਕ ਜਾਂਦੀ ਹੈ। ਕੀ ਬਾਤ, ਘਰ ਵਿੱਚ ਆਉਂਦੀਆਂ ਕਿੰਨੀਆਂ ਚੀਜ਼ਾਂ ਘਰ 'ਚੋਂ ਕੇਵਲ ਇੱਕ ਜਾਂਦੀ ਹੈ। ਕਿਸ ਕੰਮ ਦੇ ਇਹ ਰੰਗ ਤਮਾਸ਼ੇ, ਕਾਹਦੀਆਂ ਰੀਝਾਂ, ਕਿਹੜੇ ਸੁਪਨੇ, ਦੇਬੀ ਤੰਗੀਆਂ ਨਾਲ ਲੜਦੇ ਆ ਇੱਕ ਦਿਨ ਹਸਤੀ ਮਿਟ ਜਾਂਦੀ। ਕੀ ਬਾਤ ਹੈ ਜੀ, ਕੀ ਬਾਤ ਹੈ, ਕੀ ਬਾਤ ਹੈ। ਮੈਨੂੰ ਲੱਗਦਾ ਵੀ ਇਹ ਜਿਹੜੀਆਂ ਚੀਜ਼ਾਂ ਸ਼ਾਇਦ ਇਹ ਮੈਨੂੰ ਜ਼ਿੰਦਾ ਰੱਖ ਰਹੀਆਂ, ਜਾਂ ਮਾਲਕ ਦੀ ਕਿਰਪਾ, ਜਾਂ ਉਹਨਾਂ ਬਜ਼ੁਰਗਾਂ ਦੀ, ਉਹਨਾਂ ਸ਼ਾਇਰਾਂ ਦਾ ਆਸ਼ੀਰਵਾਦ ਹੈ ਕਿ ਮੇਰੇ ਤੋਂ ਕਿਤੇ ਨਾ ਕਿਤੇ ਲਿਖੀ ਜਾਂਦੀ ਹੈ, ਤੇ ਉਹਦੇ ਨਾਲ ਮੇਰੀ ਫਿਰ ਗੱਲ ਜੀ ਤੁਰੀ ਰਹਿੰਦੀ ਆ। ਇਹ ਤੁਹਾਨੂੰ ਜ਼ਿੰਦਾ ਨਹੀਂ ਰੱਖ ਰਹੀਆਂ, ਇਹ ਤੁਹਾਨੂੰ ਇਸ ਖੇਤਰ 'ਚ ਜਵਾਨ ਰੱਖ ਰਹੀਆਂ ਜੀ। ਬਿਲਕੁਲ, ਕੁਝ ਵੀ ਕਹਿ ਸਕਦੇ ਚੱਲਦੇ ਪਏ ਮਾੜੇ ਮੋਟੇ, ਚੱਲਦੇ ਪਏ। ਬਹੁਤ ਕਮਾਲ ਜੀ। ਗੁਰਦੇਵ ਸਿੰਘ ਮਾਨ ਦਾ ਸ਼ੇਰ ਸੀਗਾ ਕਿ ਇਹ ਜ਼ਿੰਦਗੀ ਦੇ ਮਾਲਕ ਲੱਖ ਵਾਰ ਸ਼ੁਕਰ ਤੇਰਾ, ਇਹ ਜ਼ਿੰਦਗੀ ਦੇ ਮਾਲਕ ਲੱਖ ਵਾਰ ਸ਼ੁਕਰ ਤੇਰਾ, ਚੰਗੇ ਨੇ ਜਾਂ ਬੁਰੇ ਨੇ ਦਿਨ ਲੰਘਦੇ ਜਾ ਰਹੇ ਨੇ। ਕੀ ਬਾਤਾਂ, ਇਸ ਗੱਲ ਦੀ ਖੁਸ਼ੀ ਹੈ। ਆਦਤ ਗਾਣਾ ਸੁਣਨਾ ਪਰ ਜੀ ਉਹਦੇ ਤੋਂ ਪਹਿਲਾਂ ਪੰਜਾਬੀਆਂ ਨੂੰ ਸੁਨੇਹਾ, ਫਿਰ ਆਦਤ ਦੇ ਨਾਲ ਆਪਾਂ ਅਗਲੇ ਪਾਸੇ ਨੂੰ ਵਧਾਂਗੇ ਜੀ। ਬਿਲਕੁਲ ਜੀ, ਮੈਂ ਇਹ ਸਾਰਿਆਂ ਨੂੰ ਮੈਂ ਤਾਂ ਬਸ ਇੱਕ ਸਤਿਕਾਰ ਪੇਸ਼ ਕਰਦਾ ਹੁੰਦਾ ਹਮੇਸ਼ਾ ਹੀ, ਔਰ ਦੁਆਵਾਂ ਦਿੰਦਾ ਹੁੰਦਾ, ਮਤਲਬ ਸ਼ੁਭ ਇੱਛਾਵਾਂ ਦਿੰਦਾ ਵੀ ਤੁਸੀਂ ਆਪਣੇ ਖੇਤਰ 'ਚ ਕਾਮਯਾਬ ਹੋਵੋ ਤੇ ਸਿਹਤਾਂ ਚੰਗੀਆਂ ਰਹਿਣ, ਆਪਸੀ ਏਕਤਾ, ਇਤਫਾਕ, ਮੁਹੱਬਤ, ਸਤਿਕਾਰ ਬਣਿਆ ਰਹੇ, ਤੇ ਸਾਨੂੰ ਜੋ ਪਿਆਰ ਹਿੱਸੇ ਆਉਂਦਾ ਮਿਲਿਆ ਸਾਡੀ ਹੈਸੀਅਤ ਤੋਂ ਜ਼ਿਆਦਾ, ਉਹ ਕਿਰਪਾ ਕਰਦੇ ਰਹੋ, ਦਿੰਦੇ ਰਹੋ, ਤੇ ਅਸੀਂ ਤੁਹਾਡੀਆਂ ਉਮੀਦਾਂ ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਦੇ ਰਹਾਂਗੇ ਜਿੰਨਾ ਕੁ ਵੀ ਹੋ ਸਕਦਾ। ਨਹੀਂ ਬਿਲਕੁਲ ਠੀਕ ਹੈ ਜੀ। ਤੇ ਆਦਤ ਸੁਣਾ ਦਿਓ। ਬਿਲਕੁਲ, ਸਾਰੇ ਗਾਣਾ ਆਪਣੇ ਚੈਨਲ ਤੇ ਰਿਲੀਜ਼ ਹੋਇਆ ਥੋੜੇ ਦਿਨ ਪਹਿਲਾਂ, ਉਹਦਾ ਮੈਂ ਬਿਲਕੁਲ ਸੁਣਾਣਾ ਪਲੀਜ਼। ਹੋ ਤੇਰੀ ਫੋਟੋ ਮੁੜ ਮੁੜ ਵੇਖਾਂ, ਤੇਰੀ ਫੋਟੋ ਮੁੜ ਮੁੜ ਵੇਖਾਂ, ਹਰ ਵਾਰੀ ਮੱਥਾ ਟੇਕਾਂ,
ਜਿਹੜੀ ਸੂਰਤ ਦਿਲ ਵਿੱਚ ਵਸ ਜਾਏ ਕੱਢੀ ਨਹੀਂ ਜਾਂਦੀ, ਤੂੰ ਮੇਰੀ ਆਦਤ ਹੋ ਗਈ ਏ ਆਦਤ ਛੱਡੀ ਨਹੀਂ ਜਾਂਦੀ, ਤੂੰ ਮੇਰੀ ਆਦਤ ਹੋ ਗਈ ਏ ਆਦਤ ਛੱਡੀ ਨਹੀਂ ਜਾਂਦੀ, ਜੀ ਆਦਤ ਛੱਡੀ ਨਹੀਂ ਜਾਂਦੀ, ਹਾਂ ਆਦਤ ਛੱਡੀ ਨਹੀਂ ਜਾਂਦੀ। ਕੀ ਬਾਤ ਹੈ ਦੇਬੀ ਭਾਜੀ, ਅਸੀਂ ਤੁਹਾਡੇ ਹੋਰ ਵੀ ਜ਼ਿਆਦਾ ਚੰਗੇ ਸੁਨਹਿਰੀ ਭਵਿੱਖ ਦੀ ਕਾਮਨਾ ਕਰਦੇ ਹਾਂ ਤੇ ਅਸੀਂ ਉਮੀਦ ਕਰਦੇ ਹਾਂ ਕਿ ਉਹ ਜਿਹੜੀ ਪਹਾੜੀ ਦੀ ਚੋਟੀ ਤੇ ਤੁਸੀਂ ਖੜੇ ਹੋ ਉੱਥੇ ਕੋਈ ਨਾ ਕੋਈ ਡਾਣਾ ਤੁਹਾਨੂੰ ਇਦਾਂ ਹੀ ਮਿਲਦਾ ਰਹੇ ਜਿਹਨੂੰ ਫੜ ਕੇ ਤੁਸੀਂ ਖੜੇ ਰਹੋ। ਸਾਡੀਆਂ ਸ਼ੁਭ ਇਛਾਵਾਂ ਪ੍ਰਾਈਮ ਏਸ਼ੀਆ ਟੀਵੀ ਦੇ ਸਾਰੇ ਪਰਿਵਾਰ ਦੇ ਮੈਂਬਰਾਂ ਦੀਆਂ ਸ਼ੁਭ ਇਛਾਵਾਂ ਤੁਹਾਡੇ ਨਾਲ। ਥੈਂਕ ਯੂ ਬਾਟ ਸਾਹਿਬ ਤੁਹਾਡਾ ਤੇ ਮੈਂ ਸਾਰੇ ਅਮਨ ਖੜਕਰ ਸਾਹਿਬ ਦਾ ਪ੍ਰਾਈਮ ਏਸ਼ੀਆ ਅਦਾਰੇ ਦਾ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਪੰਜਾਬੀਅਤ ਤੇ ਪਹਿਰਾ ਦੇ ਰਹੇ ਹੋ ਤੇ ਸਮਾਜ ਜਿਹੜੀ ਜਿਸ ਤਰ੍ਹਾਂ ਵੀ ਜੋ ਹੋ ਰਿਹਾ ਉਹਨੂੰ ਨਿਰਪੱਖ ਤਰੀਕੇ ਨਾਲ ਪੇਸ਼ ਕਰਦੇ ਹੋ ਤੁਹਾਡੇ ਪਲੇਟਫਾਰਮ ਤੇ। ਇਹ ਤੁਸੀਂ ਸ਼ਲਾਘਾ ਦੇ ਹੱਕਦਾਰ। ਬਹੁਤ ਮੈਂ ਫੈਨ ਹਾਂ। ਆਈ ਲਵ ਯੂ ਆਲ। ਸ਼ੁਕਰੀਆ, ਮਿਹਰਬਾਨੀ ਜੀ। ਸੋ ਦੇਬੀ ਮਖਸੂਸਪੁਰੀ ਹੋਰੀ ਸਾਡੇ ਨਾਲ ਜੁੜੇ ਸੀ। ਪੰਜਾਬ ਦੇ ਵਿੱਚ ਜਦੋਂ ਖੇਤੀ ਦੀ ਗੱਲ ਕਰਦੇ ਆ ਨਾ ਤਾਂ ਖਾਦਾਂ ਬਹੁਤ ਪੈਂਦੀਆਂ, ਜ਼ਹਿਰੀਲੀਆਂ ਦਵਾਈਆਂ ਬਹੁਤ ਪੈਂਦੀਆਂ, ਜਿਹੜਾ ਅਸੀਂ ਬਹੁਤ ਕੁਝ ਖਾਂਦੇ ਹਾਂ ਉਹ ਸਾਡੇ ਸਰੀਰ ਲਈ ਘਾਤਕ ਬਣਦਾ ਜਾ ਰਿਹਾ। ਤੇ ਜਦੋਂ ਅਸੀਂ ਕਿਸੇ ਨੂੰ ਕਹਿੰਦੇ ਦੇਸੀ ਖੇਤੀ ਕਰੋ, ਖਾਦ ਨਾ ਪਾਓ ਯਾਰ, ਦਵਾਈਆਂ ਨਾ ਪਾਓ, ਉਹ ਕਈ ਵਾਰੀ ਚੀਜ਼ਾਂ ਦਾ ਉਤਪਾਦਨ ਘੱਟ ਹੁੰਦਾ, ਪ੍ਰੋਡਕਸ਼ਨ ਘੱਟ ਹੁੰਦੀ ਆ, ਪਰ ਉਹ ਸਿਹਤ ਲਈ ਚੰਗੀਆਂ ਹੁੰਦੀਆਂ। ਦੇਬੀ ਮਖਸੂਸਪੁਰੀ ਦੀ ਲਿਖਤ, ਉਹਦੀ ਗਾਇਕੀ, ਉਹਦੇ ਸ਼ਬਦ, ਉਹਦੇ ਸੁਰ, ਉਹ ਸਾਰਾ ਕੁਝ ਜਿਹੜਾ ਉਹ ਪੰਜਾਬ 'ਚ ਲੋੜੀਂਦੀ ਦੇਸੀ ਖੇਤੀ ਵਰਗਾ, ਤੇ ਉਹਨੂੰ ਤੁਸੀਂ ਪਿਆਰ ਦਿਓ। ਮੈਂ ਇਹ ਨਹੀਂ ਚਾਹੁੰਦਾ ਕਿ ਜਦੋਂ ਅਸੀਂ 5-7 ਮਹੀਨੇ ਬਾਅਦ ਦੋਏ ਭਰਾ ਇੱਦਾਂ ਹੀ ਬੈਠੀਏ ਤਾਂ ਫਿਰ ਉਹ ਮੈਨੂੰ ਉਲਾਂਭਾ ਦੇਣ ਕਿ ਭਾਈ ਚੰਗਾ ਸੁਣਨ ਵਾਲੇ ਥੋੜ੍ਹੇ ਨੇ, ਤੁਸੀਂ ਹੁਣ ਬਹੁਤੇ ਕਰ ਦੇਣੇ ਆ। ਇਸੇ ਦੇ ਨਾਲ ਹੀ ਮੈਨੂੰ ਪਰਮਜੀਤ ਸਿੰਘ ਬਾਠ ਨੂੰ ਦਿਆ ਗਿਆ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।